ਜਦੋਂ ਤੁਸੀਂ ਜੰਗ ਲਾ ਲੈਂਦੇ ਹੋ ਉਹ ਤੋਂ ਬਾਅਦ ਜੰਗ ਦਾ ਪਤਾ ਨਹੀਂ ਹੁੰਦਾ ਵੀ ਜੰਗ ਨੇ ਕਿੱਧਰ ਕਿੱਧਰ ਨੂੰ ਖਿੱਲਰ ਜਾਣਾ। ਭਾਰਤ ਨੇ ਜਿਹੜੀਆਂ ਮਿਜ਼ਾਈਲਾਂ ਪਾਕਿਸਤਾਨ ਤੇ ਸਿੱਟੀਆਂ ਉਹ ਪਾਕਿਸਤਾਨ ਵੱਲੋਂ ਬਹੁਤੀਆਂ ਰੋਕੀਆਂ ਨਹੀਂ ਗਈਆਂ, ਪਰ ਜਿਹੜੀਆਂ ਪਾਕਿਸਤਾਨ ਨੇ ਜਿੰਨੇ ਵੀ ਡਰੋਨ ਜਾਂ ਮਿਜ਼ਾਈਲਾਂ ਸਿੱਟੀਆਂ ਉਹ ਸਾਰੀਆਂ ਜਿੱਦਾਂ ਭਾਰਤ ਨੇ ਰੋਕੀਆਂ। ਵੀ ਉਹ ਭਾਰਤ ਕੋਲ ਜਿਹੜਾ 에ਅਰ ਡਿਫੈਂਸ ਸਿਸਟਮ ਆ ਉਹ ਪਾਕਿਸਤਾਨ ਦੇ ਮੁਕਾਬਲੇ ਤਕੜਾ ਸੀ। ਸੋ ਭਾਰਤ ਜਿਹੜਾ ਪਾਕਿਸਤਾਨ ਤੋਂ ਬਹੁਤ ਅੱਗੇ ਆ। ਸੋ ਜੇ ਭਾਰਤ 100% ਆ ਤਾਂ ਪਾਕਿਸਤਾਨ 25% ਆ। ਇਸੇ ਤਰ੍ਹਾਂ ਭਾਰਤ ਚੀਨ ਤੋਂ ਹੀ ਉਨਾ ਪਿੱਛੇ ਆ। ਚੀਨ ਜੇ 100% ਆ ਤੇ ਭਾਰਤ ਆ ਜਿਹੜਾ ਉਹ 25% ਆ। ਜਿਹੜੀਆਂ ਸਾਡੇ ਕੋਲ ਰਿਪੋਰਟਾਂ ਨੇ ਉਹ ਦੱਸ ਰਹੀਆਂ ਨੇ ਵੀ ਚੀਨ ਲਗਾਤਾਰ ਆਪਣੇ ਸੈਟੇਲਾਈਟਸ ਰਾਹੀਂ ਭਾਰਤ ਦੀ ਸਮੁੱਚੀ ਮਿਲਟਰੀ ਮੂਵਮੈਂਟ ਤੇ ਨਿਗਾਹ ਰੱਖ ਰਿਹਾ ਸੀ। ਸੋ ਇਜ਼ਰਾਈਲ ਦੀ ਲੌਬੀ ਸੀ ਜਿਹੜੀ ਭਾਰਤ ਦੇ ਹੱਕ ਵਿੱਚ ਡੋਨਾਲਡ ਟਰੰਪ ਨੂੰ ਪ੍ਰਭਾਵਿਤ ਕਰਦੀ ਸੀ, ਉਹ ਕਮਜ਼ੋਰ ਪਈ ਆ। ਚੀਨ ਦਾ ਦਾਖਲਾ ਔਰ ਇਜ਼ਰਾਈਲ ਦਾ ਪਿੱਛੇ ਹਟਣਾ ਜਿਹੜਾ ਭਾਰਤ ਲਈ ਕਾਫੀ ਦੁਖਦਾਈ ਸਾਬਤ ਹੋਇਆ ਔਰ ਭਾਰਤ ਨੂੰ ਜੰਗਬੰਦੀ ਲਈ ਜਿਹੜੀ ਅਪੀਲ ਕਰਨੀ ਪਈ ਆ। ਸੋ ਇਹ ਕਰਿਸ਼ਮਾ ਚੀਨ ਦੀ ਜਿਹੜੀ ਹੈਗੀ ਅੱਗੇ ਵਧਦੇ ਕਦਮ ਔਰ ਇਜ਼ਰਾਈਲ ਦੀਆਂ ਕਮਜ਼ੋਰੀਆਂ ਕਾਰਨ ਸਾਹਮਣੇ ਆਇਆ। ਪਾਕਿਸਤਾਨ ਦੀ ਨਿਊਕਲੀਅਰ ਜਿਹੜੀ ਐਕਟੀਵਿਟੀ ਹੈਗੀ ਆ, ਸੋ ਜਾਂ ਨਿਊਕਲੀਅਰ ਪਲਾਂਟਸ ਆ, ਉੱਥੇ ਤੱਕ ਭਾਰਤ ਦੀਆਂ ਮਿਜ਼ਾਈਲਾਂ ਜਿਹੜੀਆਂ ਪਹੁੰਚ ਗਈਆਂ ਸੀ। ਇਸ ਕਰਕੇ ਹੈਗਾ ਡੋਨਾਲਡ ਟਰੰਪ ਨੂੰ ਤੇ ਅਮਰੀਕਾ ਨੂੰ ਇੱਕਦਮ ਅੱਗੇ ਆਉਣਾ ਪਿਆ ਤਾਂ ਕਿ ਗੱਲ ਨਾ ਵਧੇ। ਸੋ ਜਿਹੜੇ ਪਾਕਿਸਤਾਨ ਦੇ ਹਮਾਇਤੀ ਪੱਤਰਕਾਰ ਉਹ ਇਹ ਕਹਿ ਰਹੇ ਵੀ ਭਾਰਤ ਪਾਕਿਸਤਾਨ ਨੂੰ ਉਕਸਾਉਣਾ ਚਾਹੁੰਦਾ ਸੀ। ਆਪਾਂ ਹਰਦੀਪ ਸਿੰਘ ਨਿੱਜਰ ਵਾਲੇ ਕੇਸ 'ਚ ਦੇਖਿਆ, ਹਾਂਜੀ, ਮੀਡੀਆ ਨੇ ਕਿਸ ਤਰ੍ਹਾਂ ਇੱਕ ਤਰ੍ਹਾਂ ਨਾਲ ਸਿੱਖਾਂ ਨੂੰ ਨੇਸ਼ਨ ਡਿਕਲੇਅਰ ਕਰਿਆ, ਸਿੱਖਾਂ ਦੀ ਗੱਲ ਆਉਣ ਲੱਗੀ, ਸਿੱਖਾਂ ਬਾਰੇ ਪੋਜ਼ਿਟਿਵ ਜਿਹੜੀ ਅਪਰੋਚ ਆ ਜਿਹੜੀ ਆਉਣ ਲੱਗੀ। ਹੁਣ ਮੀਡੀਆ ਆਪਣੇ ਆਪ ਤਾਂ ਇਹ ਨਹੀਂ ਸੀ ਕਰ ਰਿਹਾ ਨਾ। ਅਮਰੀਕਨ ਐਡਮਿਨਿਸਟ੍ਰੇਸ਼ਨ ਸੀਗਾ ਜਿਹੜਾ ਉਹਨਾਂ ਨੂੰ ਇੰਸਟਰਕਟ ਕਰ ਰਿਹਾ ਸੀਗਾ ਵੀ ਪ੍ਰੋ ਸਿੱਖ ਜਿਹੜੀ ਰਿਪੋਰਟਿੰਗ ਕਰੋ। ਸੋ ਇਹ ਤਾਕਤਾਂ ਨੇ ਕੀ ਖੇਡਾਂ ਖੇਡਣੀਆਂ ਨੇ ਹਨਾ। ਸੋ ਅੱਜ ਚੀਨ ਦਾ ਫੇਰ ਆ ਗਿਆ ਵੀ ਅਰੁਣਾਚਲ ਪ੍ਰਦੇਸ਼ ਆ ਜਿਹੜਾ ਉਹਨਾਂ ਨੇ ਨਾਂ ਦੇਤਾ ਉਹਦਾ ਨਵਾਂ। ਇਸ ਕਰਕੇ ਇਹ ਤਾਂ ਹੁਣ ਪਾਕਿਸਤਾਨ ਆਕੂਪਾਈਡ ਕਸ਼ਮੀਰ ਲੈਣ ਨੂੰ ਫਿਰਦੇ ਆ ਤੇ ਉਧਰੋਂ ਇੱਕ ਤਾਂ ਚੀਨ ਇੱਧਰ ਵੈਸਟਰਨ ਫਰੰਟ ਤੇ ਆ ਕੇ ਖੜ ਗਿਆ ਹੋਇਆ। ਜਦੋਂ ਤੁਸੀਂ ਕਹਿੰਦੇ ਸੀਗੇ ਵੀ ਅਸੀਂ ਭਾਰਤ ਇੱਕ ਵੱਡੀ ਸ਼ਕਤੀ ਬਣਨ ਜਾ ਰਿਹਾ ਹੈਗਾ, ਸੋ ਵੱਡੀ ਸ਼ਕਤੀ ਦਾ ਤੁਸੀਂ ਪਿਛਲੇ 10 ਸਾਲਾਂ ਤੋਂ ਮੁਜ਼ਾਹਰਾ ਕਰ ਰਹੇ ਹੋ। ਸੋ ਫਿਰ ਜਦੋਂ ਡੋਨਾਲਡ ਟਰੰਪ ਦੀ ਇੱਕੋ ਘੁਰਕੀ ਦੇ ਅੱਗੇ ਤੁਸੀਂ ਇੱਕਦਮ ਹਥਿਆਰ ਸੁੱਟ ਦਿੰਦੇ ਹੋ, ਸੋ ਫਿਰ ਉਹ ਸਵਾਲ ਉੱਠ ਰਿਹਾ ਵੀ ਵੱਡਾ ਕੌਣ ਹੈਗਾ ਨਾ, ਏਸ਼ੀਆ 'ਚ ਵੱਡਾ ਕੌਣ ਹੈਗਾ। ਚੀਨ ਦੀ ਚੁਣੌਤੀ ਇਹ ਸੀ, ਚੀਨ ਨੂੰ ਇਹ ਲੱਗਦਾ ਸੀ ਵੀ ਜੇ ਅੱਜ ਪਾਕਿਸਤਾਨ ਹਾਰ ਗਿਆ, ਭਾਰਤ ਦੀ ਸੁਪਰੀਮੇਸੀ ਹੋ ਜਾਂਦੀ ਆ ਤਾਂ ਫਿਰ ਏਸ਼ੀਆ ਵਿੱਚ ਤਾਂ ਭਾਰਤ ਦੀ ਸੁਪਰੀਮੇਸੀ ਮੰਨੀ ਜਾਊਗੀ ਨਾ। ਸੋ ਚੀਨ ਨੂੰ ਆਪਣੀ ਸੁਪਰੀਮੇਸੀ ਦੀ ਸੀ ਇਹ ਦਰਸਾ ਦਿੱਤਾ ਵੀ ਘੱਟੋ ਘੱਟ ਏਸ਼ੀਆ ਵਿੱਚ, ਜੇ ਵਰਲਡ ਲੈਵਲ ਤੇ ਹਾਲੇ ਅਮਰੀਕਾ ਪਾਵਰਫੁਲ ਸ਼ਕਤੀ ਹੈਗੀ ਆ, ਏਸ਼ੀਆ ਵਿੱਚ ਚੀਨ ਵੱਡੀ ਸ਼ਕਤੀ ਹੈਗੀ ਆ। ਸੋ ਭਾਰਤ ਦੀ ਜਿਹੜੀ ਹੈਗੀ ਕ੍ਰੈਡੀਬਿਲਿਟੀ ਆ ਜਿਹੜੀ ਉਹ ਬਹੁਤ ਵੱਡੀ ਢੰਗ ਨਾਲ ਡੈਮੇਜ ਹੋਈ ਆ। ਪ੍ਰੈਸ ਕਾਨਫਰੰਸ ਹੋਈ ਆ ਭਾਰਤ ਦੇ ਅਧਿਕਾਰੀਆਂ ਵੱਲੋਂ, ਉੱਥੇ ਇੱਕ ਪੱਤਰਕਾਰ ਨੇ ਪੁੱਛਿਆ ਵੀ ਦੱਸਿਆ ਜਾਵੇ ਵੀ ਤੁਹਾਡੇ ਕਿੰਨੇ ਜਹਾਜ਼ ਡਿੱਗੇ ਆ, ਵੀ ਕੋਈ 5 ਕਹਿ ਰਿਹਾ, ਕੋਈ 7 ਕਹਿ ਰਿਹਾ ਹੈਗਾ। ਉਸ ਆਫੀਸਰ ਨੇ ਜਿਹੜਾ ਸੀਨੀਅਰ ਭਾਰਤੀ ਫੌਜ ਦਾ ਆਫੀਸਰ ਆ ਉਹਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਉਹ ਕਹਿੰਦਾ ਵੀ losses are the part of this game। ਚੀਨ ਦੀ ਜਿਹੜੀ PL-15 ਮਿਜ਼ਾਈਲ ਹੈਗੀ ਆ ਉਹ ਬਹੁਤ ਕੈਪੇਬਲ ਆ। ਉਹਦਾ ਵੀ ਜਦੋਂ ਐਨਮੀ ਦੇ 에ਅਰਕ੍ਰਾਫਟ ਨੇੜੇ ਆ ਜਾਵੇ ਉਦੋਂ ਨਹੀਂ ਇਹ ਕਰਦੀ ਸੈਂਸ, ਇਹ ਤਾਂ ਜਦੋਂ ਐਨਮੀ ਦਾ 에ਅਰਕ੍ਰਾਫਟ ਆਪਣੇ ਬੇਸ ਤੋਂ ਉੜਦਾ ਹੀ ਆ ਉਦੋਂ ਹੀ ਉਹਨੂੰ ਫੜ ਲੈਂਦੀ ਆ। ਸੋ ਇੱਕ ਮਿਜ਼ਾਈਲ ਆ ਜਿਹੜੀ ਦਿੱਲੀ ਤੇ ਦਾਗੀ ਗਈ ਸੀ, ਉਹ ਪਾਣੀਪਤ ਕੋਲ ਜਾ ਕੇ ਡਾਇਫਿਊਜ਼ ਹੋਈ ਹਨਾ। ਸੋ ਬਹੁਤ ਨੇੜੇ ਜਾ ਕੇ ਤੁਸੀਂ ਨਾ ਮਤਲਬ ਕਿ ਉਹ ਕਿਉਂਕਿ ਜਿੰਨੀ ਤੇਜ਼ੀ ਨਾਲ ਉਹ ਚੱਲਦੀ ਆ, ਸੋ ਮਨ ਲੱਗਦੀ ਆ ਵੀ ਇੱਕ ਅੱਧਾ ਮਿੰਟ ਹੀ ਦੂਰ ਸੀ ਦਿੱਲੀ ਤੋਂ। ਕਹਿੰਦਾ ਸ਼ਕਤੀ ਜਦੋਂ ਮਿਲੀ ਹੋਈ ਨਾ ਹੋਵੇ ਤਾਂ ਉਹ ਡਰਾਵਾ ਰੱਖਦੀ ਹੈ, ਪਰ ਜਦੋਂ ਬਿਨਾਂ ਜ਼ਰੂਰਤ ਤੋਂ ਇਸ ਦਾ ਮੁਜ਼ਾਹਰਾ ਕਰੀ ਜਾਵੋ ਤਾਂ ਇਸ ਦੀਆਂ ਸੀਮਤਾਈਆਂ ਸਾਹਮਣੇ ਆ ਜਾਂਦੀਆਂ। ਉਹ ਕਹਿੰਦਾ ਵੀ ਭਾਰਤੀ 에ਅਰ ਫੋਰਸ ਦੀਆਂ ਇਹਦੇ ਨਾਲ ਸੀਮਤਾਈਆਂ ਤੇ ਫੌਜ ਦੀਆਂ ਜਿਹੜੀਆਂ ਹੈਗੀਆਂ ਸਾਹਮਣੇ। ਕਹਿ ਰਿਹਾ ਵੀ ਅਰੁਣਾਚਲ ਪ੍ਰਦੇਸ਼ ਮੇਰਾ ਹੈਗਾ, ਜਿਸ ਤਰ੍ਹਾਂ ਭਾਰਤ ਕਹਿੰਦਾ ਵੀ ਪਾਕਿਸਤਾਨ ਆਕੂਪਾਈਡ ਕਸ਼ਮੀਰ ਮੇਰਾ ਹੈਗਾ। ਸੋ ਕੀ ਭਾਰਤ ਇੰਨੀ ਸਮੂਥਲੀ ਅਰੁਣਾਚਲ ਪ੍ਰਦੇਸ਼ ਚੀਨ ਨੂੰ ਦੇ ਦੇਗਾ ਜਿੰਨੀ ਸਮੂਥਲੀ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਆਪਣੇ ਹੱਥਾਂ ਕਬਜ਼ੇ ਵਿੱਚ ਲੈਣਾ ਚਾਹੁੰਦਾ ਹੈ? ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਜੀਓਪੋਲਿਟੀਕਲ ਲੈਂਸ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਉੱਘੇ ਪੱਤਰਕਾਰ ਅਤੇ ਲੇਖਕ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਜੀ। ਸੋ ਆਪਾਂ ਪਿਛਲੇ ਵੀਕ ਵੀ ਜਿਹੜੀ ਉਹ ਗੱਲਬਾਤ ਕੀਤੀ ਸੀ ਜੋ ਭਾਰਤ ਪਾਕਿਸਤਾਨ ਦੇ ਦਰਮਿਆਨ ਉਦੋਂ ਹੋਇਆ, ਪਰ ਉਸ ਦੇ ਲੈ ਕੇ ਹੁਣ ਤੱਕ
ਹੋਰ ਵੀ ਬਹੁਤ ਸਾਰੇ ਜਿਹੜੇ ਘਟਨਾਕ੍ਰਮ ਆ ਉਹ ਅਨਫੋਲਡ ਹੋ ਗਏ ਆ। ਸਥਿਤੀ ਜਿਹੜੀ ਆ ਉਹ ਇੱਕਦਮ ਆਪਣੇ ਸਿਰ ਦੇ ਉੱਤੇ ਜਿਹੜੀ ਉਹ ਪਲਟ ਚੁੱਕੀ ਹੈਗੀ ਆ। ਇਹ ਸਾਰੀਆਂ ਚੀਜ਼ਾਂ ਦਾ ਕੀ ਮਤਲਬ ਆ, ਅੱਗੇ ਭਵਿੱਖ ਦੇ ਵਿੱਚ ਕੀ ਹੋ ਸਕਦਾ, ਕੀ ਕਿਆਸ ਰਹੀਆਂ ਨੇ, ਉਹ ਸਭ ਦੇ ਐਨਾਲਿਸਿਸ ਦੇ ਲਈ, ਉਹ ਸਭ ਦੇ ਵਿਸ਼ਲੇਸ਼ਣ ਦੇ ਲਈ ਆਪਣੇ ਨਾਲ ਸਰਦਾਰ ਅਵਤਾਰ ਸਿੰਘ ਜੀ ਇੱਕ ਵਾਰੀ ਫਿਰ ਜੁੜੇ ਨੇ। ਤੇ ਸ਼ੁਰੂਆਤ ਅਵਤਾਰ ਸਿੰਘ ਜੀ ਇਸੇ ਗੱਲ ਤੋਂ ਕਰ ਲੈਂਦੇ ਆ। ਜਦੋਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ, ਉਦੋਂ ਭਾਰਤ ਨੇ ਅਜੇ ਸਿਰਫ ਪਾਕਿਸਤਾਨ ਦੇ ਕੁਝ ਟਿਕਾਣਿਆਂ ਤੇ ਹਮਲਾ ਕੀਤਾ ਸੀ। ਪਾਕਿਸਤਾਨ ਵਾਲੇ ਕਹਿੰਦੇ ਵੀ ਅਸੀਂ ਜਹਾਜ਼ ਸਿੱਟ ਤੇ, ਫਿਰ ਮਜ਼ਾਈਲਾਂ ਦਾ ਰੌਲਾ ਜਿਹੜਾ ਉਹ ਪਿਆ। ਕਈ ਦਿਨ ਜਿਹੜਾ ਆ ਉਹ ਰੌਲਾ ਰੱਪਾ ਪੈਂਦਾ ਰਿਹਾ। ਪੰਜਾਬ ਦੇ ਬਾਰਡਰ ਇਲਾਕੇ ਤੋਂ ਲੋਕਾਂ ਦਾ ਪਲਾਇਨ ਵੀ ਸ਼ੁਰੂ ਹੋ ਗਿਆ। ਲੋਕਾਂ ਨੇ ਕਈ ਤਰੀਕੇ ਦੀਆਂ ਗੱਲਾਂ ਦੇਖੀਆਂ। ਰਾਤਾਂ ਨੂੰ ਆਪਾਂ ਉੱਡਦੀਆਂ ਮਜ਼ਾਈਲਾਂ, ਬਲੈਕ ਆਊਟਾਂ, ਬਹੁਤ ਕੁਛ ਜਿਹੜਾ ਉਹ ਆਇਆ। ਫਿਰ ਅਚਨਚੇਤੇ ਜਿਹੜੇ ਡੋਨਲਡ ਟਰੰਪ ਆ ਉਹ ਇਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਕੁੱਦਦੇ ਆ ਤੇ ਐਲਾਨ ਕਰ ਦਿੰਦੇ ਆ ਜੀ ਭਾਰਤ ਤੇ ਪਾਕਿਸਤਾਨ ਦੀ ਲੜਾਈ ਦੀ ਹੋ ਗਈ ਆ ਜੀ ਜੰਗਬੰਦੀ। ਇਸ ਨੇ ਸਭ ਨੂੰ ਹੀ ਹੈਰਾਨ ਕਰ ਦਿੱਤਾ। ਕੀ ਕਾਰਨ ਰਹੇ? ਹਾਂਜੀ ਹਾਂਜੀ, ਸੋ ਪਿਛਲੇ ਹਫਤੇ ਜਦੋਂ ਆਪਾਂ ਦੇਖਿਆ ਵੀ ਪਹਿਲੀਆਂ ਜਿਹੜੀਆਂ ਮਿਜ਼ਾਈਲਾਂ ਦੇ ਅਟੈਕ ਆ ਉਹ ਭਾਰਤ ਤੇ ਹੋ ਚੁੱਕੇ ਸੀ। ਸੋ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਮੇਰੀ ਇੱਕ ਡਿਪਲੋਮੈਟਿਕਲੀ ਵੀ ਜਿੰਨਾ ਕੁ ਮੈਂ ਹਾਲਾਤ ਨੂੰ ਜਾਂ ਪੋਲਿਟਿਕਸ ਨੂੰ ਸਮਝਦਾ, ਤਾਂ ਉਹਨਾਂ ਤੋਂ ਕੁਝ ਦਿਨ ਪਹਿਲਾਂ ਅਸੀਂ ਕਾਫੀ ਸਾਰੇ ਸੱਜਣ ਇਕੱਠੇ ਹੋਏ ਸੀ। ਉਹ ਮੈਨੂੰ ਵਾਰ-ਵਾਰ ਪੁੱਛਦੇ ਵੀ ਸੀ ਜੰਗ ਲੱਗੂਗੀ ਕਿ ਨਹੀਂ ਲੱਗੂ। ਸੋ ਜੀ। ਮੇਰਾ ਉਦੋਂ ਮੰਨਣਾ ਸੀਗਾ ਵੀ ਜੰਗ ਨਹੀਂ ਲੱਗੇਗੀ, ਹਨਾ ਵੀ ਹੂੰ, ਜੰਗ, ਮੈਂ ਉਹਨਾਂ ਨੂੰ ਤਰਕ ਦਿੱਤਾ ਸੀਗਾ ਵੀ ਜੰਗ ਲਾਉਣੀ ਬਹੁਤ ਸੌਖੀ ਆ, ਜੰਗ ਖਤਮ ਕਰਨੀ ਬਹੁਤ ਔਖੀ ਆ। ਜਦੋਂ ਤੁਸੀਂ ਜੰਗ ਲਾ ਲੈਂਦੇ ਹੋ ਉਹ ਤੋਂ ਬਾਅਦ ਜੰਗ ਦਾ ਪਤਾ ਨਹੀਂ ਹੁੰਦਾ ਵੀ ਜੰਗ ਨੇ ਕਿੱਧਰ ਨੂੰ ਖਿੱਲਰ ਜਾਣਾ। ਸੋ ਜੀ, ਜੀ। ਉਹ ਜੀ ਭਾਰਤ ਤੇ ਪਾਕਿਸਤਾਨ ਦੀਆਂ ਇਹਨਾਂ ਝੜਪਾਂ ਤੇ ਛੋਟੀ ਜਿਹੀ ਜੰਗ ਦਾ ਜਿਹੜਾ ਉਹ ਇੱਕਦਮ ਹੋਇਆ ਵੀ ਭਾਰਤ ਨੇ ਬੇਸ਼ੱਕ ਜੰਗ ਲਾ ਲਈ, ਤੇ ਠੀਕ ਆ, ਕਿਉਂਕਿ ਉਹਨਾਂ ਦੇ ਬੰਦੇ ਮਾਰੇ ਗਏ ਸੀਗੇ ਉੱਥੇ। ਜੋ ਕੁਝ ਵੀ ਹੋਇਆ ਉਹਨਾਂ ਨੇ ਆਪਣੇ ਜਿਹੜੇ ਲੋਕਾਂ ਦਾ ਇੱਕ ਗੁੱਸਾ ਹੈ ਉਹਨੂੰ ਵੀ ਕਿਤੇ ਨਾ ਕਿਤੇ ਸਾਇਲੈਂਟ ਕਰਨਾ ਸੀ। ਸੋ ਸ਼ਾਂਤ। ਜਿਹੜੀਆਂ ਪਹਿਲੀਆਂ ਸਟ੍ਰਾਈਕਸ ਹੋਈਆਂ ਉਹ ਤਾਂ ਇੱਕ ਤਰ੍ਹਾਂ ਨਾਲ ਕਿਸੇ ਤਰ੍ਹਾਂ ਮੰਨੀਆਂ ਜਾ ਸਕਦੀਆਂ, ਹਾਲਾਂਕਿ ਉਹ ਵੀ ਪਾਕਿਸਤਾਨ ਦੀ ਸੋਵਰੈਨਿਟੀ ਦਾ ਅੰਦਰ ਜਾ ਕੇ ਜਿਹੜੀਆਂ ਨੇ ਵੀ ਉਹ ਕੀਤੀਆਂ ਗਈਆਂ। ਪਾਕਿਸਤਾਨ ਆਵਾਜ਼ ਉਠਾ ਸਕਦਾ ਸੀ, ਹਨਾ। ਪਰ ਉਸ ਤੋਂ ਬਾਅਦ ਜਦੋਂ 2 ਦਿਨਾਂ ਤੋਂ ਬਾਅਦ ਦੁਬਾਰੇ ਕੰਮ ਸ਼ੁਰੂ ਕਰ ਲਿਆ ਤਾਂ ਉਹ ਸੀਗਾ ਵੀ ਉਹਦੇ ਫਿਰ ਬਹੁਤ ਸਾਰੇ ਫਰੰਟ ਆ ਜਿਹੜੇ ਖੁੱਲਣ ਲੱਗੇ, ਜਿਹੜਾ ਕਿ ਆਪਾਂ ਅੱਗੇ ਜਾ ਕੇ ਵਿਸਥਾਰ ਵਿੱਚ ਗੱਲ ਕਰਾਂਗੇ ਹੈਗੇ। ਸੋ ਇੱਥੇ ਇੱਕ ਗੱਲ ਮੈਂ ਚਿਤਾਰ ਦਿਆਂ ਵੀ ਭਾਰਤ ਨੇ ਜਿਹੜੇ ਪਹਿਲੇ ਦਿਨ ਬੰਬਾਰਡਮੈਂਟ ਕੀਤੀ ਉਹ ਮੁੱਲਾ ਉਮਰ ਦੀ ਜਿਹੜੀ ਉੱਥੇ, ਸੌਰੀ ਦੂਸਰੇ ਦੀ, ਅਜ਼ਹਰ ਮਸੂਦ ਦੀ ਜਿਹੜੀ ਮਸਜਿਦ ਆ ਉਹ ਢਾਈ ਤੇ ਕੁਝ ਹੋਰ ਇਲਾਕੇ ਢਾਏ। ਵੀ ਜਿੰਨੀ ਪ੍ਰਸੀਸ਼ਨ ਨਾਲ, ਜਿੰਨੀ ਆਪਾਂ ਕਹਿ ਸਕਦੇ ਸਪਸ਼ਟਤਾ ਨਾਲ ਨਿਸ਼ਾਨੇ ਫੁੰਡੇ ਆ ਉਹਦੇ ਵਿੱਚ ਭਾਰਤੀ ਹਵਾਈ ਫੌਜ ਦੀ ਇੱਕ ਤਰ੍ਹਾਂ ਨਾਲ ਉਹ ਇਹ ਕੈਪੇਬਿਲਿਟੀ ਆ ਜਿਹੜੀ ਉਹ ਸਾਹਮਣੇ ਆਉਂਦੀ ਸੀ। ਸੋ ਉਹ ਤੋਂ ਬਾਅਦ ਆ ਜਿਹੜੀ 2 ਦਿਨਾਂ ਬਾਅਦ ਜੰਗ ਲੱਗੀ ਆ ਉਹਦੇ ਚ ਵੀ ਤੁਸੀਂ ਦੇਖੋ ਵੀ ਭਾਰਤ ਨੇ ਜਿਹੜੀਆਂ ਮਿਜ਼ਾਈਲਾਂ ਪਾਕਿਸਤਾਨ ਤੇ ਸਿੱਟੀਆਂ ਉਹ ਪਾਕਿਸਤਾਨ ਵੱਲੋਂ ਬਹੁਤੀਆਂ ਰੋਕੀਆਂ ਨਹੀਂ ਗਈਆਂ, ਪਰ ਜਿਹੜੀਆਂ ਪਾਕਿਸਤਾਨ ਨੇ ਜਿੰਨੇ ਵੀ ਡਰੋਨ ਜਾਂ ਮਿਜ਼ਾਈਲਾਂ ਸਿੱਟੀਆਂ ਉਹ ਸਾਰੀਆਂ ਜਿੱਦਾਂ ਭਾਰਤ ਨੇ ਰੋਕੀਆਂ। ਵੀ ਉਹ ਕੋਈ ਵੀ ਕਿਸੇ ਨੇ ਡੈਮੇਜ ਨਹੀਂ ਕਰਿਆ। ਸਿਰਫ ਪੁੰਛ ਦੇ ਇਲਾਕੇ ਵਿੱਚ ਜਿਹੜੇ ਉਹ 1-2 ਜਿਹੜੀਆਂ ਰਾਕਟ ਲਾਂਚਰਾਂ ਰਾਹੀਂ ਜਿਹੜੇ ਹਮਲੇ ਹੋਇਆ ਉਹਦੇ ਵਿੱਚ ਕੁਝ ਬੰਦੇ ਮਾਰੇ ਗਏ ਆ, ਪਰ ਪੰਜਾਬ ਵਿੱਚ ਜਿੰਨੇ ਵੀ ਤੁਸੀਂ ਦੇਖੋ ਮਿਜ਼ਾਈਲਾਂ ਜਾਂ ਅਟੈਕ ਹੋਏ ਆ ਸਾਰੇ ਦੇ ਸਾਰੇ ਭਾਰਤ ਨੇ ਰੋਕੇ। ਇਟ ਮੀਨਸ ਭਾਰਤ ਕੋਲ ਜਿਹੜਾ 에ਅਰ ਡਿਫੈਂਸ ਸਿਸਟਮ ਆ ਉਹ ਪਾਕਿਸਤਾਨ ਦੇ ਮੁਕਾਬਲੇ ਤਕੜਾ ਸੀ। ਸੋ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਵੀ ਭਾਰਤ ਜਿਹੜਾ ਪਾਕਿਸਤਾਨ ਤੋਂ ਬਹੁਤ ਅੱਗੇ ਆ। ਸੋ ਜੇ ਭਾਰਤ 100% ਆ ਤਾਂ ਪਾਕਿਸਤਾਨ 25% ਆ। ਇਸੇ ਤਰ੍ਹਾਂ ਭਾਰਤ ਚੀਨ ਤੋਂ ਹੀ ਉਨਾ ਪਿੱਛੇ ਆ। ਚੀਨ ਜੇ 100% ਆ ਤੇ ਭਾਰਤ ਆ ਜਿਹੜਾ ਉਹ 25% ਆ। ਸੋ ਭਾਰਤ ਨੇ ਜਦੋਂ ਪਾਕਿਸਤਾਨ ਨਾਲ ਸਿੱਧੀ ਲੜਾਈ ਸੀ ਤਾਂ ਭਾਰਤ ਨੇ ਆਪਣੀ ਕੈਪੇਬਿਲਿਟੀਜ਼ ਨੂੰ ਦਿਖਾਇਆ ਹੈਗਾ। ਸੋ ਹੁਣ ਮੇਰੇ ਕੋਲ ਇੱਕ ਵੀਡੀਓ ਹੈਗੀ ਆ ਜਿਹੜੀ ਕਿ ਮੈਂ ਹਲੇ ਉਹਦੀ ਪੁਸ਼ਟੀ ਨਹੀਂ ਕਰ ਸਕਦਾ, ਉਹ ਕਿਸੇ ਪਾਕਿਸਤਾਨੀ ਨੇ ਬਣਾਈ ਹੋਈ ਆ। ਜਿਹੜੇ ਇਹਨਾਂ ਦੀ ਨਿਊਕਲੀਅਰ ਫੈਸਿਲਿਟੀ ਆ ਪਾਕਿਸਤਾਨ ਦੀ ਰਾਇਸਾਨਾ ਹਿਲਸ ਦੇ ਉਹਦੇ ਲਾਗੇ ਵੀ ਜਿਹੜੀਆਂ ਨੇ ਮਿਜ਼ਾਈਲਾਂ ਡਿੱਗੀਆਂ ਨੇ, ਉੱਥੋਂ ਧੂੰਆਂ ਉੱਠ ਰਿਹਾ। ਉਹ ਬੰਦਾ ਕਮੈਂਟਰੀ ਕਰ ਲਿਆ ਵੀ ਸਰਗੋਧੇ ਦੇ ਲਾਗੇ ਰਾਇਸਾਨਾ ਹਿਲਸ ਵਿੱਚ ਜਿਹੜੀ ਹੈਗੀ ਆ ਇਹ ਮਿਜ਼ਾਈਲਾਂ ਡਿੱਗੀਆਂ ਨੇ। ਇਟ ਮੀਨਸ ਭਾਰਤ ਬਹੁਤ ਡੀਪ ਤੱਕ ਆ ਜਿਹੜਾ ਉੱਥੇ ਪਹੁੰਚ ਗਿਆ ਹੋਇਆ ਸੀ ਜਦੋਂ ਤੱਕ ਕਿ ਚਾਈਨਾ ਦੀ ਐਂਟਰੀ ਨਹੀਂ ਸੀ ਹੋਈ, ਹਨਾ। ਸੋ ਲਗਾਤਾਰ ਹਮਲੇ, ਈਵਨ ਤੁਸੀਂ ਜੇ ਵੀਡੀਓ ਦੇਖੀਆਂ ਹੁਣ ਸ਼ੇਖੂਪੁਰੀ ਦਾ ਇੱਕ ਬਾਜ਼ਾਰ ਆ ਉਹ ਗਾਜ਼ਾ ਵਾਂਗ ਤਬਾਹ ਹੋਇਆ ਜਿੱਦਾਂ ਨਾ, ਉਹਦੀਆਂ ਬਹੁਤ ਸਾਰੀਆਂ ਵੀਡੀਓਜ਼ ਆਈਆਂ ਨੇ। ਬਹੁਤ ਲੰਮੇ ਥਾਂ ਤੱਕ ਜਿਹੜੀ ਹੈਗੀ ਸ਼ੇਖੂਪੁਰੇ ਦਾ ਬਾਜ਼ਾਰ ਆ ਜਿਹੜਾ ਉਹ ਤਬਾਹ ਹੋਇਆ, ਤੇ ਜਿਹੜੀਆਂ ਆਜ਼ਾਦ ਕਸ਼ਮੀਰ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਤਬਾਹੀ ਹੋਈ ਆ। ਸੋ ਇੱਥੇ ਹੈਗਾ ਵੀ ਭਾਰਤ ਦੀ ਪਾਕਿਸਤਾਨ ਦੇ ਮੁਕਾਬਲੇ ਕੈਪੇਬਿਲਿਟੀ ਆ ਜਿਹੜੀ ਉਹ ਸਾਹਮਣੇ ਆਉਂਦੀ ਹੈਗੀ ਆ। ਪਰ ਜਿਉਂ ਹੀ ਉਹਦੇ ਵਿੱਚ ਚੀਨ ਦਾਖਲ ਹੁੰਦਾ ਤਾਂ ਫਿਰ ਇਹ ਆਉਂਦਾ ਹੈਗਾ ਵੀ ਕਿਉਂਕਿ ਜਿਹੜੀ CNN ਦੀ ਰਿਪੋਰਟ ਹੈਗੀ ਆ, ਸੋ CNN ਦੀ ਰਿਪੋਰਟ ਇਹ ਕਹਿੰਦੀ ਹੈ ਵੀ ਭਾਰਤ ਨੇ ਇੱਕਦਮ ਅਮਰੀਕਾ ਨੂੰ
ਜਿਹੜਾ ਹੈਗਾ ਵੀ ਬੇਨਤੀ ਕਰੀ ਵੀ ਸਾਡੀ ਜੰਗਬੰਦੀ ਕਰਾਈ ਜਾਵੇ। ਸੋ ਉਹ ਬਿਲਕੁਲ ਗੱਲ ਠੀਕ ਹੋਈ। ਪਾਕਿਸਤਾਨ ਦੇ ਮੁਕਾਬਲੇ ਭਾਰਤ ਬਹੁਤ ਤਾਕਤਵਰ ਹੈ, ਪਰ ਚੀਨ ਦੇ ਮੁਕਾਬਲੇ ਭਾਰਤ ਉਨਾ ਹੀ ਕਮਜ਼ੋਰ ਆ ਜਿੰਨਾ ਭਾਰਤ ਦੇ ਮੁਕਾਬਲੇ ਪਾਕਿਸਤਾਨ ਕਮਜ਼ੋਰ ਹੈਗਾ। ਸੋ ਐਜ਼ ਸੂਨ ਐਜ਼ ਚੀਨ ਆ ਜਿਹੜਾ ਜਿਹੜੀਆਂ ਸਾਡੇ ਕੋਲ ਰਿਪੋਰਟਾਂ ਨੇ ਉਹ ਦੱਸ ਰਹੀਆਂ ਨੇ ਵੀ ਚੀਨ ਲਗਾਤਾਰ ਆਪਣੇ ਸੈਟੇਲਾਈਟਸ ਰਾਹੀਂ ਭਾਰਤ ਦੀ ਸਮੁੱਚੀ ਮਿਲਟਰੀ ਮੂਵਮੈਂਟ ਤੇ ਨਿਗਾਹ ਰੱਖ ਰਿਹਾ ਸੀਗਾ। ਠੀਕ ਹੈ। ਘੱਟੋ ਘੱਟ 15-20 ਦਿਨ ਪਹਿਲਾਂ ਤੋਂ ਹਨਾ, ਜਿਸ ਦਿਨ ਤੋਂ ਪਹਿਲਗਾਮ ਅਟੈਕ ਹੋਇਆ, ਚੀਨ ਦੇ ਜਿਹੜੇ ਸੈਟੇਲਾਈਟਸ ਨੇ ਬਹੁਤ ਇੰਪਰੂਵਡ ਨੇ, ਬਹੁਤ ਟੈਕਨੀਕਲੀ ਐਡਵਾਂਸ ਹੈਗੇ। ਉਹਨਾਂ ਰਾਹੀਂ ਉਹ ਲਗਾਤਾਰ ਭਾਰਤ ਦੀ ਹਰ ਮਿਲਟਰੀ ਤੇ 에ਅਰਕ੍ਰਾਫਟ ਦੀ ਤੇ ਜਿਹੜੀ ਸਮੁੰਦਰੀ ਜਹਾਜ਼ਾਂ ਦੀ ਮੂਵਮੈਂਟ ਆ ਉਹਦੇ ਤੇ ਨਿਗਾਹ ਰੱਖ ਰਿਹਾ ਸੀ। ਉਹ ਪਾਕਿਸਤਾਨ ਨੂੰ ਕਹਿ ਵੀ ਰਿਹਾ ਸੀ ਵੀ ਤੁਹਾਡੇ ਖਿਲਾਫ ਵੱਡਾ ਹਮਲਾ ਹੋਣ ਜਾ ਰਿਹਾ, ਤੁਸੀਂ ਚੇਤੰਨ ਹੋ ਜਾਓ। ਪਰ ਪਾਕਿਸਤਾਨ ਵਾਲੇ ਆਪਾਂ ਦੇਖਿਆ ਵੀ ਉਹ ਕਰਪਸ਼ਨ ਤੇ ਹੋਰ ਸਾਰਾ ਕੁਝ ਕਰਕੇ ਤੇ ਇੱਕ ਲੀਡਰਸ਼ਿਪ ਦੀ ਕਮੀ ਹੋਣ ਕਰਕੇ ਉਹ ਵਿਸਲੇ ਸੀਗੇ। ਪਰ ਤੇ ਪਹਿਲੇ ਹਮਲੇ ਤਾਂ ਹੀ ਉਹਨਾਂ ਦੇ ਜਿੰਨੇ ਜ਼ੋਰਦਾਰ ਭਾਰਤ ਨੇ ਹਮਲੇ ਕੀਤੇ ਹੈਗੇ ਆ। ਸੋ ਉਹ ਹਮਲੇ ਜਿੱਦਾਂ ਇੱਕ ਤਰ੍ਹਾਂ ਨਾਲ ਪਾਕਿਸਤਾਨ ਦੀ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਰੀੜ੍ਹ ਦੀ ਹੱਡੀ ਤੋੜਨ ਦੀ ਕਾਬਲੀਅਤ ਰੱਖਦੇ ਸੀਗੇ, ਜੇ ਸਿੱਧੀ ਭਾਰਤ ਤੇ ਪਾਕਿਸਤਾਨ ਦੀ ਜੰਗ ਰਹਿਦੀ। ਪਰ ਜਦੋਂ ਚੀਨ ਨੂੰ ਲੱਗਿਆ ਵੀ ਹੁਣ ਇਹ ਚੁਣੌਤੀ ਵੱਡੀ ਹੋ ਜਾ ਰਹੀ ਹੈ, ਤਾਂ ਫਿਰ ਚੀਨ ਆ ਜਿਹੜਾ ਉਹ ਐਂਟਰ ਹੁੰਦਾ ਹੈਗਾ। ਤੇ ਫਿਰ ਇਸੇ ਕਰਕੇ ਜਿਹੜਾ ਹੈਗਾ ਭਾਰਤ, ਕਿਉਂਕਿ ਤੁਸੀਂ CNN ਦਾ ਜਿਹੜਾ ਰਿਪੋਰਟਰ ਹੈ, ਜੇ ਆਪਾਂ ਉਹਦੀ ਰਿਪੋਰਟ ਦੇਖੀ, ਉਹ ਕਹਿੰਦਾ ਵੀ ਵੈਨ ਦੀ ਬੈਰੇਜ ਆਫ ਮਿਜ਼ਾਈਲਸ ਅਟੈਕਡ ਇੰਡੀਆ, ਵੀ ਜਦੋਂ ਪਾਕਿਸਤਾਨ ਵੱਲੋਂ ਮਿਜ਼ਾਈਲਾਂ ਦਾ ਹੜ੍ਹ ਆਇਆ ਇੰਡੀਆ ਤੇ ਹਮਲੇ ਕਰਨ ਦਾ, ਤਾਂ ਫਿਰ ਜਿਹੜਾ ਹੈਗਾ ਇੰਡੀਆ ਨੇ ਮਾਰਕੋ ਰੂਬੀਓ ਤੇ ਡੋਨਾਲਡ ਟਰੰਪ ਦੇ ਨਾਲ ਸੰਪਰਕ ਕਰਿਆ ਵੀ ਜੰਗ ਬੰਦ ਕਰਵਾਈ ਜਾਵੇ। ਹਾਲਾਂਕਿ 48 ਘੰਟੇ ਪਹਿਲਾਂ JD ਵੈਂਸ ਆ ਜਿਹੜੇ ਇਹ ਕਹਿ ਰਹੇ ਹੈਗੇ ਆ ਵੀ ਇਟ ਇਜ਼ ਨਾਟ ਆਵਰ ਬਿਜ਼ਨਸ, ਲੈਟ ਦਮ ਹਨਾ। ਸੋ ਇਹ ਕਾਫੀ ਜਿਹੜੀਆਂ ਤਬਦੀਲੀਆਂ ਨੇ ਉਹ ਆਈਆਂ। ਸੋ ਚੀਨ ਦਾ ਪਾਕਿਸਤਾਨ ਦੀ ਹਮਾਇਤ ਵਿੱਚ ਆਉਣਾ ਤੇ ਭਾਰਤ ਦੇ ਇੱਕ ਵੱਡੇ ਹਮਾਇਤੀ ਜਿਹੜਾ ਇਜ਼ਰਾਈਲ ਆ ਉਹਦੇ ਡੋਨਾਲਡ ਟਰੰਪ ਨਾਲ ਰਿਸ਼ਤਿਆਂ ਵਿੱਚ ਜਿਹੜਾ ਤਿੜਕਣਾ ਸ਼ੁਰੂ ਹੋ ਗਿਆ ਹੋਇਆ। ਸੋ ਜਿਹੜੇ ਇਜ਼ਰਾਈਲ ਦੇ ਰਿਸ਼ਤੇ ਆ ਡੋਨਾਲਡ ਟਰੰਪ ਨਾਲ ਤਿੜਕਣੇ ਸ਼ੁਰੂ ਹੋ ਗਏ ਆ, ਬਹੁਤ ਕਮਜ਼ੋਰ ਰਿਸ਼ਤਿਆਂ ਵਿੱਚ ਇਸ ਵੇਲੇ। ਸੋ ਅੱਜ ਫੋਰਨ ਪਾਲਿਸੀ ਨੇ ਮੇਨ ਆਰਟੀਕਲ ਲਾਇਆ ਹੈਗਾ ਵੀ ਜਿਹੜਾ ਨੇਤਨਯਾਹੂ ਆ ਉਹ ਸਮਝਦਾ ਵੀ ਡੋਨਾਲਡ ਟਰੰਪ ਦੇ ਅਮਰੀਕਾ ਫਸਟ ਵਾਲੇ ਜਿਹੜੇ ਸਿਸਟਮ ਵਿੱਚ ਇਜ਼ਰਾਈਲ ਦਾ ਕੋਈ ਵੀ ਥਾਂ ਨਹੀਂ ਹੈ। ਸੋ ਆਪਾਂ ਦੇਖ ਰਹੇ ਹਾਂ ਵੀ ਮਿਡਲ ਈਸਟ ਵਿੱਚ ਜਦੋਂ ਡੋਨਾਲਡ ਟਰੰਪ ਗਏ ਆ, ਸਾਊਦੀ ਅਰੇਬੀਆ ਤੇ ਦੁਬਈ ਜਿਹੜੇ ਗਏ ਹੋਏ ਨੇ, ਉੱਥੇ ਕਿਸ ਤਰ੍ਹਾਂ ਉਹ ਮਿਡਲ ਈਸਟਰਨ ਲੀਡਰਸ ਨੂੰ ਮਿਲਦੇ ਆ। ਈਵਨ ਸੀਰੀਆ ਦੇ ਨਵੇਂ ਰਾਸ਼ਟਰਪਤੀ ਨੂੰ ਉਹਨਾਂ ਨੇ ਰੈਕਗਨਾਈਜ਼ ਕਰਿਆ, ਜਿਹੜਾ ਕਿ ਕਿਸੇ ਸਮੇਂ ਮਿਲੀਟੈਂਟ ਹੁੰਦਾ ਸੀ, ਉਹ ਤੋਂ ਪਾਬੰਦੀਆਂ ਹਟਾ ਲਈਆਂ ਨੇ। ਸੋ ਇੱਕ ਤਰ੍ਹਾਂ ਨਾਲ ਉਹ ਮਿਡਲ ਈਸਟ ਨੂੰ ਅਪੀਜ਼ ਕਰਨ ਲਈ ਦੀ ਜਿਹੜੀ ਕੋਸ਼ਿਸ਼ ਆ, ਉਹਦੇ ਵਿੱਚੋਂ ਇਜ਼ਰਾਈਲ ਆ ਜਿਹੜੇ ਪਿੱਛੇ ਪੈ ਗਿਆ। ਸੋ ਇਜ਼ਰਾਈਲ ਦੀ ਲੌਬੀ ਸੀ ਜਿਹੜੀ ਭਾਰਤ ਦੇ ਹੱਕ ਵਿੱਚ ਡੋਨਾਲਡ ਟਰੰਪ ਨੂੰ ਪ੍ਰਭਾਵਿਤ ਕਰਦੀ ਸੀ, ਉਹ ਕਮਜ਼ੋਰ ਪਈ ਆ। ਚੀਨ ਦਾ ਦਾਖਲਾ ਔਰ ਇਜ਼ਰਾਈਲ ਦਾ ਪਿੱਛੇ ਹਟਣਾ ਜਿਹੜਾ ਭਾਰਤ ਲਈ ਕਾਫੀ ਦੁਖਦਾਈ ਸਾਬਤ ਹੋਇਆ ਔਰ ਭਾਰਤ ਨੂੰ ਜੰਗਬੰਦੀ ਲਈ ਜਿਹੜੀ ਅਪੀਲ ਕਰਨੀ ਪਈ ਆ। ਸੋ ਇਹ ਕ੍ਰਿਸ਼ਮਾ ਚੀਨ ਦੀ ਜਿਹੜੀ ਹੈਗੀ ਅੱਗੇ ਵਧਦੇ ਕਦਮ ਔਰ ਇਜ਼ਰਾਈਲ ਦੀਆਂ ਕਮਜ਼ੋਰੀਆਂ ਕਾਰਨ ਸਾਹਮਣੇ ਆਇਆ ਜੀ। ਸੋ ਆਪਾਂ ਦੇਖ ਰਹੇ ਹਾਂ ਨਾ, ਮਤਲਬ ਜੀਓਪੋਲਿਟਿਕਲੀ ਬਹੁਤ ਜ਼ਿਆਦਾ ਉਥਲ-ਪੁਥਲ ਇਹਦਾ ਮਤਲਬ ਜਿਹੜੀ ਉਹ ਹੋਈ ਆ। ਅੱਛਾ, ਜਿੱਦਾਂ ਹੁਣ ਨਿਊਕਲੀਅਰ ਵਾਲੇ ਦੀ ਗੱਲ ਕਰਦੇ ਆ ਅਵਤਾਰ ਸਿੰਘ ਜੀ, ਇਹ ਤਾਂ ਫਿਰ ਇੱਕ ਰਿਸਕੀ ਮੂਵ ਨਹੀਂ ਹੋਊਗਾ ਇੰਡੀਆ ਦੇ ਪੱਖ ਤੋਂ ਵੀ, ਜੇ ਉਸ ਇਲਾਕੇ ਦੇ ਵਿੱਚ ਇਹ ਅਟੈਕ ਕਰਦੇ ਆ ਤੇ ਇਹਦੇ ਨਾਲ ਤੇ ਫਿਰ ਸਗੋਂ ਨਿਊਕਲੀਅਰ ਫਾਈਟ ਦੀ ਜਾਂ ਲੜਾਈ ਦੀ ਉਹਦੀ ਸੰਭਾਵਨਾ ਹੋਰ ਜ਼ਿਆਦਾ ਹੁੰਦੀ ਆ। ਹੁਣ ਉਹਦਾ ਇੰਡੀਅਨ 에ਅਰ ਫੋਰਸ ਕਹਿ ਤਾਂ ਰਹੀ ਆ ਵੀ ਉਹ ਨਕਾਰ ਰਹੀ ਹੈ ਇਸ ਗੱਲ ਨੂੰ ਵੀ ਕੋਈ ਰੇਡੀਓ ਐਕਟਿਵ ਲੀਕ ਨਹੀਂ, ਕੋਈ ਕੁਛ ਨਹੀਂ, ਕਿਉਂਕਿ ਇਹ ਵੀ ਚਰਚਾ ਚੱਲ ਰਹੀ ਵੀ ਅਮਰੀਕਾ ਵਾਲੇ ਸ਼ਾਇਦ ਉਸ ਨੂੰ ਟੈਸਟ ਜਿਹੜਾ ਉਹ ਕਰਨਗੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਫਿਰ ਕਿੱਦਾਂ ਜਿਹੜਾ ਉਹ ਆਪਾਂ ਦੇਖਦੇ ਆ ਕਿਵੇਂ ਆ ਵੀ ਇਹ ਤਾਂ ਫਿਰ ਹੋਰ ਜ਼ਿਆਦਾ ਉਕਸਾਉਣ ਵਾਲੀ ਗੱਲ ਬਣ ਜਾਂਦੀ। ਹਾਂਜੀ, ਉਕਸਾਉਣ ਵਾਲੀ ਉਹ ਸੀ। ਮੈਂ ਕੁਛ ਜਿਹੜੇ ਮੀਡੀਆ ਦੇ ਜਿਹੜੇ ਸੀਨੀਅਰ ਜਰਨਲਿਸਟ ਆ ਉਹਨਾਂ ਦੀ ਪੜ੍ਹ ਰਿਹਾ ਸੀ, ਉਹਨਾਂ ਇੱਕ ਆਰਟੀਕਲ ਮੈਂ ਪੜ੍ਹਿਆ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕਰਿਆ ਹੈਗਾ ਵੀ ਭਾਰਤ ਪਾਕਿਸਤਾਨ ਨੂੰ ਉਸ ਮੁੱਦੇ ਤੇ ਲੈ ਆਉਣਾ ਚਾਹੁੰਦਾ ਸੀ ਵੀ ਜਿੱਥੇ ਉਹ ਨਿਊਕਲੀਅਰ ਵਾਰਫੇਅਰ ਵਿੱਚ ਪੈਦਾ ਆ ਜਾਵੇ। ਉਹ ਉਕਸਾਉਣਾ ਚਾਹੁੰਦਾ ਸੀ ਪਾਕਿਸਤਾਨ ਨੂੰ ਤੇ ਮੁੜ ਕੇ ਨਿਊਕਲੀਅਰ ਵਾਰਫੇਅਰ ਦੇ ਰੌਲੇ ਚੋਂ ਪਾਕਿਸਤਾਨ ਨੂੰ ਦੁਨੀਆ ਤੋਂ ਬਿਲਕੁਲ ਆਈਸੋਲੇਟ ਕਰਨਾ ਚਾਹੁੰਦਾ ਸੀ। ਕਿਉਂਕਿ ਤੁਸੀਂ ਦੇਖੋ ਵੀ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਉਹਦੇ ਤੇ ਹਮਲੇ ਕਰਨ ਤੋਂ ਬਾਅਦ 2 ਦਿਨ ਜਿਹੜਾ ਆਰਾਮ ਰਿਹਾ ਹਨਾ, ਉਹ ਸਾਰੀ ਸਟ੍ਰੈਟਜੀ ਆ ਜਿਹੜੀ ਉਹ ਬਣਾਉਂਦੇ ਰਹੇ ਵੀ ਕਿੱਥੇ ਤੱਕ ਜਾਣਾ, ਕਿੰਨੇ ਹਮਲੇ ਕਰਨੇ ਆ। ਸੋ ਸਾਰੇ ਨਰਿੰਦਰ ਮੋਦੀ ਸਾਰੀਆਂ ਮੀਟਿੰਗਸ ਵਿੱਚ ਆਪ ਸ਼ਾਮਲ ਸੀ। ਸੋ ਨਰਿੰਦਰ ਮੋਦੀ ਦੀ ਸਹਿਮਤੀ ਤੋਂ ਬਿਨਾਂ ਇਹ ਨਹੀਂ ਸੀਗਾ ਵੀ ਅੱਗੇ ਵੱਧ ਸਕਦੇ ਸੀ। ਸੋ ਰਾਜਸਾਨਾ ਹਿੱਲ ਦਾ, ਕਿਉਂਕਿ ਇਹ ਵਾਸ਼ਿੰਗਟਨ ਪੋਸਟ ਨੇ ਵੀ ਕਵਰ ਕਰਿਆ। ਈਵਨ ਮੇਰਾ ਖਿਆਲ CNN ਨੇ ਵੀ, ਜਿਹੜਾ ਫਰੀਦ ਜ਼ਕਰੀਆ ਵਾਲਾ ਹੈਗਾ, ਫਰੀਦ ਜ਼ਕਰੀਆ ਦਾ ਸ਼ੋਅ ਜੇ ਤੁਸੀਂ ਦੇਖਦੇ ਹੋ, ਉਹਦੇ ਵਿੱਚ ਵੀ ਇਹ ਗੱਲ ਆਈ ਹੈਗੀ ਆ ਵੀ ਪਾਕਿਸਤਾਨ ਦੀ ਨਿਊਕਲੀਅਰ ਜਿਹੜੀ ਐਕਟੀਵਿਟੀ ਹੈਗੀ ਆ, ਸੋ ਜਾਂ ਨਿਊਕਲੀਅਰ ਪਲਾਂਟਸ ਆ, ਉੱਥੇ ਤੱਕ ਭਾਰਤ ਦੀਆਂ ਮਿਜ਼ਾਈਲਾਂ ਜਿਹੜੀਆਂ
ਪਹੁੰਚ ਗਈਆਂ ਸੀ। ਇਸ ਕਰਕੇ ਹੈਗਾ ਡੋਨਲਡ ਟਰੰਪ ਨੂੰ ਤੇ ਅਮਰੀਕਾ ਨੂੰ ਇੱਕਦਮ ਅੱਗੇ ਆਉਣਾ ਪਿਆ ਤਾਂ ਕਿ ਗੱਲ ਨਾ ਵਧੇ। ਸੋ ਜਿਹੜੇ ਪਾਕਿਸਤਾਨ ਦੇ ਹਮਾਇਤੀ ਪੱਤਰਕਾਰ ਉਹ ਇਹ ਕਹਿ ਰਹੇ ਵੀ ਭਾਰਤ ਪਾਕਿਸਤਾਨ ਨੂੰ ਉਕਸਾਉਣਾ ਚਾਹੁੰਦਾ ਸੀ ਤਾਂ ਕਿ ਉਹ ਨਿਊਕਲੀਅਰ ਵਾਰਫੇਅਰ ਦੇ ਵਿੱਚ ਸ਼ਾਮਲ ਹੋ ਜਾਵੇ ਤੇ ਉਹ ਪੂਰੀ ਤਰ੍ਹਾਂ ਦੁਨੀਆ ਤੋਂ ਆਈਸੋਲੇਟ ਹੋ ਜਾਵੇ, ਜਿਹੜਾ ਕਿ ਭਾਰਤ ਦਾ ਇੱਕ ਨਿਸ਼ਾਨਾ ਵੀ ਪਾਕਿਸਤਾਨ ਨੂੰ ਟੋਟਲੀ ਦੁਨੀਆ ਤੋਂ ਆਈਸੋਲੇਟ ਕਰ ਲਿਆ ਜਾਵੇ। ਸੋ ਇਹ ਗੱਲ ਤੁਹਾਡੀ ਠੀਕ ਹੈ ਵੀ ਹੁਣ ਭਾਰਤ ਨੇ ਕੀ ਸਟ੍ਰੈਟਜੀ ਅਪਣਾਈ ਕੀ ਨਹੀਂ, ਉਹ ਇੱਕ ਤਰ੍ਹਾਂ ਨਾਲ ਆਪਾਂ ਇੱਕ ਪੱਤਰਕਾਰ ਦੇ ਤੌਰ ਤੇ ਤਾਂ ਅੰਦਾਜ਼ੇ ਲਗਾ ਸਕਦੇ ਹਾਂ। ਉਹਨਾਂ ਦੀ ਅੰਦਰੂਨੀ ਆਪਣੀ ਕੋਈ ਇੰਨੀ ਪਹੁੰਚ ਨਹੀਂ ਹੈਗੀ ਵੀ ਉਹਨਾਂ ਦੀ ਅੰਦਰੂਨੀ ਜਿਹੜੀ ਕਾਰਵਾਈ ਹੈਗੀ ਵੀ ਉਹਦੇ ਤੱਕ ਆਪਾਂ ਨੂੰ ਕੋਈ ਜਾਣਕਾਰੀ ਮਿਲ ਸਕੇ। ਸੋ ਜੋ ਮੀਡੀਆ ਵਿੱਚ ਆ ਰਿਹਾ ਉਹਦੇ ਹਿਸਾਬ ਨਾਲ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਉੱਥੇ ਤੱਕ ਉਹਨਾਂ ਨੇ ਮਾਰ ਕਰਨ ਦਾ ਇੱਕ ਤਰ੍ਹਾਂ ਨਾਲ ਫੈਸਲਾ ਕਰ ਲਿਆ ਸੀ। ਜੀ ਬਿਲਕੁਲ। ਇਸੇ ਦੇ ਵਿੱਚ ਉਦਾਂ ਜੇ ਦੇਖਿਆ ਜਾਵੇ ਕੀ ਭਾਰਤ ਜਾਂ ਪਾਕਿਸਤਾਨ ਦੋਨਾਂ ਨੂੰ ਕਿਸੇ ਨੂੰ ਕਾਮਯਾਬੀ ਮਿਲੀ ਕਿਸੇ ਇੱਕ ਨੂੰ ਆਈਸੋਲੇਟ ਕਰਨ ਦੇ ਵਿੱਚ? ਜਿਹੜਾ ਪਾਕਿਸਤਾਨ ਵਾਲਾ ਆ ਉਹ 30 ਤੋਂ ਵੱਧ ਮੁਲਕਾਂ ਦਾ ਧੰਨਵਾਦ ਕਰਦਾ ਆ। ਮੋਦੀ ਹੁਣ ਲੇਟਲੀ ਜਦੋਂ ਆਦਮਪੁਰ ਜਾ ਕੇ ਬੋਲਦਾ ਆ ਉਹਦੇ ਕਿਸੇ ਮੁਲਕ ਦਾ ਨਾਮ ਨਹੀਂ ਜਿਹੜਾ ਉਹਦੇ ਵਿੱਚ ਜਿਹੜਾ ਲੈਂਦਾ, ਜਦ ਕਿ ਸੀਜ਼ ਫਾਇਰ ਦੀ ਗੱਲ ਆਪਾਂ ਟਰੰਪ ਦੇ ਮੂੰਹੋਂ ਸਭ ਤੋਂ ਪਹਿਲਾਂ ਜਿਹੜੀ ਉਹ ਸੁਣੀ ਆ। ਸੋ ਕੌਣ ਆਈਸੋਲੇਟ ਹੋਇਆ ਕੌਣ ਨਹੀਂ ਹੋਇਆ ਇਸ ਦੇ ਵਿੱਚ ਕਿੱਦਾਂ ਆ? ਹਾਂਜੀ ਹਾਂਜੀ। ਸੋ ਚਲੋ ਭਾਰਤ ਆ ਜਿਹੜੀ ਆਪਣੀ ਜਿਹੜੀ ਸਟ੍ਰੈਟਜੀ ਆ ਤੇ ਪਾਲਿਸੀ ਆ ਥੋੜੀ ਜਿਹੀ ਆਪਾਂ ਕਹਿ ਸਕਦੇ ਵੀ ਫੂਕ ਕੇ ਜਿਹੜਾ ਹੈਗਾ ਉਹ ਐਕਸਪੋਜ਼ ਕਰ ਰਿਹਾ ਹੈਗਾ। ਪਾਕਿਸਤਾਨ ਨੇ ਲਗਾਤਾਰ ਇੱਕ ਤਰ੍ਹਾਂ ਨਾਲ ਆਪ ਦੇ ਜਿਹੜੇ ਹਮਾਇਤੀ ਆ ਉਹਨਾਂ ਦੇ ਨਾਂ ਹੀ ਗਿਣਾਏ। ਹੁਣ ਪਤਾ ਨਹੀਂ ਉਹ ਹਮਾਇਤੀ ਉਹ ਸਾਰੇ ਹੈਗੇ ਨੇ ਜਾਂ ਜਸਟ ਉਹਨਾਂ ਨੇ ਨਾਂ ਹੀ ਗਿਣਾ ਦਿੱਤੇ ਆ, ਕਿਉਂਕਿ ਪਾਲਿਸੀ ਇਹ ਕਾਫੀ ਕੁਛ ਆ ਜਿਹੜਾ ਇਸ ਤਰ੍ਹਾਂ ਬਿਹਾਈਂਡ ਦੀ ਸੀਨ ਆ ਜਿਹੜਾ ਚੱਲਦਾ। ਸਿਰਫ ਇਹ ਕਹਿਣਾ ਹੁੰਦਾ, ਦੁਸ਼ਮਣ ਨੂੰ ਦੱਸਣਾ ਹੁੰਦਾ ਵੀ ਸਾਡੇ ਨਾਲ 30 ਮੁਲਕ ਖੜੇ ਹੈਗੇ ਆ। ਸੋ ਸਾਨੂੰ ਨਹੀਂ ਲੱਗਦਾ ਵੀ ਹਲੇ ਚੀਨ ਤੋਂ ਬਿਨਾਂ, ਹਾਂ ਤੁਰਕੀ ਦਾ ਆਇਆ ਸੀ, ਅਜ਼ਰਬਾਈਜਾਨ ਦਾ ਉਹਨਾਂ ਦੇ ਹੱਕ ਵਿੱਚ ਆਇਆ ਹੈਗਾ ਤੇ ਬੰਗਲਾਦੇਸ਼ ਦਾ, ਇਹ ਤਿੰਨਾਂ ਦੇ ਤਾਂ ਜਿੱਦਾਂ ਸਟੈਂਡਿੰਗ ਪੁਆਇੰਟ ਚੋਂ ਆਏ ਹੈਗੇ ਆ। ਸੋ ਬਾਕੀਆਂ ਦੇ ਕਿਉਂਕਿ ਬਿਹਾਈਂਡ ਦੀ ਸੀਨ ਡਿਪਲੋਮੇਸੀ ਆ। ਹਾਂ OIC ਨੇ ਆਪਾਂ ਪਿਛਲੀ ਵਾਰੀ ਵੀ ਕਿਹਾ ਸੀ, ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼ ਨੇ, ਉਹਨਾਂ ਨੇ ਜਿਹੜੀ ਹੈਗੀ ਆ ਪਾਕਿਸਤਾਨ ਦੀ ਹਮਾਇਤ ਕਰੀ ਸੀ। ਸੋ ਹੁਣ ਉਹਨਾਂ ਨੂੰ ਮਿਲਾ ਕੇ ਜਿਵੇਂ ਉਹ ਸਾਰੇ ਲੈ ਜਾਂਦਾ ਉਹਦੇ ਵਿੱਚ ਕਾਫੀ ਸਾਰੇ ਮੁਲਕ ਆ ਜਿਹੜੇ ਆ ਜਾਂਦੇ ਹੈਗੇ ਆ। ਮੀਡੀਆ ਵਾਰਫੇਅਰ ਵਿੱਚ ਥੋੜਾ ਜਿਹਾ ਜਿਹੜਾ ਅਪਰ ਹੈਂਡ ਆ ਉਹ ਪਾਕਿਸਤਾਨ ਦਾ ਰਿਹਾ। ਸੋ ਤੁਸੀਂ ਦੇਖੋ ਵੀ ਸਾਰਾ ਮੀਡੀਆ ਚਾਹੇ ਟੈਲੀਗ੍ਰਾਫ ਆ, ਚਾਹੇ CNN ਆ, ਚਾਹੇ ਵਾਸ਼ਿੰਗਟਨ ਪੋਸਟ ਆ ਜਾਂ ਬਲੂਮਬਰਗ ਵੀ ਹੈਗਾ, ਇਹ ਆਪਾਂ ਅੱਗੇ ਜਾ ਕੇ ਜ਼ਿਕਰ ਕਰਾਂਗੇ, ਉਹ ਪਾਕਿਸਤਾਨ ਦੀ ਕਿਤੇ ਨਾ ਕਿਤੇ ਐਡਵਾਂਟੇਜ ਦੇ ਰਿਹਾ ਵਾਇਆ ਚਾਈਨਾ, ਹਨਾ ਵੀ ਚਾਈਨਾ ਦੇ ਜਿਹੜੇ ਜਿਹੜਾ ਹੈਗਾ PL-15 ਮਿਜ਼ਾਈਲ ਆ ਤੇ J-10 ਜਿਹੜੇ ਉਹਨਾਂ ਦੇ 에ਅਰਕ੍ਰਾਫਟ ਹੈਗੇ ਆ ਉਹਨਾਂ ਕਰਕੇ ਜਿਹੜਾ ਹੈਗੀ ਆ ਵੀ ਪਾਕਿਸਤਾਨ ਨੂੰ ਐਡਵਾਂਟੇਜ ਮਿਲੀ ਆ। ਉਹਨਾਂ ਨੇ ਕਿਸੇ ਨੇ ਹੁਣ ਇਹ ਕਾਫੀ ਤੁਸੀਂ ਦੇਖੋ ਨਾ ਵੀ ਜਦੋਂ ਮੀਡੀਆ ਗੱਲ ਕਰਦਾ ਆਪਾਂ ਤੁਸੀਂ ਦੇਖੋ ਆਪਾਂ ਹਰਦੀਪ ਸਿੰਘ ਨਿੱਜਰ ਵਾਲੇ ਕੇਸ 'ਚ ਦੇਖਿਆ। ਹਾਂਜੀ, ਮੀਡੀਆ ਨੇ ਕਿਸ ਤਰ੍ਹਾਂ ਇੱਕ ਤਰ੍ਹਾਂ ਨਾਲ ਸਿੱਖਾਂ ਨੂੰ ਨੇਸ਼ਨ ਡਿਕਲੇਅਰ ਕਰਿਆ, ਸਿੱਖਾਂ ਦੀ ਗੱਲ ਆਉਣ ਲੱਗੀ, ਸਿੱਖਾਂ ਬਾਰੇ ਪੋਜ਼ਿਟਿਵ ਜਿਹੜੀ ਅਪਰੋਚ ਆ ਜਿਹੜੀ ਆਉਣ ਲੱਗੀ। ਹੁਣ ਮੀਡੀਆ ਆਪਣੇ ਆਪ ਤਾਂ ਇਹ ਨਹੀਂ ਸੀ ਕਰ ਰਿਹਾ ਨਾ, ਅਮਰੀਕਨ ਐਡਮਿਨਿਸਟ੍ਰੇਸ਼ਨ ਸੀਗਾ ਜਿਹੜਾ ਉਹਨਾਂ ਨੂੰ ਇੰਸਟਰਕਟ ਕਰ ਰਿਹਾ ਸੀਗਾ ਵੀ ਪ੍ਰੋ ਸਿੱਖ ਜਿਹੜੀ ਰਿਪੋਰਟਿੰਗ ਕਰੋ। ਸੋ ਅਮਰੀਕਨ ਐਡਮਿਨਿਸਟ੍ਰੇਸ਼ਨ ਬਹੁਤ ਵਾਰੀ ਇਹ ਹੈਗਾ ਵੀ ਬਹੁਤੀ ਵਾਰੀ ਇਹ ਹੁੰਦਾ ਵੀ ਉਹ ਮੀਡੀਆ ਰਾਹੀਂ ਹੀ ਖੇਡਾਂ ਖੇਡਦਾ ਹੈ ਹਨਾ। ਸੋ ਸਿੱਖਾਂ ਦੇ ਹੱਕ ਵਿੱਚ ਪਿਛਲੇ 2 ਸਾਲਾਂ ਦੌਰਾਨ ਵਾਲ ਸਟਰੀਟ ਜਰਨਲ, ਨਿਊਯਾਰਕ ਟਾਈਮ ਇੱਕ ਦੂਜੇ ਤੋਂ ਵੱਧ ਕੇ ਸਟੋਰੀਆਂ ਲਾਈਆਂ ਜਿਹੜੀਆਂ ਸਿੱਖਾਂ ਦੇ ਹੱਕ ਵਿੱਚ ਜਾਂਦੀਆਂ ਸੀਗੀਆਂ। ਤੁਸੀਂ ਹੁਣ ਇਹ ਵੀ ਜਿਹੜਾ ਹੁਣ ਤੁਸੀਂ ਦੇਖੋ ਵੀ CNN ਦਾ ਇਹ ਕਹਿਣਾ ਵੀ ਪਾਕਿਸਤਾਨ ਨੇ ਮਿਜ਼ਾਈਲਾਂ ਦੀ ਹਨੇਰੀ ਲਿਆਤੀ ਜਿਹਦੇ ਕਰਕੇ ਭਾਰਤ ਡਰ ਗਿਆ ਹੋਇਆ। ਫਿਰ ਟੈਲੀਗ੍ਰਾਫ ਦੀਆਂ ਜਿਹੜੀਆਂ ਸਟੋਰੀਜ਼ ਆ ਜਿਹੜੀਆਂ ਉਹਨਾਂ ਨੇ ਚਾਈਨਾ ਦੀ ਜਿਹੜੀਆਂ ਬਹੁਤ ਹੀ ਜਿਹੜੀਆਂ ਉਹਨਾਂ ਦੀਆਂ ਬੈਲਿਸਟਿਕ ਮਿਜ਼ਾਈਲਾਂ ਆ ਜਿਹੜੀਆਂ PL-15 ਦੀਆਂ ਉਹ ਸਟੋਰੀ ਆ ਜਿਹੜੀ ਵੱਡੀ ਕੱਢੀ ਆ। ਬਲੂਮਬਰਗ ਨੇ ਵੀ ਇਹੀ ਕਿਹਾ ਹੈਗਾ ਵੀ ਚਾਈਨਾ ਨੇ ਰਲ ਕੇ ਭਾਰਤ ਨੂੰ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਉਹਨੂੰ ਸਾਈਕੋਲੋਜੀਕਲ ਵਾਰਫੇਅਰ ਵਿੱਚ ਆ ਜਿਹੜਾ ਹਰਾਇਆ ਹੈਗਾ। ਸੋ ਇਸ ਤਰ੍ਹਾਂ ਇਹ ਮੀਡੀਆ ਦਾ ਜਿਹੜਾ ਸਾਰਾ ਸਿਸਟਮ ਹੈ ਇਹ ਹੁਣ ਜੇ ਆਪਰੇਟ ਹੋ ਰਿਹਾ, ਇਟ ਮੀਨਸ ਜਿਹੜਾ ਅਮਰੀਕਨ ਐਡਮਿਨਿਸਟ੍ਰੇਸ਼ਨ ਹੈਗਾ ਉਹ ਕਿਤੇ ਨਾ ਕਿਤੇ ਹਲੇ ਪ੍ਰੋ ਪਾਕਿਸਤਾਨ ਸਟਾਂਸ ਆ ਜਿਹੜੀ ਰੱਖਦਾ ਹੈਗਾ। ਉਹ ਪਾਕਿਸਤਾਨ ਨੂੰ ਹੁਣ ਕਿਉਂਕਿ ਪਾਕਿਸਤਾਨ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਆਪਾਂ ਕਹਿ ਸਕਦੇ ਮਿੱਧ ਦੇਣ ਤੋਂ ਬਾਅਦ ਇਹ ਦੁਬਾਰੇ ਹੋ ਰਿਹਾ ਵੀ ਉਹ ਪਾਕਿਸਤਾਨ ਦੇ ਨਾਲ ਜਿਹੜੇ ਹਮਾਇਤ ਵਿੱਚ ਖੜੇ ਹੋ ਰਹੇ ਆ। ਇਹਦੇ ਫਿਊਚਰ ਵਿੱਚ ਜਾ ਕੇ ਕੀ ਸਿੱਟੇ ਨਿਕਲਦੇ ਆ, ਕਿਸ ਕਿਸਮ ਦੀ ਜਿਹੜੀ ਹੈਗੀ ਆ ਰੀਸਟਰਕਚਰਿੰਗ ਹੁੰਦੀ ਆ ਜਾਂ ਨਹੀਂ ਹੁੰਦੀ, ਜਾਂ ਕਿਸ ਢੰਗ ਨਾਲ ਜਿਹੜੀਆਂ ਗੱਲਾਂ ਅੱਗੇ ਵਧਦੀਆਂ ਨੇ। ਸੋ ਡੋਨਲਡ ਟਰੰਪ ਦਾ ਤੁਸੀਂ ਦੇਖੋ ਵੀ ਸੀਜ਼ ਫਾਇਰ ਦੇ ਨਾਲ ਹੀ ਮੁੜ ਕੇ ਇਹ ਕਹਿ ਦੇਣਾ ਵੀ ਕਸ਼ਮੀਰ ਦੇ ਮਸਲੇ ਵਿੱਚ ਅਸੀਂ ਵਿਚੋਲਗੀ ਕਰਨ ਨੂੰ ਤਿਆਰ ਹੈਗੇ ਆ। ਸੋ ਜਿਹੜੀ ਗੱਲ ਤੋਂ ਭਾਰਤ ਡਰਦਾ ਸੀ ਲਗਾਤਾਰ ਵੀ ਕਸ਼ਮੀਰ ਦਾ ਮਸਲਾ ਤੀਜੀ ਧਿਰ ਦੇ ਹੱਥਾਂ ਵਿੱਚ ਨਾ ਚਲਿਆ ਜਾਵੇ, ਅਸੀਂ ਦੋਵੇਂ ਮੁਲਕ ਆ ਜਿਹੜੇ ਉਹ ਸੁਲਝਾ ਲਾਂਗੇ, ਉਹ ਹੁਣ ਇੰਟਰਨੈਸ਼ਨਲ ਲੈਵਲ ਦੇ ਦੁਬਾਰੇ ਜਾ ਵੜਿਆ। ਸੋ ਇਹਦੇ ਬਹੁਤ ਸਾਰੇ ਜਿਹੜੇ ਡਿਪਲੋਮੈਟਿਕ ਕਨਸੀਕੁਐਂਸਿਸ ਆ। ਇਹ ਜਿਹੜੀ ਆਪਾਂ ਵਾਰ-ਵਾਰ ਗੱਲ ਕਰਦੇ ਆ ਵੀ ਰੀਸਟਰਕਚਰਿੰਗ ਆਫ ਏਸ਼ੀਆ ਵੱਲ ਵੱਧ ਰਹੀ ਆ ਕਿਤੇ ਹਨਾ। ਉਹ ਇਹ ਨਹੀਂ ਹੈਗਾ ਵੀ ਅੱਜ ਕੱਲ੍ਹ 'ਚ ਹੀ ਹੋ ਜਾਣੀ ਆ, ਲੱਗ ਜਾਣੇ 15-20 ਸਾਲ।
ਸੋ ਇਸ ਤਰ੍ਹਾਂ ਦੀਆਂ ਝੜਪਾਂ ਨੇ ਜਿਹੜੀਆਂ ਲਗਾਤਾਰ ਹੁਣ ਜੇ ਭਾਰਤ ਵੱਡੀ ਗਲਤੀ ਕਰਦਾ, ਜਿਸ ਤਰ੍ਹਾਂ ਉਹ ਕਹਿੰਦਾ ਵੀ ਜਿਹੜਾ ਵੀ ਐਕਟ ਆਫ ਵਾਇਲੈਂਸ ਹੋਊਗਾ ਉਹ ਜੰਗ ਦਾ ਐਲਾਨ ਹੋਊਗਾ ਤੇ ਅਸੀਂ ਹਰੇਕ ਐਕਟ ਆਫ ਵਾਇਲੈਂਸ ਦੇ ਖਿਲਾਫ ਜੰਗ ਕਰਾਂਗੇ। ਸੋ ਉਹ ਜੰਗ ਫਿਰ ਜਾਣੀ ਕਿੱਧਰ ਨੂੰ ਆ, ਉਹਦੇ ਵਿੱਚ ਵੱਡੀਆਂ ਤਾਕਤਾਂ ਨੇ ਕੀ ਖੇਡਾਂ ਖੇਡਣੀਆਂ ਨੇ, ਹਨਾ। ਸੋ ਅੱਜ ਚੀਨ ਦਾ ਫੇਰ ਆ ਗਿਆ ਵੀ ਅਰੁਣਾਚਲ ਪ੍ਰਦੇਸ਼ ਆ ਜਿਹੜਾ ਉਹਨਾਂ ਨੇ ਨਾਂ ਦੇਤਾ ਉਹਦਾ ਨਵਾਂ। ਇਸ ਕਰਕੇ ਇਹ ਤਾਂ ਹੁਣ ਪਾਕਿਸਤਾਨ ਆਕੂਪਾਈਡ ਕਸ਼ਮੀਰ ਲੈਣ ਨੂੰ ਫਿਰਦੇ ਆ ਤੇ ਉਧਰੋਂ ਇੱਕ ਤਾਂ ਚੀਨ ਇੱਧਰ ਵੈਸਟਰਨ ਫਰੰਟ ਤੇ ਆ ਕੇ ਖੜ ਗਿਆ ਹੋਇਆ, ਹਨਾ। ਬੇਬੀ ਉਹਨੇ ਪਾਕਿਸਤਾਨ ਦੀ ਹਮਾਇਤ ਕਰਕੇ ਉਹਨੂੰ ਬਚਾ ਲਿਆ। ਦੂਜਾ ਈਸਟਰਨ ਫਰੰਟ ਤੇ ਉਹ ਆਪ ਕਹਿ ਰਿਹਾ ਹੈਗਾ ਵੀ ਜਿਹੜਾ ਅਰੁਣਾਚਲ ਪ੍ਰਦੇਸ਼ ਆ ਸਾਡਾ ਹੈਗਾ। ਸੋ ਇਹ ਜੰਗ ਮੈਂ ਵਾਰ-ਵਾਰ ਕਿਹਾ ਵੀ ਜੰਗ ਲਾਉਣੀ ਬਹੁਤ ਸੌਖੀ ਹੈਗੀ ਆ, ਪਰ ਜੰਗ ਫਿਰ ਤੁਹਾਨੂੰ ਧੂ ਕੇ ਲੈ ਜਾਂਦੀ ਆ, ਤੁਹਾਡੇ ਹੱਥਾਂ ਵਿੱਚ ਨਹੀਂ ਰਹਿੰਦੀ। ਇਹਨੇ ਬੰਗਲਾਦੇਸ਼ ਵਾਲੇ ਪਾਸਿਓਂ ਹਮਲਾ ਹੋਣਾ, ਚੀਨ ਵਾਲੇ ਪਾਸਿਓਂ ਹਮਲਾ ਹੋਣਾ, ਜਾਂ ਹੋਰ ਪਾਸਿਓਂ ਹਮਲਾ ਹੋ ਜਾਣਾ, ਜਾਂ ਅਮਰੀਕਾ ਨੇ ਭਾਰਤ ਦੇ ਹੱਕ ਚ ਆਉਣਾ, ਰਸ਼ੀਆ ਨੇ ਕਿੱਧਰੋਂ ਜਾਣੀ ਇਹ ਬਹੁਤ ਕੁਛ ਆ ਜਿਹੜੀ ਇੰਨੀ ਜ਼ਿਆਦਾ ਫੈਲ ਜਾਣੀ ਹੈਗੀ ਆ। ਸੋ ਇਹ ਬਹੁਤ ਔਖਾ ਹੁੰਦਾ ਵੀ ਹਰੇਕ ਹਮਲੇ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਵੀ ਅਸੀਂ ਉੱਥੇ ਅਟੈਕ ਕਰਾਂਗੇ। ਕਹਿਣਾ ਸੌਖਾ ਹੈਗਾ, ਪਰ ਇਹਦੇ ਕੌਨਸੀਕੁਐਂਸਿਸ ਆ ਜਿਹੜੇ ਬਹੁਤ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਖਤਰਨਾਕ ਆ, ਜਿਹੜੇ ਦੋਵਾਂ ਮੁਲਕਾਂ ਲਈ ਹੋ ਸਕਦੇ ਆ। ਜੀ ਜੀ, ਰੀਸਟਰਕਚਰਿੰਗ ਆਫ ਏਸ਼ੀਆ ਦੇ ਉੱਤੇ ਆਪਾਂ ਮੁੜ ਕੇ ਆਵਾਂਗੇ, ਹੋਰ ਵਿਸਥਾਰ ਚ ਇਸ ਚ ਗੱਲ ਕਰਦੇ ਹਾਂ। ਹੁਣ ਇਹ ਮਸਲੇ ਦੇ ਵਿੱਚ ਇੱਕ ਸ਼ਿਮਲਾ ਐਗਰੀਮੈਂਟ ਆ, ਉਹਦਾ ਜ਼ਿਕਰ ਬਾਰ-ਬਾਰ ਆ ਰਿਹਾ, 1972 ਦੀ ਟ੍ਰੀਟੀ, ਵੀ ਇਹ ਤਾਂ ਜੀ ਬਾਈਲੈਟਰਲ ਸਾਡਾ ਇਸ਼ੂ ਆ, ਅਸੀਂ ਦੋ ਜਾਣੇ ਹੀ ਆਪਸ ਚ ਦੋਨੋਂ ਮੁਲਕ ਜਿਹੜੇ ਸਮਝਾਵਾਂਗੇ, ਤੀਜੇ ਦਾ ਨਾਮ ਨਹੀਂ ਲੈਣਾ। ਪਰ ਜਿੱਦਾਂ ਹੁਣ ਤੁਸੀਂ ਵੀ ਜ਼ਿਕਰ ਕੀਤਾ, ਆਪਾਂ ਟਰੰਪ ਹੁਣਾਂ ਦੇ ਵਿਚੋਲਗੀ ਕਰਨ ਦੀ ਗੱਲ ਨੂੰ ਉਹਨਾਂ ਨੇ ਮੋਹਰੇ ਜਿਹੜਾ ਉਹ ਰੱਖਿਆ, ਉਹ ਸਾਰੀਆਂ ਚੀਜ਼ਾਂ ਸਾਹਮਣੇ ਆ। ਉਧਰ ਨਾਲ ਹੀ ਜਿਹੜਾ ਭਾਰਤ ਦਾ ਜਿਹੜਾ ਮੀਡੀਆ ਆ, ਉਹਦਾ ਇੱਕ ਵੱਡਾ ਹਿੱਸਾ ਹੁਣ ਮੋਦੀ ਹੁਣਾਂ ਨੂੰ ਸਵਾਲ ਕਰ ਰਿਹਾ। ਇਹ ਇਸ ਤਰੀਕੇ ਦੇ ਨਾਲ ਕਿਉਂ ਹੋ ਰਿਹਾ? ਹਾਂਜੀ, ਉਹਦੇ ਚੋਂ ਦੋ ਤਰ੍ਹਾਂ ਨਾਲ ਤੁਸੀਂ ਦੇਖੋ ਵੀ ਜਦੋਂ ਤੁਸੀਂ ਲੋਕਾਂ ਦੇ ਸੁਪਨੇ ਇੰਨੇ ਵਧਾ ਦਿੰਦੇ ਹੋ, ਐਡੀਆਂ ਵੱਡੀਆਂ ਛਾਵਾਂ ਵਿੱਚ 56 ਇੰਚ ਦਾ ਸੀਨਾ, ਅਸੀਂ ਸ਼ਾਮ ਤੱਕ ਸਾਰਾ ਜਿਹੜਾ ਹੈਗਾ ਤਬਾਹ ਕਰ ਦਿਆਂਗੇ। ਔਰ ਜਦੋਂ ਮੀਡੀਆ ਇਹ ਕਹਿ ਰਿਹਾ ਸੀ ਵੀ ਰਾਵਲਪਿੰਡੀ ਵੀ ਅਸੀਂ ਕਬਜ਼ੇ 'ਚ ਲੈ ਲਿਆ, ਇਸਲਾਮਾਬਾਦ ਵੀ ਸਾਡੇ ਕਬਜ਼ੇ 'ਚ ਆ, ਅਸੀਂ ਪਿੰਡੀ ਤੱਕ ਪਹੁੰਚ ਗਏ। ਸੋ ਜਦੋਂ ਸੁਪਨੇ ਲੋਕਾਂ ਦੇ ਐਡੇ ਵੱਡੇ ਜੇ ਤੁਸੀਂ ਉਸਾਰ ਦਿੱਤੇ, ਉਹਦੇ ਚੋਂ ਤੁਸੀਂ ਫਿਰ ਕੋਈ ਪ੍ਰਾਪਤੀ ਨਹੀਂ ਕਰੀ, ਤਾਂ ਉਹ ਜਿਹੜਾ ਹੈਗਾ ਲੋਕਾਂ ਦਾ ਗੁੱਸਾ ਤੇ ਮੀਡੀਆ ਦਾ ਗੁੱਸਾ ਜਿਹੜਾ ਹੁਣ ਅਸਲ 'ਚ ਜਿਹੜਾ ਮੀਡੀਆ ਸਵਾਲ ਕਰ ਰਿਹਾ ਉਹ ਮੋਦੀ ਭਗਤ ਮੀਡੀਆ ਨਹੀਂ ਸੀ ਜਿਹਨੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਉਠਾਈਆਂ ਸੀ। ਉਹਦੇ ਵਿੱਚੋਂ ਦਾ ਵਾਇਰ ਹੈਗੀ ਆ, ਦਾ ਪ੍ਰਿੰਟ ਹੈਗਾ, ਤੇ ਇਸ ਤਰ੍ਹਾਂ ਰਵੀਸ਼ ਕੁਮਾਰ ਹੁਣੀ ਆ, ਜਾਂ ਹੋਰ ਜਿਹੜੇ ਆਪਾਂ ਕਹਿ ਸਕਦੇ ਵੀ ਕ੍ਰਿਟੀਕਲ ਆਫ ਮੋਦੀ ਆ, ਉਹ ਜਿਹੜੇ ਲਗਾਤਾਰ ਇਸ ਤਰ੍ਹਾਂ ਦੇ ਸਵਾਲ ਕਰ ਰਹੇ ਆ ਵੀ ਜਦੋਂ ਤੁਸੀਂ ਕਹਿੰਦੇ ਸੀਗੇ ਵੀ ਅਸੀਂ ਭਾਰਤ ਇੱਕ ਵੱਡੀ ਸ਼ਕਤੀ ਬਣਨ ਜਾ ਰਿਹਾ ਹੈਗਾ, ਸੋ ਵੱਡੀ ਸ਼ਕਤੀ ਦਾ ਤੁਸੀਂ ਪਿਛਲੇ 10 ਸਾਲਾਂ ਤੋਂ ਮੁਜ਼ਾਹਰਾ ਕਰ ਰਹੇ ਹੋ। ਸੋ ਫਿਰ ਜਦੋਂ ਡੋਨਾਲਡ ਟਰੰਪ ਦੀ ਇੱਕੋ ਘੁਰਕੀ ਦੇ ਅੱਗੇ ਤੁਸੀਂ ਇੱਕਦਮ ਹਥਿਆਰ ਸੁੱਟ ਦਿੰਦੇ ਹੋ, ਸੋ ਫਿਰ ਉਹ ਸਵਾਲ ਉੱਠ ਰਿਹਾ ਵੀ ਵੱਡਾ ਕੌਣ ਹੈਗਾ ਨਾ, ਏਸ਼ੀਆ 'ਚ ਵੱਡਾ ਕੌਣ ਹੈਗਾ। ਸੋ ਉਹਦੇ ਬਾਰੇ ਬਹੁਤ ਸਾਰੇ ਸਵਾਲ ਨੇ, ਔਰ ਜਿਹੜੀਆਂ ਭਾਰਤ ਦੀਆਂ ਫੌਜੀ ਕੈਪੇਬਿਲਿਟੀਜ਼ ਆ ਉਹਦੇ ਬਾਰੇ ਸਵਾਲ ਉੱਠਣ ਲੱਗ ਗਏ ਨੇ। ਜਾਂ ਇੱਕ ਤਾਂ ਕੁਛ ਜਿਹੜੇ ਮੀਡੀਆ ਐਨਾਲਿਸਟ ਆ ਉਹ ਤਾਂ ਨਰਿੰਦਰ ਮੋਦੀ ਤੋਂ ਅਸਤੀਫਾ ਵੀ ਮੰਗ ਰਹੇ ਆ ਵੀ ਉਹਨਾਂ ਨੇ ਦੇਸ਼ ਦੀ ਪਿੱਠ ਵਿੱਚ ਛੁਰਾ ਮਾਰਿਆ, ਵੀ ਇੰਨੇ ਵੱਡੇ ਸੁਪਨੇ ਦਿਖਾ ਕੇ ਵੀ ਅਸੀਂ ਪਾਕਿਸਤਾਨ ਦਾ ਤਬਾਹ ਕਰ ਦਿਆਂਗੇ ਜਾਂ ਸਾਰਾ ਕੁਝ ਹੋ ਜਾਏਗਾ। ਹੋਇਆ ਕੁਝ ਵੀ ਨਹੀਂ, ਇੱਕਦਮ ਜਿਹੜੀ ਤੀਜੀ ਧਿਰ ਹੈਗੀ ਆ ਉਹ ਸਾਹਮਣੇ ਆਉਂਦੀ ਆ। ਹੁਣ ਕੁਝ ਇੰਡੀਅਨ ਅਖਬਾਰਾਂ ਨੇ ਲਿਖਿਆ ਵੀ ਜਿਹੜੀ ਰੀਅਲ ਪਾਵਰ ਆ ਲਾਈਜ਼ ਵਿਦ ਅਮਰੀਕਾ, ਹਨਾ। ਇਟ ਮੀਨਸ ਹਲੇ ਵੀ ਆ ਜਿਹੜਾ ਅਮਰੀਕਾ ਹੈ ਦੁਨੀਆ ਦੀ ਜਿਹੜੀ ਰੀਅਲ ਪਾਵਰ ਹੈਗੀ ਆ ਨਾ। ਇੱਕ ਹੋਰ ਅਖਬਾਰ ਦੀ ਟਿੱਪਣੀ ਹੈਗੀ ਵੀ ਕਹਿੰਦਾ ਪਾਣੀ ਦੇ ਸਮਝੌਤੇ ਤੋੜ ਕੇ ਭਾਰਤ ਨੇ ਤੀਜੀ ਧਿਰ ਦੀ ਵਿਚੋਲਗੀ ਲਈ ਰਾਹ ਪੱਧਰਾ ਕਰ ਦਿੱਤਾ ਹੋਇਆ। ਸੋ ਇਹ ਨਾ ਵੀ ਪਾਣੀ ਦੇ ਸਮਝੌਤੇ ਤੋੜਨ ਨਾਲ ਤੀਜੀ ਧਿਰ, ਕਿਉਂਕਿ ਹੁਣ ਜਦੋਂ ਦੋ ਧਿਰਾਂ ਦਰਮਿਆਨ ਸਮਝੌਤੇ ਆ, ਜਦੋਂ ਦੋਹਾਂ ਚੋਂ ਕੋਈ ਇੱਕ ਧਿਰ ਤੋੜ ਦਿੰਦੀ ਹੈਗੀ ਆ ਤਾਂ ਤੀਜੀ ਧਿਰ ਨੇ ਫਿਰ IMF ਨੇ ਜਾਂ ਵਰਲਡ ਬੈਂਕ ਨੇ ਜਾਂ ਫਿਰ ਜਿਹੜੀਆਂ ਅਮਰੀਕਨ ਸੰਸਥਾਵਾਂ ਨੇ ਉਹਨਾਂ ਨੇ ਆ ਕੇ ਸਮਝੌਤਾ ਕਰਾਉਣਾ ਹੈਗਾ। ਸੋ ਤੀਜੀ ਧਿਰ ਦਾ ਰਾਹ ਹੈ ਜਿਹੜਾ ਉਹਨਾਂ ਨੇ ਆਪਣੇ ਆਪ ਹੀ ਜਿਹੜਾ ਖੋਲ ਲਿਆ ਹੋਇਆ ਹੈਗਾ। ਸੋ ਇੱਕ ਅਖਬਾਰ ਹੋਰ ਕਰਦੇ ਵੀ ਕਹਿੰਦਾ ਵੀ ਹਰ ਵਾਰ ਜੰਗ ਹੋਇਆ ਕਰੇਗੀ ਜੇ ਵਾਇਰਸ ਹੁੰਦੀ ਹੈ। ਸੋ ਇਹਦੇ ਨਾਲ ਹੈਗਾ ਵੀ ਇੰਡੀਆ ਰੈਗੂਲਰਲੀ ਅੰਡਰ ਥ੍ਰੈਟ ਜਿਹੜਾ ਰਹੇਗਾ ਨਾ। ਸੋ ਇੱਕ ਅਖਬਾਰ ਨੇ, ਇੰਗਲਿਸ਼ ਦੇ ਅਖਬਾਰ ਨੇ ਇਹ ਲਿਖਿਆ। ਦੂਸਰਾ ਹੈਗਾ ਜਿਹੜਾ JD ਵੈਂਸ ਨੇ ਕਿਹਾ ਸੀਗਾ ਵੀ ਸਾਡਾ ਯੁੱਧ ਨਾਲ ਕੋਈ ਸੰਬੰਧ ਨਹੀਂ, ਉਹਦੇ ਬਾਰੇ ਇੱਕ ਇੰਟਰਨੈਸ਼ਨਲ ਅਖਬਾਰ ਨੇ ਲਿਖਿਆ, ਕਹਿੰਦਾ ਇਰੋਜ਼ਨ ਆਫ ਗਲੋਬਲ ਆਰਡਰ ਪ੍ਰੈਜ਼ੈਂਟਸ ਡੇਂਜਰ, ਵੀ ਜੇ ਇਸ ਤਰ੍ਹਾਂ ਤੁਸੀਂ ਗੈਰ ਜ਼ਿੰਮੇਵਾਰੀ ਨਾਲ ਕੰਮ ਕਰੂਗਾ ਅਮਰੀਕਾ, ਇਰੋਜ਼ਨ ਆਫ ਗਲੋਬਲ ਆਰਡਰ ਹੋਊਗਾ ਤਾਂ ਦੁਨੀਆ ਭਰ ਵਿੱਚ ਜਿਹੜੇ ਖਤਰੇ ਉਹ ਮੰਡਰਾਉਣਗੇ। ਸੋ ਵੱਖ-ਵੱਖ ਅਖਬਾਰਾਂ ਨੇ, ਇੰਡੀਆ ਦੇ ਅਖਬਾਰਾਂ ਨੇ ਵੀ, ਇੰਡੀਆ ਤੋਂ ਬਾਹਰ ਵੀ ਜਿਹੜਾ ਹੈਗਾ। ਸੋ ਨਰਿੰਦਰ ਮੋਦੀ ਦੀ ਹੁਣ ਕਿਤੇ ਨਾ ਕਿਤੇ ਆ ਜਿਹੜੀ, ਇਸੇ ਕਰਕੇ ਉਹ ਹੁਣ ਤੁਸੀਂ ਦੇਖੋ ਵੀ ਪੱਛਮੀ ਬੰਗਾਲ ਨਹੀਂ ਗਏ, ਬਿਹਾਰ ਨਹੀਂ ਗਏ, ਸਿੱਧਾ ਪੰਜਾਬ ਆ ਕੇ, ਆਦਮਪੁਰ ਆ ਕੇ ਉਹਨਾਂ ਨੇ ਜਿਹੜਾ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਵੀ ਹੌਸਲਾ ਦਿੱਤਾ, ਕਿਉਂਕਿ ਜਿਹੜੇ ਹੌਸਲੇ ਉਹਨਾਂ ਦੇ ਵੀ ਢਏ ਹੈਗੇ ਆ। ਸੋ ਚੀਨ ਦੀ ਜਿਹੜੀ ਹੈਗੀ ਆਪਾਂ ਕਹਿ ਸਕਦੇ ਹਾਂ ਵੀ ਸੁਪਨਮਈ ਐਂਟਰੀ ਨਾਲ ਉਹਨਾਂ ਨੂੰ ਲੱਗਦਾ ਸੀਗਾ ਵੀ ਚੀਨ ਸਾਡਾ ਬਹੁਤ ਵੱਡਾ ਬਿਜ਼ਨਸ ਪਾਰਟਨਰ ਹੈਗਾ, ਵੀ ਇਸ ਤਰ੍ਹਾਂ ਉਹ
ਦਖਲਅੰਦਾਜ਼ੀ ਨਹੀਂ ਕਰੇਗਾ। ਪਰ ਚੀਨ ਦੀ ਚੁਣੌਤੀ ਇਹ ਸੀ, ਚੀਨ ਨੂੰ ਇਹ ਲੱਗਦਾ ਸੀ ਵੀ ਜੇ ਅੱਜ ਪਾਕਿਸਤਾਨ ਹਾਰ ਗਿਆ, ਭਾਰਤ ਦੀ ਸੁਪਰੀਮੇਸੀ ਹੋ ਜਾਂਦੀ ਆ, ਤਾਂ ਫਿਰ ਏਸ਼ੀਆ ਵਿੱਚ ਤਾਂ ਭਾਰਤ ਦੀ ਸੁਪਰੀਮੇਸੀ ਮੰਨੀ ਜਾਊਗੀ ਨਾ। ਸੋ ਚੀਨ ਨੂੰ ਆਪਣੀ ਸੁਪਰੀਮੇਸੀ ਦੀ ਸੀ। ਹੁਣ ਚੀਨ ਨੇ ਸਾਇਲੈਂਟ ਨਹੀਂ ਦੇ ਵਿੱਚ ਦਖਲਅੰਦਾਜ਼ੀ ਕਰਕੇ ਹੈਗਾ ਜਿਹੜਾ ਇਹ ਦਰਸਾ ਦਿੱਤਾ ਵੀ ਘੱਟੋ ਘੱਟ ਏਸ਼ੀਆ ਵਿੱਚ, ਜੇ ਵਰਲਡ ਲੈਵਲ ਤੇ ਹਾਲੇ ਅਮਰੀਕਾ ਪਾਵਰਫੁਲ ਸ਼ਕਤੀ ਹੈਗੀ ਆ, ਏਸ਼ੀਆ ਵਿੱਚ ਚੀਨ ਵੱਡੀ ਸ਼ਕਤੀ ਹੈਗੀ ਆ। ਸੋ ਭਾਰਤ ਦੀ ਜਿਹੜੀ ਹੈਗੀ ਕ੍ਰੈਡੀਬਿਲਿਟੀ ਆ ਜਿਹੜੀ ਉਹ ਬਹੁਤ ਵੱਡੀ ਢੰਗ ਨਾਲ ਡੈਮੇਜ ਹੋਈ ਆ। ਇਸੇ ਕਰਕੇ ਜਿਹੜੇ ਇੰਡੀਆ ਦੇ ਕੁਝ ਚੰਗੇ ਮੀਡੀਆ ਪੱਤਰਕਾਰ ਹੈਗੇ ਨੇ ਉਹ ਨਰਿੰਦਰ ਮੋਦੀ ਨੂੰ ਲਗਾਤਾਰ ਸਵਾਲ ਕਰ ਰਹੇ ਹੈਗੇ ਆ। ਸਵਾਲ ਕਰ ਰਹੇ ਆ ਤੇ ਉਹ ਉਹਨਾਂ ਨੂੰ ਉੱਥੇ ਬੈਨ ਕਰ ਰਿਹਾ, ਜੋ ਮੋਦੀ ਦਾ ਪੱਕਾ ਆਪਰੇਟਸ ਜਿਹੜਾ ਆ ਮੋਦੀ ਹੈਗੀ ਆ ਆਪਰੇਟਸ, ਜਿਸ ਤਰੀਕੇ ਦੇ ਨਾਲ ਉਹ ਚੱਲਦਾ ਆ ਵੀ ਉਹ ਨਹੀਂ ਆ। ਅੱਛਾ, ਭਾਰਤ ਦੇ ਕਈ ਫੌਜੀ ਵਿਸ਼ਲੇਸ਼ਕ ਜਿਹੜੇ ਡਿਫੈਂਸ ਐਨਾਲਿਸਟ ਆ ਉਹ ਵੀ ਭਾਰਤੀ ਫੌਜ ਦੀਆਂ ਕਮਜ਼ੋਰੀਆਂ ਦੱਸ ਰਹੇ ਆ, ਕੀ ਉਹ ਸਹੀ ਨੇ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸੋ ਸਭ ਤੋਂ ਜਿਹੜਾ ਪ੍ਰਮੁੱਖ ਹੈਗਾ ਪ੍ਰਵੀਨ ਸਵਾਮੀ ਹੈਗੇ ਆ। ਸੋ ਪ੍ਰਵੀਨ ਸਵਾਮੀ, ਜੇ ਤੁਹਾਨੂੰ ਦੱਸਿਆ ਜਾਵੇ ਵੀ ਇਹ ਭਾਰਤ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਔਰ ਭਾਰਤ ਦੀ ਜਿਹੜੀ ਫੌਜੀ ਕਾਰਵਾਈਆਂ ਨੇ ਬਿਹਾਈਂਡ ਦੀ ਸੀਨ, ਉਹਨਾਂ ਦੇ ਸਭ ਤੋਂ ਵੱਡੇ ਪੱਤਰਕਾਰ ਭਾਰਤ ਵਿੱਚ ਮੰਨੇ ਜਾਂਦੇ ਹੈਗੇ ਆ। ਸੋ ਬਹੁਤ ਲੰਮੇ ਸਮੇਂ ਤੱਕ ਇਹ ਭਾਰਤ ਦੀਆਂ ਇੰਟੈਲੀਜੈਂਸ ਏਜੰਸੀਆਂ ਦੀ ਰਿਪੋਰਟਿੰਗ ਕਰਦੇ ਰਹੇ, ਉਹਨਾਂ ਦੇ ਹੱਕ ਵਿੱਚ ਰਿਪੋਰਟਿੰਗ ਕਰਦੇ ਰਹੇ ਆ। ਮੈਨੂੰ ਯਾਦ ਹੈ 1996 ਵਿੱਚ ਜਦੋਂ ਖਾਲੜਾ ਸਾਹਿਬ ਵੱਲੋਂ 25,000 ਲਾਸ਼ਾਂ ਦਾ ਕੇਸ, ਕਿਉਂਕਿ ਖਾਲੜਾ ਸਾਹਿਬ ਦੀ ਸ਼ਹਾਦਤ ਹੋ ਚੁੱਕੀ ਸੀ, ਉਹ ਕੇਸ ਸੁਪਰੀਮ ਕੋਰਟ ਵਿੱਚ ਜਾਂਦਾ ਹੈਗਾ। ਜਸਟਿਸ ਕੁਲਦੀਪ ਸਿੰਘ ਉਹਦੇ ਬਾਰੇ ਬਹੁਤ ਤਿੱਖੀਆਂ ਟਿੱਪਣੀਆਂ ਕਰਕੇ ਇਹਦੀ ਜਾਂਚ ਦਾ ਜਿਹੜੇ ਆਦੇਸ਼ ਦਿੰਦੇ ਹੈਗੇ ਆ। ਤਾਂ ਪ੍ਰਵੀਨ ਸਵਾਮੀ ਨੇ ਇੰਗਲਿਸ਼ ਵਿੱਚ ਜਿਹੜਾ ਹੈਗਾ ਬਹੁਤ ਵੱਡਾ ਆਰਟੀਕਲ ਲਿਖਿਆ ਸੀ, ਉਹਦੇ ਵਿੱਚ ਜਸਟਿਸ ਕੁਲਦੀਪ ਸਿੰਘ ਦੇ ਖਿਲਾਫ ਟਿੱਪਣੀਆਂ, ਭਾਈ ਖਲੜ ਦੇ ਖਿਲਾਫ ਟਿੱਪਣੀਆਂ, ਔਰ ਇਹ ਦੱਸਿਆ ਸੀਗਾ ਵੀ ਜਿਹੜੇ ਕੇਸਾਂ ਦੀ ਜਾਂਚ 3000 ਕੇਸਾਂ ਦੀ ਜਾਂਚ ਦਾ ਅਣਪਛਾਤੀਆਂ ਲਾਸ਼ਾਂ ਦੀ ਕੇਸਾਂ ਦੀ ਜਾਂਚ ਕਰ ਰਹੇ ਹੈਗੇ ਆ, ਉਹਨਾਂ ਵਿੱਚੋਂ ਲਗਭਗ 1800 ਤਾਂ ਪਛਾਣੀਆਂ ਗਈਆਂ ਨੇ, ਉਹਨੇ ਨਾਂ ਦੱਸੇ ਸੀਗੇ ਜਿੱਦਾਂ ਕਰਕੇ ਹਨਾ। ਮਤਲਬ ਕਿ ਇਸ ਤਰ੍ਹਾਂ ਉਹ ਇੰਡੀਅਨ ਇੰਟੈਲੀਜੈਂਸ ਦੇ ਹੱਕ ਵਿੱਚ ਆ ਜਿਹੜੀ ਉਹ ਰਿਪੋਰਟਿੰਗ ਕਰਦਾ ਰਿਹਾ ਬਹੁਤ ਲੰਮੇ ਸਮੇਂ ਤੱਕ, ਫਰੰਟ ਲਾਈਨ ਵਿੱਚ ਲਿਖਦਾ ਰਿਹਾ ਹੋਰ ਥਾਵਾਂ ਤੇ। ਹੁਣ ਪਿਛਲੇ 10-12 ਸਾਲਾਂ ਤੋਂ ਉਹਨਾਂ ਨੇ ਆਪਣਾ ਇੱਕ ਵੀਡੀਓ ਚੈਨਲ ਹੈਗਾ, YouTube ਚੈਨਲ ਫੋਰਸ ਖੋਲਿਆ ਹੋਇਆ। ਸੋ ਫੋਰਸ ਉਹਨਾਂ ਨੂੰ ਭਾਰਤ ਦੀ ਸਮੁੱਚੀ ਫੌਜ ਦੀਆਂ ਜਿਹੜੀਆਂ ਕੈਪੇਬਿਲਿਟੀਜ਼ ਤੇ ਕਮਜ਼ੋਰੀਆਂ ਬਾਰੇ ਉਹ ਲਗਾਤਾਰ ਟਿੱਪਣੀਆਂ ਕਰਦੇ ਹੈਗੇ ਆ। ਸੋ ਉਹਨਾਂ ਦਾ ਜਿਹੜਾ ਹੈਗਾ ਸੋ ਬਹੁਤ ਵਿਸਥਾਰ ਨਾਲ ਮੈਂ ਕਾਫੀ ਦੇਰ ਤੋਂ ਉਹਨਾਂ ਦਾ ਉਹ ਚੈਨਲ ਸੁਣਦਾ, ਉਹ ਪਹਿਲਾਂ ਤੋਂ ਹੀ ਬਹੁਤ ਦੇਰ ਤੋਂ ਉਹ ਦੱਸ ਰਹੇ ਹੈਗੇ ਵੀ ਚੀਨ ਦੀਆਂ ਕੈਪੇਬਿਲਿਟੀਜ਼ ਕੀ ਆ, ਪਾਕਿਸਤਾਨ ਦੀਆਂ ਕੀ ਆ, ਜੇ ਅਮਰੀਕਾ ਪਾਕਿਸਤਾਨ ਨੂੰ ਆ ਜਹਾਜ਼ ਦਊਗਾ ਤਾਂ ਸਾਨੂੰ ਕੀ ਕਰਨਾ ਚਾਹੀਦਾ। ਜਿਹੜੀ ਇਸ ਤਰ੍ਹਾਂ ਬਹੁਤ ਡੀਪ ਐਨਾਲਿਸਿਸ ਆ ਪ੍ਰਵੀਨ ਸਵਾਮੀ ਦਾ, ਔਰ ਆਪਾਂ ਕਹਿ ਸਕਦੇ ਹਾਂ ਵੀ ਉਹ ਭਾਰਤ ਦੇ ਜਿਹੜਾ ਰੱਖਿਆ ਦਾ ਡਿਫੈਂਸ ਦਾ ਮਹਿਕਮਾ ਉਹਦੇ ਬਾਰੇ ਇੱਕ ਵੱਡੇ ਐਨਾਲਿਸਟ ਤੇ ਮਾਹਰ ਮੰਨੇ ਜਾਂਦੇ ਆ। ਉਹਨਾਂ ਨੇ ਵਾਰ-ਵਾਰ ਟਿੱਪਣੀਆਂ ਕਰੀਆਂ ਵੀ ਭਾਰਤ ਜਿਹੜਾ ਹੈਗਾ 에ਅਰ ਸਪੇਸ ਵਿੱਚ 에ਅਰ ਫੋਰਸ ਦੇ ਨਾਤੇ ਤੋਂ ਉਹ ਹੈਗਾ ਵੀ ਉਹ ਆਪਣੀ ਸ਼ਕਤੀ ਗਵਾ ਚੁੱਕਿਆ ਹੈਗਾ, ਉਹ ਬਹੁਤ ਪਿੱਛੇ ਰਹਿ ਰਿਹਾ ਹੈਗਾ। ਚੀਨ ਬਹੁਤ ਐਡਵਾਂਸ ਜਾ ਰਿਹਾ, ਔਰ ਚੀਨ ਦੀ ਜਿਹੜੀ ਪਾਕਿਸਤਾਨ ਦੇ 에ਅਰ ਸਪੇਸ ਨੂੰ ਸਹਾਇਤਾ ਦਿੱਤੀ ਜਾ ਰਹੀ ਹੈਗੀ ਆ, ਉਹ ਕਾਫੀ ਜਿਹੜੀ ਡੇਂਜਰਸ ਆ ਜਿਹੜੀ ਭਾਰਤ ਲਈ ਹੋ ਸਕਦੀ ਆ। ਸੋ ਹੁਣ ਵੀ ਉਹਨਾਂ ਨੇ ਵੱਖ-ਵੱਖ ਚੈਨਲਾਂ ਤੇ, ਆਪਣੇ ਚੈਨਲ ਤੇ ਵੀ ਬੋਲੇ ਆ, ਤੇ ਜਿਸ ਤਰ੍ਹਾਂ ਹੋਰ ਕਈ ਚੈਨਲਾਂ ਨਾਲ ਆ ਜਿਹੜੇ ਉਹਨਾਂ ਨੇ ਜਿਹੜਾ ਹੈਗਾ ਗੱਲਬਾਤ ਕਰਦੇ ਆ ਕਿਹਾ ਹੈਗਾ, ਕਹਿੰਦਾ ਵੀ ਮੈਂ ਵਾਰ-ਵਾਰ ਕਹਿੰਦਾ ਰਿਹਾ ਹੈਗਾ ਵੀ ਤੁਹਾਡੀਆਂ ਕੈਪੇਬਿਲਿਟੀਜ਼ ਇੰਨੀਆਂ ਨਹੀਂ ਹੈਗੀਆਂ ਜਿੰਨੇ ਤੁਸੀਂ ਲਲਕਾਰੇ ਮਾਰਦੇ ਹੋ। ਸੋ ਹੁਣ ਤੁਹਾਨੂੰ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਇਸ ਚੁਣੌਤੀ ਨੇ, ਜਦੋਂ ਤੁਸੀਂ 에ਅਰ ਸਪੇਸ ਵਿੱਚ ਹਾਰ ਗਏ ਹੋ, ਸੋ ਲਗਭਗ ਇਹ ਕਿਹਾ ਜਾ ਰਿਹਾ ਹੈਗਾ ਵੀ 5 에ਅਰਕ੍ਰਾਫਟ ਆ ਜਿਹੜੇ ਉਹ ਇਹਨਾਂ ਦੇ ਸੱਟੇ ਗਏ ਆ। ਕੁਛ ਐਨਾਲਿਸਟ ਕਹਿ ਰਹੇ ਆ ਵੀ 3 ਰਾਫੇਲ ਗਿਰੇ ਆ, ਉਹਦੇ ਵਿੱਚ ਵੀ 3 ਰਾਫੇਲ ਆ ਜਿਹੜੇ ਭਾਰਤ ਦੀ ਟੈਰੀਟਰੀ ਵਿੱਚ ਹੀ ਜਿਹੜੇ ਹੈਗੇ ਸੁੱਟ ਦਿੱਤੇ ਗਏ ਹੈਗੇ ਆ ਚੀਨ ਦੀਆਂ ਜਿਹੜੀਆਂ ਆਧੁਨਿਕ ਮਿਜ਼ਾਈਲਾਂ ਨੇ। ਇੱਕ ਮਿਗ ਹੈਗਾ, ਇੱਕ ਸੁਕੋਈ ਹੈਗਾ ਜਿਹੜਾ ਉਹ ਵੀ ਰਸ਼ੀਆ ਦਾ ਹੈਗਾ। ਸੋ 3 ਰਾਫੇਲ ਜਹਾਜ਼ਾਂ ਦੀ ਆ ਰਹੀ ਆ। ਹਾਲਾਂਕਿ ਫ੍ਰੈਂਚ ਇੰਟੈਲੀਜੈਂਸ ਇੱਕ ਦੀ ਗੱਲ ਕਹਿ ਰਹੀ ਹੈਗੀ ਆ, ਇਹਨੇ ਵੀ ਇਹੀ ਗੱਲ ਕਹੀ ਪ੍ਰਵੀਨ ਸਵਾਮੀ ਨੇ। ਉਹ ਕਹਿੰਦਾ ਵੀ ਜਦੋਂ ਇੱਕ ਜਹਾਜ਼ ਡਿੱਗ ਗਿਆ ਤਾਂ ਉਹਨਾਂ ਨੂੰ ਲੱਗਿਆ ਵੀ ਜੇ ਇੱਕ ਡਿੱਗ ਸਕਦਾ ਤਾਂ 5 ਵੀ ਡਿੱਗ ਸਕਦੇ ਹੈਗੇ ਆ। ਵੀ ਭਾਰਤ ਦੇ ਹੌਸਲੇ ਇੱਕਦਮ ਟੁੱਟ ਗਏ ਜਦੋਂ ਉਹਨਾਂ ਨੇ ਰਾਫੇਲ ਆ ਜਿਹੜਾ ਡਿੱਗ ਰਿਹਾ ਹੈਗਾ। ਫਿਰ ਕਹਿੰਦਾ ਉਹਨਾਂ ਨੂੰ ਆਪਣੀ ਕ੍ਰੈਡੀਬਿਲਿਟੀ ਦਾ ਫਰਕ ਜਿਹੜਾ ਹੈਗਾ ਉਹ ਡਰ ਖਾਣ ਲੱਗ ਗਿਆ ਵੀ ਜੇ ਇੱਕ ਤੋਂ ਬਾਅਦ ਇੱਕ ਡਿੱਗਣ ਲੱਗ ਗਿਆ ਰਾਫੇਲ ਜਹਾਜ਼, ਤਾਂ ਸਾਡੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਐਜ਼ 에ਅਰ ਫੋਰਸ ਸੁਪਰ ਪਾਵਰ ਜਾਂਦੀ ਲੱਗਣੀ ਆ। ਇਹ ਪ੍ਰਵੀਨ ਸਵਾਮੀ ਨੇ ਵੀ ਜਿਹੜੀ ਗੱਲ ਮੰਨੀ ਆ। ਉਹ ਕਹਿੰਦੇ ਵੀ ਤਾਂ ਹੀ ਹੁਣ ਤੁਸੀਂ ਦੇਖੋ ਵੀ ਜਦੋਂ ਜੰਗ ਖਤਮ ਹੋਣ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਭਾਰਤ ਦੇ ਅਧਿਕਾਰੀਆਂ ਵੱਲੋਂ, ਉੱਥੇ ਇੱਕ ਪੱਤਰਕਾਰ ਨੇ ਪੁੱਛਿਆ ਵੀ ਦੱਸਿਆ ਜਾਵੇ ਵੀ ਤੁਹਾਡੇ ਕਿੰਨੇ ਜਹਾਜ਼ ਡਿੱਗੇ ਆ, ਵੀ ਕੋਈ 5 ਕਹਿ ਰਿਹਾ, ਕੋਈ 7 ਕਹਿ ਰਿਹਾ ਹੈਗਾ। ਉਸ ਆਫੀਸਰ ਨੇ, ਜਿਹੜਾ ਸੀਨੀਅਰ ਭਾਰਤੀ ਫੌਜ ਦਾ ਆਫੀਸਰ ਆ, ਉਹਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਉਹ ਕਹਿੰਦਾ ਵੀ losses are the part of this game, ਵੀ ਅਸੀਂ ਇੱਕ ਜੰਗ ਦੀ ਸਥਿਤੀ ਵਿੱਚ ਆ। ਜੰਗ ਦੀ ਸਥਿਤੀ ਵਿੱਚ ਇਸ ਤਰ੍ਹਾਂ ਦੇ ਜਿਹੜੇ ਲਾਸ ਆ ਉਹ ਹੁੰਦੇ ਆ,
ਪਰ ਕਹਿੰਦਾ ਤੁਸੀਂ ਲਾਸਿਸ ਵੱਲ ਧਿਆਨ ਨਾ ਦਿਓ, ਤੁਸੀਂ ਇਹ ਦੇਖੋ ਅਸੀਂ ਅੱਤਵਾਦੀਆਂ ਦੇ ਟਿਕਾਣੇ ਤਬਾਹ ਕਰਕੇ ਪ੍ਰਾਪਤੀ ਕੀ ਕੀਤੀ ਆ। ਜਾਣੀ ਉਹਨੇ ਇਹ ਨਹੀਂ ਗੱਲ ਕਹੀ ਵੀ ਸਾਡਾ ਕੋਈ ਵੀ ਜਹਾਜ਼ ਤਬਾਹ ਨਹੀਂ ਹੋਇਆ, ਹਨਾ। ਸੋ ਇਹ ਗੱਲ ਨਹੀਂ ਮੰਨੀ, ਪਰ ਇਹ ਕਿਹਾ ਵੀ ਲਾਸਿਸ ਆਰ ਦੀ ਪਾਰਟ ਆਫ ਦਿਸ ਜੌਬ। ਸੋ ਇਹ ਤੁਸੀਂ ਦੇਖੋ, ਇਟ ਮੀਨਸ ਪ੍ਰਵੀਨ ਸਵਾਮੀ ਤੇ ਹੋਰ ਜਿਹੜੇ ਐਨਾਲਿਸਟ ਹੈਗੇ ਆ ਫੌਜ ਦੇ, ਉਹ ਗੱਲ ਠੀਕ ਕਹਿ ਰਹੇ ਆ। ਸੋ ਜੇ ਇੱਕ ਰਾਫੇਲ ਦੀ ਗੱਲ ਆ ਰਹੀ ਆ ਤਾਂ ਇਟ ਮੀਨਸ 3 ਵੀ ਹੋ ਸਕਦੇ ਹੈਗੇ, ਕਿਉਂਕਿ ਸਾਰੇ ਭਾਰਤ ਦੀ ਟੈਰੀਟਰੀ ਵਿੱਚ ਡਿੱਗੇ ਹੈਗੇ ਆ। ਸੋ ਭਾਰਤ ਵੱਲੋਂ ਚਾਹੇ CNN ਤੇ ਚਾਹੇ BBC ਆ, ਸਾਰਿਆਂ ਨੇ ਰਿਪੋਰਟ ਕਰੀ ਆ। CNN ਦੀ ਰਿਪੋਰਟਿੰਗ ਆਈ ਹੈਗੀ ਆ ਵੀ ਕੋਈ ਵੀ ਮੂੰਹ ਖੋਲਣ ਨੂੰ ਤਿਆਰ ਨਹੀਂ ਹੈਗਾ ਵੀ ਸਾਡੇ ਕਿੰਨੇ ਜਹਾਜ਼ ਡਿੱਗੇ ਹੈਗੇ ਆ। ਸੋ ਇਸ ਤਰ੍ਹਾਂ ਜਿਹੜੀਆਂ ਕੈਪੇਬਿਲਿਟੀਜ਼ ਹੈਗੀਆਂ 에ਅਰ ਸਪੇਸ ਦੀਆਂ, ਉਹ ਭਾਰਤ ਦੀਆਂ ਜਿਹੜੀਆਂ ਕਿ ਕੰਪਰੋਮਾਈਜ਼ ਹੋਈਆਂ। ਉਹ ਸਾਰੇ ਜਿਹੜੇ ਭਾਰਤ ਦੇ ਹੀ ਜਿਹੜੇ ਰੱਖਿਆ ਵਿਸ਼ੇਸ਼ज्ञ ਆ, ਉਹਨਾਂ ਨੇ ਜਿਹੜਾ ਇਹਦੇ ਬਾਰੇ ਗੱਲ ਕੀਤੀ ਹੈ। ਇਹ ਪਾਕਿਸਤਾਨ ਦਾ ਤੁੱਕਾ ਲੱਗਾ ਜਾਂ ਚਾਈਨਾ ਦੇ ਇਸ ਦੇ ਵਿੱਚ ਅਹਿਮ ਰੋਲ ਸੀ? ਨਹੀਂ, ਪਾਕਿਸਤਾਨ ਦਾ ਤੁੱਕਾ ਨਹੀਂ ਸੀ ਲੱਗਣਾ। ਪਾਕਿਸਤਾਨ ਤਾਂ ਲੜਾਈ ਹਾਰ ਗਿਆ ਸੀ ਜੇ ਇਕੱਲਾ ਪਾਕਿਸਤਾਨ ਹੁੰਦਾ, ਹਨਾ। ਸੋ ਭਾਰਤ ਬਹੁਤ ਅਗਰੈਸਿਵਲੀ, ਬਹੁਤ ਵੱਡੀ ਪੱਧਰ ਤੇ ਪਾਕਿਸਤਾਨ ਨੂੰ ਧੂੜ ਚਟਾ ਸਕਦਾ ਸੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਸੋ ਪਾਕਿਸਤਾਨ ਦਾ ਸਾਰਾ 에ਅਰ ਡਿਫੈਂਸ ਸਿਸਟਮ ਜਿੱਦਾਂ ਉਹਨਾਂ ਨੇ ਤਬਾਹ ਕਰਿਆ, ਵੀ ਬਹੁਤ ਘੱਟ ਮਿਜ਼ਾਈਲਾਂ ਇੰਟਰਸੈਪਟ ਹੋਈਆਂ ਆਪਣੇ ਟਿਕਾਣਿਆਂ ਤੇ, ਜਿਹੜੀਆਂ ਉਹਨਾਂ ਨੇ ਮਾਰੀਆਂ ਉਹ ਟਿਕਾਣਿਆਂ ਤੇ ਲੱਗੀਆਂ। ਠੀਕ ਹੈ, ਅੱਜ ਪਾਕਿਸਤਾਨ ਕਹਿ ਰਿਹਾ ਵੀ ਅਸੀਂ 45 ਜਿਹੜੇ ਇਜ਼ਰਾਈਲੀ ਡਰੋਨ ਆ ਉਹ ਇੰਟਰਸੈਪਟ ਕਰੇ ਹੈਗੇ ਆ, ਪਰ ਜਦੋਂ ਹਜ਼ਾਰਾਂ ਹੀ ਛੱਡੇ ਗਏ ਹੋਣ, ਸੈਂਕੜੇ ਹੀ ਛੱਡੇ ਗਏ ਹੋਣ, ਉਹਦੇ ਵਿੱਚੋਂ ਜੇ 45 ਡਾਈਫਿਊਜ਼ ਵੀ ਹੋ ਗਏ ਤਾਂ ਕੈਪੇਬਿਲਿਟੀ ਤਾਂ ਕੋਈ ਨਹੀਂ ਹੈ ਨਾ ਤੁਹਾਡੀ। ਸੋ ਭਾਰਤ ਹੁਣ ਪੰਜਾਬ ਤੇ ਕਿੰਨੇ ਡਰੋਨ ਆਏ ਆ, ਚਾਹੇ ਬਠਿੰਡੇ, ਅੰਮ੍ਰਿਤਸਰ, ਪਠਾਨਕੋਟ, ਹਨਾ, ਈਵਨ ਆਦਮਪੁਰ ਤੱਕ ਵੀ ਜਿਹੜੇ ਆਏ ਆ, ਪਰ ਕੋਈ ਵੀ ਆਪਣੇ ਨਿਸ਼ਾਨੇ ਨੂੰ ਹਿੱਟ ਨਹੀਂ ਕਰ ਸਕਿਆ। ਉਹਨਾਂ ਨੇ ਹਵਾ ਵਿੱਚ ਹੀ ਜਿਹੜੇ ਡਾਈਫਿਊਜ਼ ਕਰ ਦਿੱਤੇ ਆ। ਸੋ ਇਹ ਚੀਨ ਦੀ ਆਪਾਂ ਵਾਰ-ਵਾਰ ਕਹਿ ਰਹੇ ਹਾਂ ਵੀ ਚੀਨ ਦੀ ਜਿਹੜੀ PL-15 ਮਿਜ਼ਾਈਲ ਹੈਗੀ ਆ, ਉਹ ਬਹੁਤ ਕੈਪੇਬਲ ਆ। ਉਹਦਾ ਜਿਹੜਾ ਜਦੋਂ J-10 ਹਵਾਈ ਉਹਦੇ ਜਹਾਜ਼ ਨਾਲ ਜੁੜ ਜਾਂਦੀ ਆ, PL-15 ਦੀ ਇਹ ਹੈਗੀ ਆ। ਉਹ ਦੱਸਦੇ ਹੈਗੇ ਜਿਹੜੇ ਵਿਸ਼ੇਸ਼ਕ ਹੈਗੇ ਆ ਵੀ ਇੱਕ ਤਰ੍ਹਾਂ ਨਾਲ, ਕਿਉਂਕਿ ਹਰੇਕ ਮਿਜ਼ਾਈਲ ਦਾ ਆਪਣੇ ਦੁਸ਼ਮਣ ਦੇ ਟਾਰਗੇਟ ਨੂੰ ਡਿਟੈਕਟ ਕਰਨ ਦਾ ਇੱਕ ਘੇਰਾ ਹੁੰਦਾ। ਇਹ ਵੀ ਆਹ ਮਿਜ਼ਾਈਲ 100 ਕਿਲੋਮੀਟਰ ਦੇ ਘੇਰੇ ਤੱਕ ਦੁਸ਼ਮਣ ਦੀ ਮਿਜ਼ਾਈਲ ਨੂੰ ਜਿਸ ਤਰ੍ਹਾਂ ਡਿਕੋਡ ਕਰਕੇ ਉਹਨੂੰ ਤਬਾਹ ਕਰ ਸਕਦੀ ਹੈ, ਕੋਈ 200 ਕਿਲੋਮੀਟਰ ਦੇ ਘੇਰੇ ਤੱਕ, ਕੋਈ 300 ਕਿਲੋਮੀਟਰ ਦੇ ਘੇਰੇ ਤੱਕ। ਪਰ ਜਿਹੜੀ PL-15 ਹੈਗੀ ਆ, ਇਟ ਇਜ਼ ਬਿਯੋਂਡ ਦੈਟ ਸਰਕਲ, ਵੀ ਉਹ ਸਾਰੇ ਘੇਰਿਆਂ ਤੋਂ ਅਗਾਂਹ ਦੀ ਆ PL-15। ਵੀ ਉਹਨੇ ਵੀ, ਪ੍ਰਵੀਨ ਸਵਾਮੀ ਨੇ ਵੀ ਇਹ ਗੱਲ ਕਹੀ ਹੈਗੀ ਆ ਵੀ ਉਹ ਬਿਯੋਂਡ ਜਿਹੜੀ ਹੈਗੀ, ਉਹਨੇ ਲਿਖਿਆ ਕਹਿੰਦਾ PL-15 ਇਜ਼ ਬਿਯੋਂਡ ਵਿਜ਼ੂਅਲ ਰੇਂਜ 에ਅਰ ਟੂ 에ਅਰ ਮਿਜ਼ਾਈਲ, ਇਟਸ ਪੋਟੈਂਸ਼ੀਅਲ ਟੂ ਡੋਮੀਨੇਟ 에ਅਰ ਸਪੇਸ ਲੌਂਗ ਬਿਫੋਰ ਐਨਮੀ 에ਅਰਕ੍ਰਾਫਟ ਕੈਨ ਗੈਟ ਕਲੋਜ਼। ਵੀ ਜਦੋਂ ਐਨਮੀ ਦੇ 에ਅਰਕ੍ਰਾਫਟ ਨੇੜੇ ਆ ਜਾਵੇ ਉਦੋਂ ਨਹੀਂ ਇਹ ਕਰਦੀ ਸੈਂਸ, ਇਹ ਤਾਂ ਜਦੋਂ ਐਨਮੀ ਦਾ 에ਅਰਕ੍ਰਾਫਟ ਆਪਣੇ ਬੇਸ ਤੋਂ ਉੜਦਾ ਹੀ ਆ ਉਦੋਂ ਹੀ ਉਹਨੂੰ ਫੜ ਲੈਂਦੀ ਆ। ਸੋ PL-15 ਦੀ ਜਿਹੜੀ ਇਹ ਕੈਪੇਬਿਲਿਟੀ ਹੈਗੀ ਆ। ਸੋ ਚੀਨ ਕਿਉਂਕਿ ਫਿਰ ਬੜੀ ਸਰਗਰਮੀ ਨਾਲ ਆਇਆ। ਪਹਿਲੇ ਹਮਲਿਆਂ ਵੇਲੇ ਚੀਨ ਬਿਲਕੁਲ ਚੁੱਪ ਰਿਹਾ ਜਿਹੜੇ ਪਾਕਿਸਤਾਨ ਆਕੂਪਾਈਡ ਕਸ਼ਮੀਰ ਤੇ ਹੋਏ ਆ, ਪਰ ਜਦੋਂ ਉਹਨੇ ਦੇਖਿਆ ਵੀ ਇਹ ਗੱਲ ਵਧਣ ਜਾ ਰਹੀ ਹੈਗੀ ਆ, ਕਿਉਂਕਿ ਚੀਨ ਦੀ ਇੰਟੈਲੀਜੈਂਸ ਵੀ ਭਾਰਤ ਦੀ ਫੌਜ ਵਿੱਚ ਹੋਵੇਗੀ ਉੱਥੋਂ, ਤੇ ਉਹਨਾਂ ਦੀ ਆਪਣੀ ਜਿਹੜੀ ਡਿਜੀਟਲ ਇੰਟੈਲੀਜੈਂਸ ਹੈਗੀ ਆ ਉਹਦੇ ਰਾਹੀਂ ਜਦੋਂ ਉਹਨਾਂ ਨੇ ਦੇਖਿਆ ਵੀ ਗੱਲ ਅੱਗੇ ਵੱਧ ਸਕਦੀ ਆ, ਔਰ ਇਹ ਗੱਲ ਅੱਗੇ ਵਧੀ ਹੋਈ ਜਿਹੜੀ ਪਾਕਿਸਤਾਨ ਦੀ ਡਿਫੀਟ ਆ, ਉਹ ਇੱਕ ਤਰ੍ਹਾਂ ਨਾਲ ਚਾਈਨਾ ਦੀ ਚੌਧਰ ਨੂੰ ਚੁਣੌਤੀ ਦੇਵੇਗੀ। ਇਸ ਕਰਕੇ ਫਿਰ ਚਾਈਨਾ ਬਹੁਤ ਅਗਰੈਸਿਵਲੀ ਆ ਜਿਹੜਾ ਉਹਨੇ ਫਿਰ ਜਿਹੜੇ 5 ਜਹਾਜ਼ ਆ ਜਿਹੜੇ ਭਾਰਤ ਦੇ ਸਪੇਸ ਵਿੱਚ ਸੜ ਦਿੱਤੇ ਹੋਇਆ। ਔਰ ਇਸ ਲੜਾਈ ਦਾ ਇੱਕ ਪਹਿਲੂ ਇਹ ਆਇਆ ਵੀ ਦੋਹਾਂ ਮੁਲਕਾਂ ਦਾ ਕੋਈ ਵੀ ਹਵਾਈ ਜਹਾਜ਼ ਇੱਕ ਦੂਜੇ ਦੇ 에ਅਰ ਸਪੇਸ ਵਿੱਚ ਐਤਕੀ ਨਹੀਂ ਗਿਆ। ਜਿਸ ਤਰ੍ਹਾਂ ਪਿਛਲੀ ਵਾਰ ਉਹ ਬਾਲਾਕੋਟ ਵਿੱਚ ਇੰਡੀਆ ਦਾ ਇੱਕ ਪਾਇਲਟ ਫੜ ਲਿਆ ਸੀ ਉਹਨਾਂ ਨੇ। ਦੋਹਾਂ ਮੁਲਕਾਂ ਦਾ ਕੋਈ ਵੀ 에ਅਰਕ੍ਰਾਫਟ ਇੱਕ ਦੂਜੇ ਮੁਲਕ ਦੇ 에ਅਰ ਸਪੇਸ ਵਿੱਚ ਨਹੀਂ ਗਿਆ, ਆਪਣੇ ਆਪਣੇ ਮੁਲਕ ਵਿੱਚ ਰਹਿੰਦਿਆਂ ਹੋਏ ਜਿਹੜੇ ਹੈਗੇ ਆ ਹਮਲੇ ਹੋਏ ਆ। ਔਰ ਚੀਨ ਨੇ ਤੁਸੀਂ ਦੇਖੋ ਵੀ ਪਾਕਿਸਤਾਨ ਵਿੱਚ ਰਹਿੰਦਿਆਂ ਹੋਏ ਹੀ ਚੀਨ ਦੇ 에ਅਰਕ੍ਰਾਫਟਸ ਨੇ ਵਾਇਆ ਪਾਕਿਸਤਾਨੀ ਮਿਲਟਰੀ ਭਾਰਤ ਦੇ 5 ਜਹਾਜ਼ ਆ ਜਿਹੜੇ ਭਾਰਤ ਦੇ ਖੇਤਰ ਵਿੱਚ ਹੀ ਸਿੱਟ ਦਿੱਤੇ, ਉਹਨਾਂ ਨੂੰ ਨਕਾਰਾ ਕਰ ਦਿੱਤਾ। ਸੋ ਇਹ ਜਿਹੜੀਆਂ ਫਿਊਚਰ ਦੀਆਂ ਜਿਹੜੀਆਂ ਲੜਾਈਆਂ ਨੇ ਉਹਦੀਆਂ ਕੈਪੇਬਿਲਿਟੀਜ਼ ਜਾਂ 에ਅਰ ਸਪੇਸ ਨੂੰ ਆਪਣੇ ਕਬਜ਼ੇ ਵਿੱਚ ਲੈਣਾ। ਸੋ ਹੁਣ ਜਿਹੜੀ ਹਵਾਈ ਫੌਜ ਦੀ ਲੜਾਈ ਰਹਿ ਗਈ ਆ, ਉਹ 에ਅਰ ਸਪੇਸ ਨੂੰ ਕੌਣ ਕਬਜ਼ੇ ਵਿੱਚ ਲੈ ਲੈਂਦਾ, ਕਿਹਦਾ ਜਿਹੜਾ GPS ਸਿਸਟਮ ਆ ਵੱਧ ਮਜ਼ਬੂਤ ਹੈਗਾ। ਹੁਣ ਭਾਰਤ ਨੇ ਵੀ ਇੱਕ GPS ਸਿਸਟਮ ਜੈਮ ਕਰਨ ਵਾਲਾ ਸਿਸਟਮ ਬਣਾਇਆ, ਪਰ ਸਾਨੂੰ ਲੱਗਦਾ ਵੀ ਚੀਨ ਦਾ ਜਿਹੜਾ GPS ਸਿਸਟਮ ਆ ਹਾਲੇ ਵੀ ਬਿਯੋਂਡ ਹੈਗਾ ਭਾਰਤ ਵਾਲੇ ਨਾਲੋਂ। ਸੋ ਉਹਦੇ ਹੱਲ ਨਹੀਂ ਤਾਂ ਫਿਰ ਭਾਰਤ ਨੇ ਕਿਉਂਕਿ ਭਾਰਤ ਦੇ ਜਿਹੜੇ ਰੱਖਿਆ ਵਿਸ਼ਲੇਸ਼ਕ ਉਹ ਕਹਿੰਦੇ ਆ ਵੀ BHEL ਨੇ ਇੱਕ ਇਹੋ ਜਿਹਾ ਰਡਾਰ ਬਣਾਇਆ ਜਿਹਦੇ ਨਾਲ ਸਿਰਫ ਭਾਰਤ ਦਾ ਹੀ GPS ਸਿਸਟਮ ਚੱਲੇਗਾ। ਉਹ ਜਿਹੜਾ ਯੂਰਪ ਦਾ ਹੈਗਾ ਉਹ ਵੀ ਖਤਮ ਕਰ ਸਕਦਾ, ਅਮਰੀਕਾ ਵਾਲੇ ਨੂੰ ਵੀ ਖਤਮ ਕਰ ਸਕਦਾ, ਰਸ਼ੀਆ ਤੇ ਚਾਈਨਾ ਵਾਲੇ ਨੂੰ ਵੀ।
ਪਰ ਇਸ ਜੰਗ ਵਿੱਚ ਜਿਸ ਤਰ੍ਹਾਂ ਚੀਨ ਨੇ ਅਗਰੈਸਿਵਲੀ ਪਾਰਟ ਨਿਭਾਇਆ, ਉਹ ਤੋਂ ਲੱਗਦਾ ਵੀ ਭਾਰਤ ਦੀਆਂ ਜਿਹੜਾ ਉਹ ਰਡਾਰ ਸਿਸਟਮ ਹੈਗਾ ਚੀਨ ਦੇ GPS ਸਿਸਟਮ ਨੂੰ ਤਬਾਹ ਕਰਨ ਵਿੱਚ ਕਾਮਯਾਬ ਨਹੀਂ ਹੋਇਆ। ਹਾਂ, ਭਾਰਤ ਨੇ ਪਾਕਿਸਤਾਨ ਦੇ 에ਅਰ ਡਿਫੈਂਸ ਸਿਸਟਮ ਨੂੰ ਜਿਹੜਾ ਹੈਗਾ ਵੀ ਉਹ ਕਮਜ਼ੋਰ ਕਰਿਆ। ਉਹਨਾਂ ਨੇ ਬਹੁਤੀਆਂ ਮਿਜ਼ਾਈਲਾਂ ਜਿਹੜੀਆਂ ਇੰਟਰਸੈਪਟ ਨਹੀਂ ਕਰੀਆਂ, ਭਾਰਤ ਵੱਲੋਂ ਛੱਡੀਆਂ ਬਹੁਤੀਆਂ ਮਿਜ਼ਾਈਲਾਂ ਆਪਣੀਆਂ ਨਿਸ਼ਾਨੀਆਂ ਤੇ ਵੱਜੀਆਂ ਤੇ ਉਹਨਾਂ ਨੇ ਨੁਕਸਾਨ ਵੀ ਕਰਿਆ। ਅੱਛਾ, ਇਹ ਜਿਹੜੇ PL ਮਿਜ਼ਾਈਲ ਆ, ਜਿਹੜੇ ਚੀਨ ਦੇ ਜਿਹੜੇ ਜਹਾਜ਼ ਆ, ਉਹਨਾਂ ਦੀ ਚਰਚਾ ਜਿਹੜੀ ਉਹ ਬਹੁਤ ਆ। ਜਿੱਦਾਂ ਹੁਣ ਤੁਸੀਂ ਇਹਨਾਂ ਦੀ ਮਿਜ਼ਾਈਲ ਦਾ ਜਿਹੜਾ ਉਹ ਦੱਸ ਰਹੇ ਆ, ਇੰਡੀਆ ਵਾਲੇ ਅੱਜ ਦਿਖਾ ਰਹੇ ਪ੍ਰੂਫ ਵੀ, ਕਹਿੰਦੇ ਜੀ ਅਸੀਂ ਤਾਂ PL-15 ਜਿਹੜੀ ਮਿਜ਼ਾਈਲ ਆ ਉਹ ਸਿੱਟ ਦਿੱਤੀ ਸੀ। ਜਿਹੜੀ 에ਅਰ ਟੂ 에ਅਰ ਮਿਜ਼ਾਈਲ ਆ ਉਹ ਚਾਈਨੀਜ਼ ਓਰੀਜਨ ਦੀ ਆ। ਟਰਕੀ ਦੇ ਓਰੀਜਨ ਦੇ ਜਿਹੜੇ ਡਰੋਨ ਆ ਉਹ ਵੀ ਜਿਹੜੇ ਉਹ ਅਸੀਂ ਸ਼ਾਟ ਡਾਊਨ ਕੀਤੇ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਇਹਨਾਂ ਮਿਜ਼ਾਈਲ, ਇਹਨਾਂ 에ਅਰਕ੍ਰਾਫਟ, ਹਵਾਈ ਸ਼ਮਤਾ ਜਿਹੜੀ ਚੀਨ ਦੀ ਆ, ਇਹ ਸਾਰੇ ਕਾਸੇ ਦੇ ਨਾਲ ਅਵਤਾਰ ਸਿੰਘ ਜੀ ਕਿਤੇ ਨਾ ਕਿਤੇ ਚੀਨ ਦੀ ਜਿਹੜੀ ਏਸ਼ੀਆ ਦੇ ਵਿੱਚ ਪੂਰੀ ਸਰਦਾਰੀ ਕਾਇਮ ਹੋ ਗਈ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸੋ ਇਹ ਗੱਲ ਆਪਾਂ ਵਾਰ-ਵਾਰ ਕਹਿ ਰਹੇ ਆ। ਸੋ ਕਿਉਂਕਿ ਜੰਗਬੰਦੀ ਅਮਰੀਕਾ ਨੇ ਕਰਾਈ ਆ, ਸੋ ਹਲੇ ਵੀ ਅਮਰੀਕਾ ਜਿਹੜੀ ਹੈਗੀ ਆ ਰੀਅਲ ਪਾਵਰ ਹੈਗੀ ਆ ਦੁਨੀਆ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਲਈ। ਇਹਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਮੰਨ ਲੈਣਾ ਚਾਹੀਦਾ। ਪਰ ਏਸ਼ੀਆ ਵਿੱਚ ਜਿਹੜਾ ਭਾਰਤ ਨੂੰ ਇਹ ਲੱਗਦਾ ਸੀਗਾ ਵੀ ਏਸ਼ੀਆ ਵਿੱਚ ਅਸੀਂ ਪਾਵਰਫੁਲ ਹੋਣ ਜਾ ਰਹੇ ਹਾਂ, ਉਹ ਚੀਨ ਦੀ ਜਿਹੜੀ ਸੁਪਰੀਮੇਸੀ ਆ ਉਹ ਦੁਬਾਰੇ ਕਾਇਮ ਹੋਈ ਆ। ਉਹਨਾਂ ਨੇ ਆਪਣੀ ਜਿਹੜੀ ਇੰਟੈਲੀਜੈਂਸ ਗੈਦਰਿੰਗ ਆ, ਜਿਹੜੀ ਡਿਜੀਟਲ ਇੰਟੈਲੀਜੈਂਸ ਆ ਤੇ ਹਿਊਮਨ ਇੰਟੈਲੀਜੈਂਸ ਆ, ਉਹਦੇ ਰਾਹੀਂ ਜਿੰਨੀ ਕੁ ਪਾਕਿਸਤਾਨ ਨੂੰ ਸੋਰਸਿਸ ਦਿੱਤੇ ਤੇ ਮੁੜ ਕੇ ਜਿਸ ਤਰ੍ਹਾਂ ਭਾਰਤ ਦੇ ਹਮਲਿਆਂ ਨੂੰ ਰੋਕ ਕੇ ਫਿਰ ਜਿਹੜਾ ਜਿਸ ਤਰ੍ਹਾਂ CNN ਕਹਿੰਦਾ ਵੀ ਬਰਾਜ ਆਫ ਮਿਜ਼ਾਈਲਸ ਆ ਜਿਹੜੀਆਂ ਅਟੈਕ ਕਰਿਆ ਲਗਾਤਾਰ, ਹਨਾ। ਸੋ ਇੱਕ ਮਿਜ਼ਾਈਲ ਆ ਜਿਹੜੀ ਦਿੱਲੀ ਤੇ ਦਾਗੀ ਗਈ ਸੀ, ਉਹ ਪਾਣੀਪਤ ਕੋਲ ਜਾ ਕੇ ਡਾਇਫਿਊਜ਼ ਹੋਈ ਆ, ਹਨਾ। ਸੋ ਬਹੁਤ ਨੇੜੇ ਜਾ ਕੇ ਤੁਸੀਂ ਨਾ ਮਤਲਬ ਕਿ ਉਹ ਕਿਉਂਕਿ ਜਿੰਨੀ ਤੇਜ਼ੀ ਨਾਲ ਉਹ ਚੱਲਦੀ ਆ, ਸੋ ਮਨ ਲੱਗਦੀ ਆ ਵੀ ਇੱਕ ਅੱਧਾ ਮਿੰਟ ਹੀ ਦੂਰ ਸੀ ਦਿੱਲੀ ਤੋਂ, ਹਨਾ। ਤੁਸੀਂ ਇਹ ਦੇਖ ਸਕਦੇ ਹੋ। ਸੋ ਜਿਹੜੀ ਪਾਕਿਸਤਾਨ ਦੇ ਕਿਸੇ ਏਰੀਏ ਤੋਂ ਚੱਲੀ ਹੋਊਗੀ, ਸਾਰਾ ਪੰਜਾਬ ਲੰਘ ਕੇ, ਅੱਧਾ ਹਰਿਆਣਾ ਲੰਘ ਕੇ ਨੀਅਰ ਜਾ ਕੇ ਦਿੱਲੀ ਆ ਜਿਹੜੀ ਉਹ ਡਾਇਫਿਊਜ਼ ਹੋਈ ਆ। ਸੋ ਜੇ ਇੱਕ ਅੱਧਾ ਮਿੰਟ ਆ ਉਹ ਅੱਗੇ ਪਿੱਛੇ ਹੋ ਜਾਂਦੀ ਤਾਂ ਦਿੱਲੀ ਤੇ ਵੱਡਾ ਅਟੈਕ ਆ ਜਿਹੜਾ ਹੈਗਾ ਹੋ ਜਾਣਾ ਸੀਗਾ। ਸੋ ਚੀਨ ਨੇ ਆਪਣੀ ਮਿਲਟਰੀ ਕੈਪੇਬਿਲਿਟੀ ਆ, ਤੁਸੀਂ ਦੇਖੋ ਇੱਕਦਮ ਹੀ ਰਾਫੇਲ ਦੇ ਜਿਹੜੇ ਸ਼ੇਅਰ ਮਾਰਕੀਟ ਵਿੱਚੋਂ ਇੱਕਦਮ ਟੁੱਟ ਗਿਆ ਹੋਇਆ, ਉਹਨਾਂ ਦੀ ਸ਼ੇਅਰ ਮਾਰਕੀਟ ਬਹੁਤ ਥੱਲੇ ਜਾ ਡਿੱਗਿਆ ਹੋਇਆ। ਪਰ ਚੀਨ ਦੇ ਜਿਹੜੇ ਆ PL-15 ਤੇ J-10 ਦੀ ਜਾਂ ਹੋਰ ਜਿਹੜੇ 에ਅਰ ਸਪੇਸ ਦੇ ਹਵਾਈ ਜਹਾਜ਼ ਆ, ਉਹਨਾਂ ਦੇ ਜਿਹੜੇ ਸ਼ੇਅਰ ਕਰਕੇ ਉਹਨਾਂ ਦਾ ਕੰਪਨੀ ਦਾ ਨਾਮ ਚੇਂਗਡੂ, ਉਹਨਾਂ ਦੇ ਜਿਹੜੇ ਹੈਗੇ ਸ਼ੇਅਰ ਇੱਕਦਮ ਵਧਣ ਲੱਗ ਗਿਆ ਕਿ ਸੋ ਚੀਨ ਨੇ ਡਿਪਲੋਮੈਟਿਕਲੀ ਦੁਨੀਆ ਨੂੰ ਦਿਖਾ ਦਿੱਤਾ ਹੋਇਆ ਵੀ ਏਸ਼ੀਆ ਦੀ ਸਰਦਾਰੀ ਚੀਨ ਦੇ ਕੋਲ ਹੈਗੀ ਆ। ਸੋ ਚੀਨ ਦੀ ਮਰਜ਼ੀ ਤੋਂ ਬਿਨਾਂ ਏਸ਼ੀਆ ਵਿੱਚ ਜਿਹੜਾ ਹੈਗਾ ਪੱਤਾ ਨਹੀਂ ਹਿੱਲੇਗਾ। ਸੋ ਇਸ ਭਾਰਤ ਪਾਕਿਸਤਾਨ ਜੰਗ ਨੇ, ਔਰ ਭਾਰਤ ਲਈ ਵੱਡੀ ਚੁਣੌਤੀ ਆ ਜਿਹੜੀ ਹੁਣ ਪਾਕਿਸਤਾਨ ਵੱਡੀ ਚੁਣੌਤੀ ਨਹੀਂ ਰਿਹਾ। ਪਾਕਿਸਤਾਨ ਦੇ ਖਿਲਾਫ ਵੀ ਜਿਹੜੀ ਜੰਗ ਆ ਉਹ ਚੀਨ ਜਿਹੜੀ ਉਹ ਲੜ ਸਕਦਾ, ਕਿਉਂਕਿ ਚੀਨ ਨੂੰ ਲੱਗਦਾ ਜੇ ਪਾਕਿਸਤਾਨ ਹਾਰ ਗਿਆ ਤਾਂ ਉਹ ਇੱਕ ਤਰ੍ਹਾਂ ਨਾਲ ਚੀਨ ਦੀ ਹਾਰ ਮੰਨੀ ਜਾਊਗੀ। ਸੋ ਭਾਰਤ ਨੂੰ ਇੰਨਾ ਪਾਵਰਫੁਲ ਨਹੀਂ ਹੋਣ ਦੇਵੇਗਾ ਜਿੱਦਾਂ ਅਮਰੀਕਾ ਚੀਨ ਨੂੰ ਪਾਵਰਫੁਲ ਨਹੀਂ ਹੋਣ ਦੇ ਰਿਹਾ, ਲਗਾਤਾਰ ਉਹਨੂੰ ਘੇਰ ਰਿਹਾ ਹੈ। ਇਸੇ ਤਰ੍ਹਾਂ ਚੀਨ ਵੀ ਫਿਊਚਰ ਵਿੱਚ ਹੋ ਸਕਦਾ ਵੀ ਭਾਰਤ ਨੂੰ ਇੰਨਾ ਪਾਵਰਫੁਲ ਨਾ ਹੋਣ ਦੇਵੇ ਜਿਹੜਾ ਉਹਦੀ ਸਰਦਾਰੀ ਨੂੰ ਚੁਣੌਤੀ ਦੇਣ ਲੱਗੇ। ਸੋ ਉਹ ਪਾਵਰ ਹੈ ਜਿਹੜੀ ਚੀਨ ਨੇ ਆਪਣੇ ਮਿਲਟਰੀ ਮਾਈਟ ਨਾਲ, ਆਪਣੇ ਏਰੀਅਲ ਸਪੇਸ ਨਾਲ ਔਰ ਸਮੁੱਚੇ ਉਸ ਖਿੱਤੇ ਦੇ 에ਅਰ ਸਪੇਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਫਿਰ ਆਪਣੇ ਢੰਗ ਨਾਲ ਕਾਰਵਾਈਆਂ ਕਰਨੀਆਂ, ਵੀ ਜਿੱਦਾਂ ਇੱਕੋ ਹੀ ਖਿਡਾਰੀ ਹੋਵੇ ਖੇਡਣ ਵਾਲਾ ਮੈਦਾਨ ਵਿੱਚ। ਸੋ ਉਹਨੇ ਉਸ ਤਰ੍ਹਾਂ ਨਾਲ ਇਸ ਸਪੇਸ ਨੂੰ ਮੱਲ ਕੇ ਤੇ ਕਾਰਵਾਈਆਂ ਕੀਤੀਆਂ। ਔਰ ਚੀਨ ਆਪਾਂ ਕਹਿ ਸਕਦੇ ਹਾਂ ਨਿਸ਼ਚੈ ਹੀ ਵੀ ਹਾਲੇ ਏਸ਼ੀਆ ਵਿੱਚ ਆ ਜਿਹੜੀ ਸਭ ਤੋਂ ਵੱਡੀ ਤਾਕਤ ਦੇ ਤੌਰ ਤੇ ਮਜ਼ਬੂਤ ਹੋ ਕੇ ਉੱਭਰਿਆ ਹੈ। ਅੱਛਾ, ਇਹਦੇ ਵਿੱਚ ਈਲਨ ਮਸਕ ਨੇ ਇੱਕ ਵਾਰੀ ਬਿਆਨ ਦਿੱਤਾ ਸੀ, ਅਮਰੀਕਾ ਦੀ ਜਿਹੜੀ ਆ 에ਅਰ ਕਰਾਫਟ ਜਾਂ 에ਅਰ ਫੋਰਸ ਆ ਉਸ ਨੂੰ ਲੈ ਕੇ ਕਹਿੰਦੇ ਵੀ ਚੀਨ ਵਾਲੇ ਹੁਣ ਬਹੁਤ ਜ਼ਿਆਦਾ ਐਡਵਾਂਸ ਹੋ ਗਏ ਆ, ਤੁਹਾਡੇ ਮੈਨਡ 에ਅਰ ਕਰਾਫਟ ਨੂੰ ਝੱਟ ਜਿਹੜਾ ਉਹ ਢਾ ਸਕਦੇ ਆ। ਕਿਤੇ ਨਾ ਕਿਤੇ ਅਮਰੀਕਾ ਤਾਂ ਫਿਰ ਹੁਣ ਸਿਰਦਰਦੀ ਤਾਂ ਲੈਂਦਾ ਹੀ ਹੋਊਗਾ। ਉਹਨਾਂ ਨੇ ਹੁਣ ਇਹ ਕੈਪੇਬਿਲਿਟੀ ਦੇਖੀ ਇਸ ਪੂਰੇ ਕੌਨਫਲਿਕਟ ਦੇ ਵਿੱਚ, ਚਾਈਨਾ ਦੇ ਇਹਨਾਂ ਮਿਜ਼ਾਈਲਸ ਦੀ, ਇਹਨਾਂ ਜਿਹੜਾ ਜਹਾਜ਼ ਦੀ। ਸੋ ਨਾਲ ਦੇ ਨਾਲ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ, ਜਦੋਂ ਲਾਸਟ ਟਾਈਮ ਵੀ ਤੁਸੀਂ ਗੱਲ ਕਰਦੇ ਸੀ ਵੀ ਅਮਰੀਕਾ ਭੁਲੇਖੇ 'ਚ ਆ ਇੰਡੀਆ ਨੂੰ ਲੈ ਕੇ ਵੀ ਚਾਈਨਾ ਖਿਲਾਫ ਇਹ ਡਟੂਗਾ, ਇਹ ਖੜੂਗਾ। ਕੀ ਆਹ ਸਾਰੇ ਕੌਨਫਲਿਕਟ ਨੇ ਉਹਨਾਂ ਦਾ ਥੋੜਾ ਬਹੁਤਾ ਭੁਲੇਖਾ ਦੂਰ ਕੀਤਾ ਉਹ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਹੁਣ ਉਹਨੂੰ ਦੁਬਾਰੇ ਸੋਚਣਾ ਪਊਗਾ, ਕਿਉਂਕਿ ਜਿਹੜਾ ਅਮਰੀਕਾ ਇਹ ਸੋਚਦਾ ਸੀ, ਆਪਾਂ ਨੂੰ ਤਾਂ ਕੋਈ ਆਪਾਂ ਨੂੰ ਕੋਈ ਭੁਲੇਖਾ ਹੀ ਹੈ ਨਹੀਂ ਵੀ ਭਾਰਤ ਚਾਹੇ ਕੈਪੇਬਲ ਵੀ ਹੋਵੇ ਤਾਂ ਵੀ ਚੀਨ ਦੇ ਖਿਲਾਫ ਨਹੀਂ ਖੜੇਗਾ। ਹੁਣ ਜਿਸ ਕਿਸਮ ਦੀ ਸਾਈਕੋਲੋਜੀਕਲ ਹਾਰ ਭਾਰਤ ਲੈ ਕੇ ਵਿਚਰਿਆ, ਉਹਦੇ ਚੋਂ ਅਮਰੀਕਾ ਸੋਚੇਗਾ
ਵੀ ਕੀ ਅਸੀਂ ਕਿਸੇ ਸਹੀ ਅਲਾਈ ਤੇ ਬੈਟ ਕਰ ਰਹੇ ਹੈਗੇ ਹਾਂ? ਕੀ ਇਹ ਚੀਨ ਦੇ ਖਿਲਾਫ ਲੜਨ ਦੀ ਸਮਰੱਥਾ ਵੀ ਰੱਖਦਾ ਹੈ? ਸੋ ਇਹ ਕਿਉਂਕਿ ਇੱਕ ਅਖਬਾਰ ਨੇ ਨਾ, ਇੱਕ ਮੈਂ ਹੋਰ ਅਖਬਾਰ ਦਾ ਪੜ੍ਹ ਰਿਹਾ ਸੀ ਜੀ। ਉਹਨੇ ਇਹ ਲਿਖਿਆ, ਕਹਿੰਦਾ ਵੀ ਜਦੋਂ ਨਾ ਤੁਹਾਡੀ ਤਾਕਤ ਆ ਜਿਹੜੀ ਲੁਕੀ ਹੋਈ ਹੋਵੇ, ਹਨਾ, ਵੀ ਤੁਹਾਡੀ ਡਾਂਗ ਆ ਜਿਹੜੀ ਲੁਕੀ ਹੋਈ ਹੋਵੇ, ਡਾਂਗ ਦਾ ਸਾਈਕੋਲੋਜੀਕਲ ਇਫੈਕਟ ਜ਼ਿਆਦਾ ਹੋਵੇ, ਤਾਂ ਉਹ ਵੱਧ ਤਾਕਤਵਰ ਹੁੰਦੀ ਆ। ਜਦੋਂ ਤੁਸੀਂ ਡਾਂਗ ਘਵਾਉਣ ਲੱਗ ਜਾਂਦੇ ਹੋ ਮੈਦਾਨ ਵਿੱਚ ਆ ਕੇ, ਔਰ ਫਿਰ ਇੱਕ ਤਰ੍ਹਾਂ ਨਾਲ ਤੁਹਾਡੀ ਜਿਹੜੀ ਤਾਕਤ ਆ ਬੇਨਕਾਬ ਹੋ ਜਾਂਦੀ ਆ, ਫਿਰ ਉਹ ਤਾਕਤ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ। ਉਹਨੇ ਨਰਿੰਦਰ ਮੋਦੀ ਤੇ ਟਿੱਪਣੀ ਕਰੀ, ਕਹਿੰਦਾ ਨਰਿੰਦਰ ਮੋਦੀ ਨੇ ਹੱਥ ਵਿੱਚ ਡਾਂਗ ਫੜ ਕੇ ਮੈਦਾਨ ਵਿੱਚ ਆ ਕੇ ਲਹਿਰਾਉਣ ਦਾ ਯਤਨ ਕਰਿਆ, ਜਿਹੜੀ ਕਿ ਜਿਹਨੇ ਉਹਦੀਆਂ ਵੀਕਨੈਸਸ ਸ਼ੋ ਕਰ ਦਿੱਤੀਆਂ, ਹਨਾ। ਕਹਿੰਦਾ ਸ਼ਕਤੀ ਜਦੋਂ ਮਿਲੀ ਹੋਈ ਨਾ ਹੋਵੇ ਤਾਂ ਉਹ ਡਰਾਵਾ ਰੱਖਦੀ ਹੈ, ਪਰ ਜਦੋਂ ਬਿਨਾਂ ਜ਼ਰੂਰਤ ਤੋਂ ਇਸ ਦਾ ਮੁਜ਼ਾਹਰਾ ਕਰੀ ਜਾਵੋ ਤਾਂ ਇਸ ਦੀਆਂ ਸੀਮਤਾਈਆਂ ਸਾਹਮਣੇ ਆ ਜਾਂਦੀਆਂ। ਉਹ ਕਹਿੰਦਾ ਵੀ ਭਾਰਤੀ 에ਅਰ ਫੋਰਸ ਦੀਆਂ ਇਹਦੇ ਨਾਲ ਸੀਮਤਾਈਆਂ ਤੇ ਫੌਜ ਦੀਆਂ ਜਿਹੜੀਆਂ ਹੈਗੀਆਂ ਸਾਹਮਣੇ। ਉਹਨੇ ਅਖਬਾਰ ਨੇ ਲਿਖਿਆ, ਇੰਡੀਆ ਲੋਸਟ ਲੀਵਰੇਜ ਨਾਟ ਥਰੂ ਡਿਫੀਟ ਬਟ ਥਰੂ ਓਵਰ ਰੀਚ, ਹਨਾ। ਉਹਨੇ ਆਪਣੇ ਆਪ ਨੂੰ ਜਿਸ ਤਰ੍ਹਾਂ ਵੀ ਆਪਣੇ ਬਾਰੇ ਬਹੁਤ ਓਵਰ ਐਸਟੀਮੇਟ ਕਰ, ਵੀ ਆਪਣੀ ਓਵਰ ਰੀਚ ਕਰਕੇ ਜਿਹੜਾ ਹੈਗਾ ਉਹ ਡਿਫੀਟ ਕਰਕੇ ਇੰਨਾ ਜਿਹੜਾ ਹੈਗਾ ਵੀ ਉਹ ਕਮਜ਼ੋਰ ਨਹੀਂ ਹੋਇਆ, ਆਪਣੀ ਓਵਰ ਐਸਟੀਮੇਟ ਕਰਕੇ, ਆਪਣੀ ਓਵਰ ਰੀਚ ਕਰਕੇ ਆ ਜਿਹੜਾ ਉਹ ਜਿਹੜੀਆਂ ਉਹਨੇ ਜਿਹੜੀਆਂ ਕਮਜ਼ੋਰੀਆਂ ਸਾਹਮਣੇ ਲਿਆਂਦੀਆਂ। ਸੋ ਚੀਨ ਆ ਜਿਹੜਾ ਉਸ ਓਵਰ ਰੀਚ ਦਾ ਜਿਹੜਾ ਫਾਇਦਾ ਉਠਾ ਗਿਆ ਹੋਇਆ। ਸੋ ਉਹਦੇ ਚੋਂ ਹੁਣ ਚੀਨ ਦੀ ਜਿਹੜੀ ਤਾਕਤ ਹੈਗੀ ਹੈ ਏਸ਼ੀਆ ਵਿੱਚ ਵਧੇਗੀ, ਔਰ ਅਮਰੀਕਾ ਜਿਹੜਾ ਹੈਗਾ ਹੁਣ ਜਦੋਂ ਅਮਰੀਕਨ ਇੰਟੈਲੀਜੈਂਸ ਬੈਠੇਗੀ ਕਿੱਦਾਂ, ਸੋ ਉਹ ਸੋਚੇਗੀ ਜ਼ਰੂਰ। ਸੋ ਬੇਸ਼ੱਕ ਉਹ ਇੱਕਦਮ ਭਾਰਤ ਨੂੰ ਗਲੋਂ ਨਹੀਂ ਲਾਉਣਗੇ, ਪਰ ਕਿਤੇ ਨਾ ਕਿਤੇ ਜਾ ਕੇ ਇਹ ਗੱਲ ਚੱਲੇਗੀ ਵੀ ਕੀ ਅਸੀਂ ਭਾਰਤ ਤੇ ਭਰੋਸਾ ਕਰ ਸਕਦੇ ਹਾਂ ਵੀ ਉਹ ਚੀਨ ਦੇ ਖਿਲਾਫ ਲੜਾਈ ਦੇ ਸਕਦਾ ਜਾਂ ਉਹਨੂੰ ਜੰਗ ਦੇ ਮੈਦਾਨ ਦੇ ਤੌਰ ਤੇ ਵਰਤਿਆ ਜਾ ਸਕਦਾ। ਇਹ ਗੱਲ ਹੁਣ ਅਮਰੀਕਨ ਡਿਪਲੋਮੈਟਸ ਵਿੱਚ ਜਿੱਦਾਂ ਜ਼ਰੂਰ ਤੁਰੇਗੀ। ਤਾਂ ਤੁਸੀਂ ਦੇਖ ਵੀ ਸਕਦੇ ਹੋ ਵੀ ਜੰਗ ਦੇ ਦੌਰਾਨ ਹੀ IMF ਦੀ ਮੀਟਿੰਗ ਹੁੰਦੀ ਹੈਗੀ ਆ, ਔਰ ਉਹਦੇ ਵਿੱਚ ਭਾਰਤ ਤੋਂ ਬਿਨਾਂ ਬਾਕੀ ਸਾਰੇ ਮੁਲਕ ਨੇ, ਚਾਹੇ UK ਆ ਚਾਹੇ ਯੂਰਪੀਅਨ ਮੁਲਕ ਆ, ਉਹ ਪਾਕਿਸਤਾਨ ਦੇ ਹੱਕ ਵਿੱਚ ਜਿਹੜਾ $1.5 ਲੱਖ ਦਾ ਜਿਹੜਾ ਬੇਲ ਆਊਟ ਆ ਉਹ ਦਿੰਦੇ ਹੈਗੇ ਆ, ਹਾਂਜੀ ਹਾਂ ਬਿਲੀਅਨ ਦਾ। ਸੋ ਸਾਰਾ ਹੈਗਾ ਵੀ ਇਸ ਕਰਕੇ ਇਹ ਸਾਰੀ ਸਟ੍ਰੈਟਜੀ ਆ ਜਿਹੜੀ ਹੁਣ ਥਿੰਕ ਅਬਾਊਟ ਹੋਊਗੀ ਭਾਰਤ ਬਾਰੇ, ਵੀ ਕਿਸ ਪੱਧਰ ਤੇ ਭਾਰਤ ਨਾਲ ਜਿਹੜੇ ਰਿਲੇਸ਼ਨ ਆ ਉਹ ਰੱਖਣੇ ਆ ਇਸ ਜੰਗ ਤੋਂ ਬਾਅਦ। ਅੱਛਾ, ਜਿਹੜਾ ਹੁਣ ਇਸ ਪੂਰੇ ਕੌਨਫਲਿਕਟ ਤੋਂ ਬਾਅਦ ਦੇ ਵਿੱਚ US ਤੇ ਚਾਈਨਾ ਦਾ ਟ੍ਰੇਡ ਸਮਝੌਤਾ ਵੀ ਹੋਇਆ, ਕੀ ਇਸ ਕੌਨਫਲਿਕਟ ਦੇ ਵਿੱਚ ਚਾਈਨਾ ਦੀ ਸੁਪੀਰੀਅਰਿਟੀ ਨੂੰ ਦੇਖਦੇ ਹੋਏ ਇੰਡੀਆ ਦੇ ਵੀ ਇਹ ਉਸ ਜੋ ਕਿ ਹੈ ਨਹੀਂ ਆ, ਉਸਨੇ ਵੀ ਇੰਪੈਕਟ ਕੀਤਾ ਹੋਊਗਾ? ਹਾਂਜੀ। ਸੋ ਚਲੋ ਟ੍ਰੇਡ ਸਮਝੌਤਾ ਤਾਂ ਪਹਿਲਾਂ ਹੀ ਚੱਲ ਰਿਹਾ ਸੀਗਾ ਜਿਹੜਾ ਨਾ, ਉਹ ਇੰਡੀਆ ਨਾਲ ਵੀ UK ਦਾ ਚੱਲ ਰਿਹਾ ਸੀ, ਜਿਹੜਾ ਜੰਗ ਦੇ ਤੋਂ ਇੱਕ ਅੱਧਾ ਦਿਨ ਪਹਿਲਾਂ ਹੀ ਹੈ ਜਿਹੜਾ ਹੋਇਆ, ਸੋ ਕਰਕੇ ਹੋਇਆ। ਪਰ ਕਿਉਂਕਿ ਟ੍ਰੇਡ ਤੋਂ ਬਿਨਾਂ ਹੁਣ ਅਮਰੀਕਾ ਉਹ ਟੈਰਿਫਸ ਲਾ ਕੇ ਦੇਖੇ ਸੀਗੇ, ਇੱਕਦਮ ਸਾਰੀਆਂ ਮਾਰਕੀਟਸ ਆ ਜਿਹੜੀਆਂ ਸ਼ੈਟਰ ਹੋ ਗਈਆਂ, ਉਹ ਹੁਣ ਪੋਸਟਪੋਨ ਹੋਏ ਨੇ। ਸੋ ਮੈਨੂੰ ਲੱਗਦਾ ਹੈਗਾ ਵੀ ਟ੍ਰੇਡ ਜਿਹੜਾ ਚਾਈਨਾ ਹੈਗਾ ਵਰਲਡ ਦੀ ਫੈਕਟਰੀ ਹੈਗੀ ਆ, ਕਿਉਂਕਿ ਚੀਪ ਲੇਬਰ ਕਰਕੇ ਉੱਥੇ ਮਾਲ ਸਸਤਾ ਜਿਹੜਾ ਵੇਚਿਆ ਜਾ ਸਕਦਾ। ਜਿਹੜਾ ਕਾਰਪੋਰੇਟ ਗਰੀਡ ਆ ਉਹ ਸਸਤੇ ਤੋਂ ਸਸਤਾ ਮਾਲ ਬਣਾ ਕੇ ਮਹਿੰਗੇ ਤੋਂ ਮਹਿੰਗਾ ਵੇਚਣਾ ਚਾਹੁੰਦਾ। ਸੋ ਕਾਰਪੋਰੇਟਸ ਆ ਜਿਹੜੀਆਂ ਅਮਰੀਕਨ ਕਾਰਪੋਰੇਟਸ ਆ ਜਾਂ ਵੈਸਟਰਨ ਕਾਰਪੋਰੇਟਸ ਆ, ਉਹ ਚੱਲਦੀਆਂ ਹੀ ਗਰੀਡ ਦੇ ਆਧਾਰ ਤੇ ਹੈਗੇ ਆ। ਉਹਨਾਂ ਲਈ ਹੁਣ ਜਿਹੜਾ ਹੈਗਾ ਵੀ ਜੇ ਉਹ ਅਮਰੀਕਨ ਕੋਈ ਵੀ ਅਮਰੀਕਨ ਫੈਕਟਰੀ ਵਰਕਰ ਆ, ਜੇ ਉਹਨੂੰ 400 500 ਜਾਂ $1000 ਜਿਹੜਾ ਹੈਗਾ ਵੀਕ ਦਾ ਦਿੰਦੇ ਆ, ਸੋ ਉੱਥੇ ਜਿਹੜੀ ਚਾਈਨਾ ਵਿੱਚ ਗੱਲ ਬਣਨੀ ਆ ਉਹ $500 ਇੱਕ ਮਹੀਨੇ ਦਾ ਦੇ ਕੇ ਬਣ ਜਾਣੀ ਆ। ਉਹੀ ਚੀਜ਼ ਨਾ, ਦੇਖੋ ਵੀ ਉਹ ਕਿੰਨਾ ਪੈਸਾ ਹੈਗਾ ਜਿਹੜਾ ਉਹ ਬਚਾ ਰਹੇ ਹੈਗੇ ਆ। $3500 ਜਿਹੜਾ ਹੈਗਾ ਉਹ ਮਹੀਨੇ ਦਾ ਇੱਕ ਵਰਕਰ ਪਿੱਛੇ ਬਚਾ ਰਹੇ ਹੈਗੇ ਆ। ਸੋ ਉਹਨਾਂ ਤੋਂ ਹਾਲੇ ਜਿਹੜਾ ਇਹ ਅਫੋਰਡ ਨਹੀਂ ਹੋਣਾ ਵੀ ਜਿਹੜਾ ਹੈਗਾ ਵੀ ਸਾਰਾ ਕੁਝ ਅਮਰੀਕਾ ਲੈ ਆਈਏ, ਕਿਉਂਕਿ ਕਾਰਪੋਰੇਟਸ ਦਾ ਆਪਣਾ ਧੂਆਂ ਨਿਕਲ ਜਾਣਾ। ਉਹ ਤੋਂ ਬਾਅਦ ਫਿਰ ਚੀਜ਼ਾਂ ਦੀਆਂ ਕੀਮਤਾਂ ਵਧਣਗੀਆਂ। ਉਹਨਾਂ ਨੇ ਆਪਣਾ ਤਾਂ ਜਿਹੜਾ ਮਾਰਜਨ ਆ ਨਹੀਂ ਵਧਾਉਣਾ। ਹੁਣ ਉਹ $10 ਵਾਲੀ ਚੀਜ਼ ਆ ਜਿਹੜੀ $100 ਦੀ ਵੇਚਦੇ ਆ, ਮੁੜ ਕੇ ਜਦੋਂ ਅਮਰੀਕਾ ਵਿੱਚ ਆ ਗਿਆ ਉਹੀ $60 ਦੀ ਬਣਨੀ ਆ, ਫਿਰ 100 ਦੀ ਵੇਚਣਗੇ, ਉਹਨਾਂ ਦੇ $40 ਜਿਹੜੇ ਆ ਬਚ ਜਾਣੇ ਆ। ਹੁਣ $90 ਆ ਉਹ ਸਾਰੇ ਆਪਣੇ ਵਿਚਾਰੇ। ਸੋ ਆਪਣਾ ਇਹਦੇ ਨਾਲ ਫਿਰ ਉਹ ਮਹਿੰਗਾਈ ਵਧੇਗੀ। ਹੁਣ ਜਿਹੜੀ ਉਹ ਚੀਨ ਤੋਂ ਲਿਆ ਕੇ $100 ਦੀ ਵੇਚ ਰਹੇ ਆ, ਫਿਰ $150-60 ਦੀ ਹੋ ਜਾਣੀ ਆ। ਸੋ ਜਿਹੜੀ ਇਨਫਲੇਸ਼ਨ ਵਧਣੀ ਆ, ਜੌਬਲੈਸਨੈਸ ਹੋਣੀ ਆ, ਉਹ ਸਾਰਾ ਕੁਝ ਨੂੰ ਦੇਖਦੇ ਸਾਨੂੰ ਲੱਗਦਾ ਵੀ ਚੀਨ ਤੇ ਹਲੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਰਿਲਾਈ ਕਰਨਾ ਪਵੇਗਾ। ਜਦੋਂ ਤੱਕ ਬੰਗਲਾਦੇਸ਼, ਵੀਅਤਨਾਮ ਜਾਂ ਇੰਡੀਆ ਜਾਂ ਪਾਕਿਸਤਾਨ ਇਹ ਜਿਹੜੀਆਂ ਮੈਨੂਫੈਕਚਰਿੰਗ ਹਬਸ ਨਹੀਂ ਬਣ ਗਈਆਂ, ਪਰ ਇਹਨਾਂ ਮੁਲਕਾਂ ਦਾ ਇਹ ਹੈਗਾ ਵੀ ਪਾਕਿਸਤਾਨ ਔਰ ਇੰਡੀਆ ਦਾ ਤਾਂ ਮੈਨੂਫੈਕਚਰਿੰਗ ਹਬ ਦਾ ਇਹ ਹੈਗਾ ਵੀ ਇੱਥੋਂ ਦੇ ਜਿਹੜੇ ਵਪਾਰੀ ਆ, ਇੱਥੋਂ ਦੇ ਜਿਹੜੇ ਬਿਜ਼ਨਸਮੈਨ ਆ, ਉਹ ਰਿਸਰਚ ਵਿੱਚ ਤੇ ਮੈਨੂਫੈਕਚਰਿੰਗ ਵਿੱਚ ਪੈਸਾ ਲਾਉਣਾ ਹੀ ਨਹੀਂ ਚਾਹੁੰਦੇ। ਉਹ ਬਿਲਕੁਲ ਉਸੇ ਤਰ੍ਹਾਂ ਜਿਹੜੀ ਵਿਦੇਸ਼ੀ ਵਪਾਰੀਆਂ ਵਰਗੇ ਹੈਗੇ ਵੀ ਚੀਨ ਤੋਂ ਸਸਤਾ ਮਿਲਦਾ ਲਈ ਜਾਓ,
ਚੱਕ ਕੇ ਇੱਥੇ ਮਹਿੰਗਾ ਵੇਚੀ ਜਾਓ ਨਾ। ਸੋ ਭਾਰਤ ਦੀ ਜਿਹੜੀ ਮੈਨੂਫੈਕਚਰਿੰਗ ਹੈਗੀ ਆ, ਸੋ ਪਾਕਿਸਤਾਨ ਦਾ ਤਾਂ ਸਾਨੂੰ ਬਹੁਤ ਜ਼ਿਆਦਾ ਨਹੀਂ ਪਤਾ ਵੀ ਉਹਦਾ ਕਿਸ ਤਰ੍ਹਾਂ ਦਾ। ਸੋ ਆਪਾਂ ਨੂੰ ਭਾਰਤ ਦਾ ਤਾਂ ਪਤਾ ਹੈ, ਭਾਰਤ ਦੇ ਵਪਾਰੀ ਪੈਸਾ ਨਹੀਂ ਲਾਉਣਾ ਚਾਹੁੰਦੇ, ਉਹ ਸਿਰਫ ਪੈਸੇ ਚੋਂ ਪੈਸਾ ਬਣਾਉਣਾ ਚਾਹੁੰਦੇ, ਵੀ ਵੇਚ ਕੇ ਟ੍ਰੇਡ ਆ ਜਿਹੜਾ ਕਰ ਲਓ। ਇਹ ਕੰਮ, ਇਹ ਜਿਹੜੀਆਂ ਚੀਜ਼ਾਂ ਬਣਾਉਣ ਵਾਲਾ ਕੰਮ ਹੈ ਚੀਨ ਨੂੰ ਦੇ ਰੱਖੋ। ਸੋ ਭਾਰਤ ਵੀ ਚੀਨ ਤੇ ਡਿਪੈਂਡ ਰਹੂਗਾ ਤੇ ਵੈਸਟਰਨ ਵਰਲਡ ਵੀ ਚੀਨ ਤੇ ਡਿਪੈਂਡ ਰਹੂਗਾ। ਸੋ ਉਹ ਰਿਸ਼ਤੇ ਉਸ ਢੰਗ ਨਾਲ ਉਹਨਾਂ ਨਾਲ ਜਿਹੜੇ ਬਣਾਉਣੇ ਪੈਣੇ। ਠੀਕ ਹੈ। ਅੱਛਾ, ਇਸ ਦੇ ਵਿੱਚ ਅੱਗੇ ਅਵਤਾਰ ਸਿੰਘ ਜੀ ਗੱਲ ਕਰੀਏ, ਮੀਡੀਆ ਦਾ ਚਰਚਾ ਚੱਲਿਆ ਸੀ, ਭਾਰਤ ਦੀ ਆਪਾਂ ਡਿਫੈਂਸ ਦੀ ਗੱਲ ਕੀਤੀ, ਇਹਨਾਂ ਦੇ ਡਿਪਲੋਮੈਟਿਕ ਕਮਜ਼ੋਰੀਆਂ ਵੀ ਕਿਤੇ ਨਾ ਕਿਤੇ ਸਾਹਮਣੇ ਆਈਆਂ, ਉਸ ਦੇ ਉੱਤੇ ਵੀ ਉਂਗਲਾਂ ਜਿਹੜੀਆਂ ਕੌਮਾਂਤਰੀ ਮੀਡੀਆ ਨੇ ਧਰੀਆਂ, ਉਹ ਕੀ ਆ? ਹਾਂਜੀ, ਡਿਪਲੋਮੈਟਿਕਲੀ ਤਾਂ ਇਹ ਹੈਗਾ ਵੀ ਉਹਨਾਂ ਨੇ ਜਿਹੜੀ ਵਾਰ ਦਾ ਇੱਕ ਤਰ੍ਹਾਂ ਨਾਲ ਜਿਹੜਾ ਫੈਸਲਾ ਆਪਣੇ ਤੌਰ ਤੇ ਲੈ ਰਿਹਾ, ਜ਼ਿਆਦਾ ਕਿਸੇ ਨਾਲ ਬਹੁਤੀ ਗੱਲਬਾਤ ਨਹੀਂ ਕਰੀ, ਹਨਾ, ਜਾਂ ਕਿਸੇ ਨੂੰ ਭਰੋਸੇ ਵਿੱਚ ਨਹੀਂ ਲਿਆ, ਜਸਟ ਇਜ਼ਰਾਈਲ ਦੀਆਂ ਦੇ ਕਹਿਣ ਤੇ ਹੀ ਹੈਗਾ ਇਹ ਸਾਰਾ ਕੁਛ ਹੈ ਜਿਹੜਾ ਉਹ ਲੈ ਕੇ ਹੋਏ ਨੇ। ਤੇ ਡਿਪਲੋਮੈਟਿਕਲੀ ਵੀ ਫਿਰ ਉਹਨਾਂ ਨੇ ਬਹੁਤ ਕੁਛ ਡਿਸਕਲੋਜ਼ ਨਹੀਂ ਕਰਿਆ, ਖਾਸ ਕਰਕੇ ਅਮਰੀਕਾ ਨੂੰ ਜਾਂ ਹੋਰ ਮੁਲਕਾਂ ਨੂੰ ਜਿਹੜਾ ਕਿ ਡਿਸਕਲੋਜ਼ਰ ਚਾਹੀਦਾ ਸੀ। ਤੇ ਕਿਉਂਕਿ ਬਹੁਤ ਸਾਰੇ ਮੁਲਕ ਇਹ ਮੰਗ ਰਹੇ ਸੀਗੇ ਵੀ ਪਹਿਲਗਾਮ ਘਟਨਾ ਦੇ ਸਾਨੂੰ ਜਿਹੜੇ ਟਿਪਸ ਆ ਉਹ ਦਿੱਤੇ ਜਾਣ, ਤਾਂ ਕਿ ਜੇ ਉਹ ਟਿਪਸ ਦੇ ਕੇ ਸਾਂਝੇ ਕਰਕੇ ਇੰਟਰਨੈਸ਼ਨਲ ਜਿਹੜੀ ਅਥਾਰਟੀਜ਼ ਨਾਲ ਕਰਦੇ ਤਾਂ ਹੋ ਸਕਦਾ ਪਾਕਿਸਤਾਨ ਦੇ ਖਿਲਾਫ ਇੱਕ ਵੱਡੀ ਹਵਾ ਜਿਹੜੀ ਉਹ ਖੜੀ ਕਰ ਸਕਦੇ ਸੀ ਡਿਪਲੋਮੈਟਿਕਲੀ। ਸੋ ਆਈਸੋਲੇਟ ਉਹਨਾਂ ਨੇ ਹੋਰ ਢੰਗ ਨਾਲ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਦੇ ਹਵਾਈ ਜਿਹੜੀ ਹੈਗੀ ਆ ਅਟੋਮਿਕ ਫੈਸਿਲਿਟੀਜ਼ ਤੇ ਹਮਲਾ ਕਰਕੇ ਉਹਨੂੰ ਪੂਰੀ ਤਰ੍ਹਾਂ ਆਈਸੋਲੇਟ ਕਰ ਦਿਓ। ਸੋ ਇਸ ਕਰਕੇ ਡਿਪਲੋਮੈਟਿਕ ਕਮਜ਼ੋਰੀਆਂ ਨੇ ਜਿਹੜੀਆਂ ਬਿਨਾਂ ਦੱਸੇ ਆਪਣੇ ਤੌਰ ਤੇ ਕਿਸੇ ਦੂਜੇ ਮੁਲਕ ਦੀਆਂ ਜਿਹੜੀਆਂ ਅਟੋਮਿਕ ਫੈਸਿਲਿਟੀਜ਼ ਆ ਉਹਦੇ ਤੇ ਹਮਲਾ ਕਰਨ ਦਾ ਵਿਚਾਰ ਪੈਦਾ ਕਰਨਾ, ਬਿਨਾਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਭਰੋਸੇ ਵਿੱਚ ਲਿਆ, ਜਾਂ ਹੋਰ ਜਿਹੜੀਆਂ ਬਹੁਤ ਸਾਰੀਆਂ ਅਗਲੇ ਦਿਨਾਂ ਦੌਰਾਨ ਆ ਜਿਹੜੀਆਂ ਉਹ ਸਾਹਮਣੇ ਆਉਣਗੀਆਂ। ਤੇ ਦੂਸਰਾ ਹੁਣ ਇਹ ਹੈਗਾ ਵੀ ਜਿਹੜੇ ਜਹਾਜ਼ ਡਿੱਗੇ ਗਏ ਉਹਨਾਂ ਬਾਰੇ ਨਾ ਮੰਨਣਾ, ਤੇ ਇੱਕ ਤਰ੍ਹਾਂ ਨਾਲ ਹਲੇ ਵੀ ਆਪਣੇ ਪਿੱਠ ਥਪਤ ਪਾਉਣੀ। ਸੋ ਜਿਹੜੀਆਂ ਕਮਜ਼ੋਰੀਆਂ ਬਾਰੇ ਜਿਹੜੀਆਂ ਇੰਟਰਨਲ ਜਿਹੜੀ ਆਪਾਂ ਕਹਿੰਦੇ ਸਪੈਕੂਲੇਸ਼ਨ ਆ ਜਾਂ ਜਿਹੜੀ ਆਤਮ ਚੀਨਣ ਹੁੰਦਾ ਉਹਦੇ ਤੋਂ ਭੱਜਣਾ, ਇਹ ਸਾਰੀਆਂ ਜਿਹੜੀਆਂ ਡਿਪਲੋਮੈਟਿਕ ਕਮਜ਼ੋਰੀਆਂ ਜਿਹੜੀਆਂ ਹੋਈਆਂ ਨੇ। ਸੋ ਲਗਾਤਾਰ ਕੁਛ ਇਨਫੋਰਮੇਸ਼ਨ ਗਲਤ ਦੇਣੇ ਵੀ ਅਸੀਂ ਹਮਲਾ ਨਹੀਂ ਕਰਾਂਗੇ ਤੇ ਇੱਕਦਮ ਹਮਲਾ ਕਰ ਦੇਣਾ, ਉਹ ਸਾਰਾ ਕਾਫੀ ਕੁਛ ਹੈ ਜਿਹੜਾ ਉਹ ਡਿਪਲੋਮੈਟਿਕਲੀ ਸਾਹਮਣੇ ਆ ਰਿਹਾ ਹੈ। ਅਵਤਾਰ ਸਿੰਘ ਜੀ, ਅਮਰੀਕਾ ਵੱਲੋਂ ਕਸ਼ਮੀਰ ਮਾਮਲੇ 'ਚ ਜਿਹੜੀ ਵਿਚੋਲਗੀ ਕਰਨ ਦਾ ਜਿਹੜਾ ਅਰਥ ਆ ਹੁਣ ਕੀ ਆ? ਮੈਂ ਜਿੱਦਾਂ ਪਹਿਲਾਂ ਵੀ ਸ਼ਿਮਲਾ ਐਗਰੀਮੈਂਟ ਦੀ ਇਸ ਦੇ ਵਿੱਚ ਜਿਹੜੀ ਉਹ ਗੱਲ ਕੀਤੀ, ਤੁਸੀਂ ਦੱਸਿਆ ਵੀ ਜਦੋਂ ਵਾਟਰ ਵਾਲੀਆਂ ਸੰਧੀਆਂ ਤੋੜਦੇ ਵੀ ਤੁਸੀਂ ਆਪਣੇ ਆਪ ਉਸ ਨੂੰ ਇੱਕ ਥਾਂ ਜਿਹੜੀ ਉਹ ਦਿੰਦੇ ਆ। ਅਮਰੀਕਾ ਇਸ ਦੇ ਜ਼ਰੀਏ ਕੁਝ ਹੋਰ ਵੀ ਵਿਉਂਤ ਹੋ ਸਕਦੀ ਆ? ਇਹਦੇ ਅਰਥ ਕੀ ਆ ਵਿਚੋਲਗੀ ਕਰਨ ਦੇ ਜਿਹੜੇ ਆ ਪੇਸ਼ਕਸ਼ ਕਰਨ ਦੇ? ਹਾਂਜੀ, ਸੋ ਇਹ ਤਾਂ ਹੁਣ ਜਿਹੜੀ ਹੈਗੀ ਆ ਵੀ ਉਹਨਾਂ ਨੇ ਪਟਾਰਾ ਜਿਹੜਾ ਖੋਲਿਆ ਹੋਇਆ ਭਾਰਤ ਦੀਆਂ, ਇਹ ਵੀ ਇੱਕ ਭਾਰਤ ਦੀ ਗਲਤੀ ਹੈਗੀ ਆ ਵੀ ਉਹਨਾਂ ਨੇ ਜਿਹੜੀਆਂ ਟ੍ਰੀਟੀਜ਼ ਰੱਦ ਕਰੀਆਂ। ਸੋ ਉਹਨਾਂ ਨੇ ਨਹੀਂ ਸੋਚਿਆ ਵੀ ਇਹ ਜਿਹੜਾ ਤੀਜੀ ਧਿਰ ਦਾ ਰਾਹ ਜਿਹੜਾ ਖੋਲ ਦੇਗੇ। ਹੁਣ ਜਿਹੜਾ ਇੰਨੇ ਸਾਲਾਂ ਤੋਂ 1947 ਤੋਂ ਬਾਅਦ ਹੀ ਜਿਹੜਾ ਇੱਕ ਚੱਲ ਰਿਹਾ ਹੈਗਾ ਇਹ ਡਿਸਪਿਊਟ ਆ, ਜਦੋਂ ਇੰਨੇ 70-75 ਸਾਲਾਂ ਤੋਂ ਦੋ ਮੁਲਕ ਨਹੀਂ ਹੱਲ ਕਰ ਸਕੇ ਤਾਂ ਤੀਜੀ ਧਿਰ ਤਾਂ ਜਿਹੜੀ ਹੈਗੀ ਹੈ ਮੈਡੀਟੇਸ਼ਨ, ਇਹ ਜਿਹੜੀ ਵਿਚੋਲਗੀ ਕਰੇਗੀ। ਸੋ ਅਮਰੀਕਾ ਦੇ ਡੋਨਾਲਡ ਟਰੰਪ ਨੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਵੀ ਅਸੀਂ ਜਿਹੜੀ ਵਿਚੋਲਗੀ ਕਰਨ ਨੂੰ ਤਿਆਰ ਹੈਗੇ ਆ। ਹੁਣ ਭਾਰਤ ਆ ਥੋੜਾ ਜਿਹਾ ਬੈਕਫੁੱਟ ਤੇ ਆ ਵੀ ਅਸੀਂ ਵਿਚੋਲਗੀ ਨਹੀਂ ਚਾਹੁੰਦੇ, ਅਸੀਂ ਆਪ ਦਵੱਲੇ ਸਮਝੌਤੇ ਰਾਹੀਂ ਜਿਹੜੀ ਹੱਲ ਕਰ ਲਾਂਗੇ। ਔਰ ਦਵੱਲੇ ਤੌਰ ਤੇ ਉਹ ਕਹਿੰਦੇ ਆ ਵੀ ਸਿਰਫ ਦੋ ਗੱਲਾਂ ਤੇ ਗੱਲ ਹੋਏਗੀ, ਇੱਕ ਤਾਂ ਟੈਰਰਿਜ਼ਮ ਤੇ ਦੂਜਾ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਆ ਉਹ ਭਾਰਤ ਦੇ ਹਵਾਲੇ ਕਰਨ ਤੇ। ਸੋ ਹੁਣ ਪਾਕਿਸਤਾਨ ਤਾਂ ਕਿਸੇ ਹੱਦ ਵਿੱਚ ਵੀ ਨਹੀਂ ਮੰਨੇਗਾ। ਹੁਣ ਕੀ ਭਾਰਤ ਚੀਨ ਦਾ ਦਾਅਵਾ ਮੰਨ ਲੂਗਾ ਵੀ ਅਰੁਣਾਚਲ ਪ੍ਰਦੇਸ਼ ਚੀਨ ਦਾ ਹੈਗਾ? ਹਨਾ, ਜੇ ਭਾਰਤ ਦੇ ਉਹਦੇ ਵਿੱਚ ਵੀ ਜੇ ਕੋਈ ਹੁਣ ਤੀਜੀ ਧਿਰ ਦੀ ਵਿਚੋਲਗੀ ਨਹੀਂ ਆਉਂਦੀ, ਭਾਰਤ ਕਹੇ ਵੀ ਚੀਨ ਦਾ ਤੇ ਭਾਰਤ ਦਾ ਹੀ ਮਸਲਾ ਹੈਗਾ, ਚੀਨ ਕਹਿ ਰਿਹਾ ਵੀ ਅਰੁਣਾਚਲ ਪ੍ਰਦੇਸ਼ ਮੇਰਾ ਹੈਗਾ, ਜਿਸ ਤਰ੍ਹਾਂ ਭਾਰਤ ਕਹਿੰਦਾ ਵੀ ਪਾਕਿਸਤਾਨ ਆਕੂਪਾਈਡ ਕਸ਼ਮੀਰ ਮੇਰਾ ਹੈਗਾ। ਸੋ ਕੀ ਭਾਰਤ ਇੰਨੀ ਸਮੂਥਲੀ ਅਰੁਣਾਚਲ ਪ੍ਰਦੇਸ਼ ਚੀਨ ਨੂੰ ਦੇ ਦੇਗਾ ਜਿੰਨੀ ਸਮੂਥਲੀ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਆਪਣੇ ਹੱਥਾਂ ਕਬਜ਼ੇ ਵਿੱਚ ਲੈਣਾ ਚਾਹੁੰਦਾ ਹੈ? ਸੋ ਕੰਪਲਸ਼ਨਸ ਆ ਨਾ, ਜੇ ਅਰੁਣਾਚਲ ਪ੍ਰਦੇਸ਼ ਦਾ ਮੁੱਦਾ ਵਾਧਾ ਉਦੋਂ ਵੀ ਤਾਂ ਭਾਰਤ ਅਮਰੀਕਾ ਕੋਲ ਜਾਏਗਾ ਵੀ ਸਾਡੀ ਸਹਾਇਤਾ ਕਰੋ, ਹਨਾ। ਸੋ ਫਿਰ ਇਸੇ ਤਰ੍ਹਾਂ ਇੱਕ ਪਾਸੇ ਉਹ ਜਿਹੜੀ ਥਰਡ ਪਾਰਟੀ ਦੀ ਜਿਹੜੀ ਵਿਚੋਲਗੀ ਆ ਉਹ ਆਪ ਸੱਦਾ ਦੇਣਗੇ, ਦੂਜੇ ਪਾਸੇ ਕਹਿ ਰਹੇ ਹੋ ਵੀ ਸਾਨੂੰ ਸੱਦੇ ਦੀ ਲੋੜ ਨਹੀਂ, ਅਸੀਂ ਆਪਣੇ ਆਪ ਕਰ ਲਾਂਗੇ। ਸੋ ਇਹ ਜਿਹੜੇ ਡਬਲ ਸਟੈਂਡਰਡਸ ਹੈਗੇ ਆ ਡਿਪਲੋਮੈਟਿਕਲੀ, ਤੁਸੀਂ ਲੰਮੇ ਸਮੇਂ ਤੱਕ ਨਹੀਂ ਧੋਖਾ ਦੇ ਸਕਦੇ ਹੁੰਦੇ ਕਿਸੇ ਨਾ ਕਿਸੇ ਢੰਗ ਨਾਲ। ਹਾਲਾਂ ਤੱਕ ਅਮਰੀਕਾ ਦੀਆਂ ਕੁਝ ਆਪਣੀਆਂ ਕੰਪਲਸ਼ਨਸ ਸੀਗੀਆਂ ਵੀ ਉਹ ਭਾਰਤ ਨੂੰ ਜਿਹੜਾ ਹੈਗਾ ਵੀ ਲੰਬੇ ਹੱਥੀ ਜਿਹੜਾ ਹੈਗਾ ਉਹ ਸਹਾਇਤਾ ਕਰਦਾ ਰਿਹਾ। ਹਾਲਾਂਕਿ ਰਸ਼ੀਅਨ ਵਾਰ ਵਿੱਚ ਜਿੰਨਾ ਤੇਲ ਲੈ ਕੇ ਇਹਨਾਂ ਨੇ ਯੂਰਪ ਨੂੰ ਵੇਚਿਆ, ਉਹ ਸੈਂਕਸ਼ਨ ਹੋਣ ਦੇ ਬਾਵਜੂਦ ਜੇ ਉਹ ਚਾਹੁੰਦੇ ਤਾਂ ਇੱਕਦਮ ਸਾਰਾ ਕੁਛ ਆ ਜਿਹੜਾ ਤਬਾਹ ਕਰ ਸਕਦੇ ਸੀ। ਇਹ ਨਹੀਂ ਸੀਗਾ ਵੀ ਉਹ ਕੈਪੇਬਲ ਨਹੀਂ ਸੀ। ਉਹਨਾਂ ਨੇ ਭਾਰਤ ਨੂੰ ਇੱਕ ਖੁੱਲ੍ਹ ਦਿੱਤੀ ਵੀ ਚਲੋ ਕੋਈ ਗੱਲ ਨਹੀਂ,
ਕਿਸੇ ਵੱਡੀ ਦੌੜ ਵਿੱਚ ਆਪਾਂ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਕਮਜ਼ੋਰੀਆਂ ਨੂੰ ਅਖੋਲੇ ਵੀ ਕਰ ਸਕਦੇ ਹੈਗੇ ਆ। ਪਰ ਇਹ ਅਖੋਲੇ ਕਿੰਨੀ ਕੁ ਦੇਰ ਹੁੰਦੀ ਰਹੂਗੀ, ਕਿੰਨੀ ਕੁ ਦੇਰ ਡਿਪਲੋਮੇਸੀ ਹੈ ਜਿਹੜੀ ਹਾਈਡ ਐਂਡ ਸੀਕ ਵਾਲੀ ਡਿਪਲੋਮੇਸੀ ਹੈ, ਕਿੰਨੀ ਕੁ ਦੇਰ ਚੱਲੇਗੀ, ਇਹ ਦੇਖਣਾ ਪਊਗਾ। ਸੋ ਜੇ ਹੁਣ ਚੀਨ ਦਾ ਇੱਕਦਮ ਆ ਜਾਣਾ, ਅੱਜ ਹੀ ਚੀਨ ਦਾ ਇਹ ਆ ਗਿਆ ਹੋਇਆ ਵੀ ਅਰੁਣਾਚਲ ਪ੍ਰਦੇਸ਼ ਆ ਜਿਹੜਾ, ਉਹਦੇ ਤੇ ਸਾਡਾ ਹੱਕ ਬਣਦਾ ਹੈਗਾ। ਸੋ ਇੱਕ ਤਰ੍ਹਾਂ ਨਾਲ ਉਹਨੇ ਪਾਕਿਸਤਾਨ ਵਾਲਾ ਜਿਹੜਾ POK ਵਾਲਾ ਮਸਲਾ ਹੈਗਾ, ਉਹਦੇ ਬਰਾਬਰ ਤੇ ਆਪਣਾ ਦਾਅਵਾ ਜਿਹੜਾ ਇੱਕ ਵੱਡੇ ਮਜ਼ਬੂਤ ਢੰਗ ਨਾਲ ਦਾ ਕਰ ਦਿੱਤਾ ਹੋਇਆ। ਹੁਣ ਜਿਹੜੀ ਇੰਟਰਨੈਸ਼ਨਲ ਜਿਹੜੀ ਵਿਚੋਲਗੀ ਹੈਗੀ ਆ, ਉਹਦੇ ਲਈ ਰਾਹ ਖੁੱਲਣਗੇ। ਸੋ ਸਾਊਥ ਏਸ਼ੀਆ ਦੀ ਰੀਸਟਰਕਚਰਿੰਗ ਦੇ ਰਾਹ ਜਿਹੜੇ ਕਸ਼ਮੀਰ ਰਾਹੀਂ, ਬਲੋਚਿਸਤਾਨ ਰਾਹੀਂ, ਤੇ ਫਿਰ ਜਿਹੜੇ ਹੋਰ ਧਿਰਾਂ ਦੇ ਜਿਹੜੇ ਦਾਅਵੇ ਆ, ਉਹਨਾਂ ਰਾਹੀਂ ਜਿਹੜੇ ਖੁੱਲਣ ਦੀ ਸੰਭਾਵਨਾ ਜ਼ਰੂਰ ਪੈਦਾ ਹੋਵੇਗੀ। ਬਲੋਚਿਸਤਾਨ ਵਾਲੇ ਮੀਰ ਯਾਰ ਕਹਿੰਦੇ ਵੀ ਅਸੀਂ ਪਾਕਿਸਤਾਨੀ ਨਹੀਂ, ਉਹਨਾਂ ਨੇ ਆਜ਼ਾਦੀ ਘੋਸ਼ਿਤ ਕਰ ਦਿੱਤੀ ਆ। ਇਹ ਸਾਰੇ ਮਾਮਲੇ ਵਿੱਚ ਇੰਡੀਆ ਲੱਗਦਾ ਪਾਕਿਸਤਾਨ ਦੇ ਉੱਤੇ ਇਧਰੋਂ ਵੀ ਇਸ ਜ਼ਰੀਏ ਵੀ ਦਬਾਅ ਪਾ ਰਿਹਾ। ਹਾਂਜੀ, ਸੋ ਉਹ ਤਾਂ ਦਬਾਅ ਪਾਏਗਾ ਹੀ ਪਾਏਗਾ ਸਰ, ਹਨਾ ਵੀ ਉਹਨਾਂ ਨੂੰ ਇੰਡੀਆ ਵੀ ਉਲਝਾਊਗਾ, ਪਾਕਿਸਤਾਨ ਇੰਡੀਆ ਨੂੰ ਉਲਝਾਊਗਾ। ਪਾਕਿਸਤਾਨ ਨੇ ਚੀਨ ਦੇ ਰਾਹੀਂ ਇੰਡੀਆ ਨੂੰ ਉਲਝਾਇਆ, ਇੰਡੀਆ ਹੈਗਾ ਜਿਹੜਾ ਬਲੋਚਿਸਤਾਨ ਦੇ ਰਾਹੀਂ ਪਾਕਿਸਤਾਨ ਨੂੰ ਉਲਝਾ ਰਿਹਾ। ਸੋ ਇਹ ਹੈਗੀ ਆ ਵੀ ਇਹ ਡਿਪਲੋਮੈਟਿਕ ਗੇਮ ਹੈਗੀ ਆ। ਉਹਦੇ ਵਿੱਚੋਂ ਹੁਣ ਜਦੋਂ ਚੀਨ ਡਟ ਕੇ ਉਹਦੇ ਨਾਲ ਪਾਕਿਸਤਾਨ ਨਾਲ ਖੜਿਆ ਹੈਗਾ, ਸੋ ਜਿਸ ਤਰ੍ਹਾਂ ਨਾਲ ਉਹਨਾਂ ਨੇ ਭਾਰਤ ਦੇ ਖਿਲਾਫ ਕਾਰਵਾਈ ਕੀਤੀ ਆ, ਤਾਂ ਹੋ ਸਕਦਾ ਬਲੋਚਿਸਤਾਨ ਵਿੱਚ ਵੀ ਉਸ ਤਰ੍ਹਾਂ ਦਾ, ਕਿਉਂਕਿ ਉਹਨਾਂ ਦੇ ਆਪਣੇ ਇੰਟਰਸਟ ਵੀ ਹੈਗੇ ਆ ਬਲੋਚਿਸਤਾਨ ਵਿੱਚ, ਕਾਫੀ ਕੁਝ ਜਿਹੜੇ ਚੀਨ ਦੇ ਜਿਹੜੇ ਪ੍ਰੋਜੈਕਟ ਹੈਗੇ ਆ ਉਹ ਲੱਗੇ ਹੋਏ ਆ। ਸੋ ਇਹ ਕਾਫੀ ਜਿਹੜੀ ਕੰਪਲਿਕੇਟਡ ਡਿਪਲੋਮੇਸੀ ਆ ਅਗਲੇ ਸਾਲਾਂ ਦੌਰਾਨ 10 ਸਾਲਾਂ ਦੌਰਾਨ ਸਾਊਥ ਏਸ਼ੀਆ ਵਿੱਚ ਜਿਹੜੀ ਹੋਣ ਜਾ ਰਹੀ ਹੈਗੀ ਆ। ਗਿਵ ਐਂਡ ਟੇਕ ਹੁੰਦਾ ਰਹੇਗਾ, ਲੁਕਣ ਮਚਾਈ ਵੀ ਚੱਲੀ ਜਾਏਗੀ। ਹੌਲੀ ਹੌਲੀ ਜਿਹੜੇ ਹਾਲਾਤ ਨੇ ਉਹ ਜਿਹੜੇ ਸੁਧਰਨਗੇ, ਉਹਦੇ ਚੋਂ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ ਕੌਮਾਂ ਨੂੰ ਆਜ਼ਾਦੀ ਮਿਲਣ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ। ਅੱਛਾ, ਇੱਥੇ ਜਿਹੜਾ ਚੀਨ ਪਾਕਿਸਤਾਨ ਦਾ ਗੱਠਜੋੜ ਆ, ਅਮਰੀਕਾ ਭਾਰਤ ਦਾ ਇੱਕ ਹਿਸਾਬ ਦੇ ਨਾਲ ਗੱਠਜੋੜ ਜੋ ਸੋਚਿਆ ਜਾ ਰਿਹਾ ਆ, ਕੀ ਇਹ ਚੀਨ ਪਾਕਿਸਤਾਨ ਦੇ ਗੱਠਜੋੜ ਦਾ ਉੱਤਰ? ਹਾਂਜੀ, ਬਿਲਕੁਲ ਹਾਲ ਦੀ ਘੜੀ ਹੁਣ, ਪਰ ਕਿਉਂਕਿ ਹੁਣ ਉਹਨਾਂ ਨੂੰ ਪੁਨਰ ਵਿਚਾਰ ਕਰਨਾ ਪੈਣਾ, ਕਿਉਂਕਿ ਚੀਨ ਤੇ ਪਾਕਿਸਤਾਨ ਦਾ ਗੱਠਜੋੜ ਤਾਂ ਮਜ਼ਬੂਤ ਹੋ ਸਕਦਾ ਹਨਾ। ਸੋ ਨਹੀਂ ਟੁੱਟੇਗਾ, ਕਿਉਂਕਿ ਚੀਨ ਨੂੰ ਪਾਕਿਸਤਾਨ ਦੀ ਲੋੜ ਆ, ਪਾਕਿਸਤਾਨ ਨੂੰ ਤਾਂ ਚੀਨ ਦੀ ਬਹੁਤ ਜ਼ਿਆਦਾ ਲੋੜ ਆ। ਜਿਸ ਤਰ੍ਹਾਂ ਹੁਣ ਦੇਖਿਆ ਹੀ ਆ ਵੀ ਕਿਉਂਕਿ ਪਾਕਿਸਤਾਨ ਤਾਂ ਇੰਡੀਆ ਮੇਰੇ ਖਿਆਲ 2 ਦਿਨਾਂ ਵਿੱਚ ਹੀ ਸਾਰਾ ਕਾਬੂ ਕਰ ਸਕਦਾ, ਜੇ ਇੰਡੀਆ ਦੀ ਮਿਲਟਰੀ ਕੈਪੇਬਿਲਿਟੀ ਇੰਨੀ ਹੈਗੀ ਆ। ਜੇ ਪਾਕਿਸਤਾਨ ਕੱਲਾ ਹੁੰਦਾ, ਜੇ ਚੀਨ ਨਾ ਉਹਨਾਂ ਦੇ ਆਵੇ ਤਾਂ, ਜੇ ਚੀਨ ਉਹਨਾਂ ਦੀ ਮਦਦ ਤੇ ਨਾ ਆਵੇ ਹਨਾ। ਸੋ ਪਾਕਿਸਤਾਨ ਨੂੰ ਚੀਨ ਦੀ ਮਦਦ ਲਗਾਤਾਰ ਲੈਂਦੇ ਰਹਿਣਾ ਪਵੇਗਾ। ਹੁਣ ਭਾਰਤ ਤੇ ਅਮਰੀਕਾ ਦਾ ਗੱਠਜੋੜ ਕਿੱਦਾਂ ਵੱਧਦਾ ਹੈਗਾ, ਜਦੋਂ ਭਾਰਤ ਦਾ ਇੱਕ ਸਭ ਤੋਂ ਚੰਗਾ ਮਿੱਤਰ ਇਜ਼ਰਾਈਲ ਆ ਜਿਹੜਾ, ਉਹਦੇ ਅਮਰੀਕਨ ਪ੍ਰਸ਼ਾਸਨ ਨਾਲ ਜਿਹੜੇ ਸੰਬੰਧ ਖਰਾਬ ਹੋ ਰਹੇ ਆ ਮਿਡਲ ਈਸਟ ਵਿੱਚ, ਜਿਸ ਤਰ੍ਹਾਂ ਨਾਲ ਡੋਨਲਡ ਟਰੰਪ ਗਰਜੇ ਆ ਜਾ ਕੇ। ਸੋ ਉਹਨਾਂ ਨੇ ਇਜ਼ਰਾਈਲ ਨੂੰ ਇੱਕ ਜਿਹੜਾ ਵੱਡਾ ਸੰਦੇਸ਼ ਦਿੱਤਾ ਹੈ, ਉਹਨੂੰ ਜਿਹੜੀ ਇਜ਼ਰਾਈਲੀ ਲੌਬੀ ਆ ਉਹ ਕਿਸ ਤਰ੍ਹਾਂ ਹੁਣ ਬੈਲੈਂਸ ਕਰਦੀ ਆ, ਜਾਂ ਉਹ ਆਈਸੋਲੇਟ ਰਹਿਣਗੇ ਜੇ ਇਜ਼ਰਾਈਲ ਆਈਸੋਲੇਟ ਰਹਿੰਦਾ ਹੈਗਾ। ਕਿਉਂਕਿ ਜਿਹੜਾ ਬੰਗਲਾਦੇਸ਼ ਦਾ ਬਣਨਾ ਵੀ ਆ, ਉਹ ਵੀ ਇਜ਼ਰਾਈਲ ਦੀ ਮਦਦ ਨਾਲ ਬਣਿਆ ਹੈਗਾ। ਬੰਗਲਾਦੇਸ਼ ਵਿੱਚ ਜਿਹੜਾ ਮਿਲਟਰੀ ਦੀ ਕਾਰਵਾਈ ਹੋਈ ਆ, ਉਹਦੇ ਵਿੱਚ ਰਸ਼ੀਆ ਨੇ ਭਾਰਤ ਦਾ ਸਾਥ ਦਿੱਤਾ, ਤੇ ਇਜ਼ਰਾਈਲ ਨੇ ਅਮਰੀਕਾ ਨੂੰ ਕਾਬੂ ਵਿੱਚ ਰੱਖਣ ਲਈ ਭਾਰਤ ਦੀ ਮਦਦ ਕਰੀ ਆ। ਵੀ ਅਮਰੀਕਾ ਨੇ ਕੋਈ ਕਾਰਵਾਈ ਨਹੀਂ ਕੀਤੀ ਉੱਥੇ। ਉਹ ਭਾਰਤ ਹਮੇਸ਼ਾ ਹੀ ਇਜ਼ਰਾਈਲ ਦੇ ਰਾਹੀਂ ਜਿਹੜੀ ਡਿਪਲੋਮੇਸੀ ਕਰਦਾ ਸੀ, ਪਰ ਹੁਣ ਜਿਹੜੇ ਇਜ਼ਰਾਈਲ ਨਾਲ ਸੰਬੰਧ ਖਰਾਬ ਹੋ ਰਹੇ ਆ, ਸਾਰੇ ਅੱਜ ਮੀਡੀਆ ਚੈਨਲਸ ਤੇ ਜਾਂ ਮੀਡੀਆ ਅਖਬਾਰਾਂ ਦੇ ਵੱਡੇ ਜਿਹੜੇ ਫੋਰਨ ਪਾਲਿਸੀ ਤੇ ਫੋਰਨ ਅਫੇਅਰਸ ਆ, ਉਹਦੇ ਵਿੱਚ ਆ ਗਿਆ ਹੈਗਾ ਵੀ ਬਹੁਤ ਬੁਰੀ ਤਰ੍ਹਾਂ ਜਿਹੜੇ ਹੈਗੇ ਆ ਉਹ ਸੰਬੰਧ ਆ ਜਿਹੜੇ ਖਰਾਬ ਹੋ ਰਹੇ ਆ ਨੇਤਨਯਾਹੂ ਨਾਲ। ਸੋ ਹੁਣ ਜਦੋਂ ਨੇਤਨਯਾਹੂ ਨਹੀਂ ਆਪਣੀ ਸਰਵਾਈਵਲ ਲਈ ਲੜਨਗੇ, ਕਿਉਂਕਿ ਹੋ ਸਕਦਾ ਲੀਡਰਸ਼ਿਪ ਚੇਂਜ ਕਰਨ ਦਾ ਵੀ ਉੱਥੇ ਡੋਨਲਡ ਟਰੰਪ ਨੇ ਕਹਿਣ ਵੀ ਉਹ ਲਗਾਤਾਰ। ਹੁਣ ਤੁਸੀਂ ਦੇਖੋ ਵੀ ਜਿਹੜੀ ਆਪਾਂ ਕਹਿੰਦੇ ਆ ਨਾ ਵੀ ਜਿਹੜਾ ਪ੍ਰਸ਼ਾਸਨ ਆ ਉਹ ਮੀਡੀਆ ਰਾਹੀਂ ਗੱਲ ਕਰਦਾ। ਜੇ ਤੁਸੀਂ ਕੱਲ ਦਾ ਨਿਊਯਾਰਕ ਟਾਈਮਸ ਦੇਖੋ, ਕੱਲ ਦੇ ਨਿਊਯਾਰਕ ਟਾਈਮਸ ਵਿੱਚ ਉਹਨਾਂ ਨੇ 15 ਏਡ ਵਰਕਰਸ ਦੀਆਂ ਫੋਟੋਆਂ ਲਾਈਆਂ ਜਿਹੜੀਆਂ ਇਜ਼ਰਾਈਲ ਦੇ ਮਿਲਟਰੀ ਨੇ ਮਾਰੀਆਂ ਮੁੱਖ ਸਫੇ ਤੇ। ਹਾਲਾਂਕਿ ਨਿਊਯਾਰਕ ਟਾਈਮਸ ਤੋਂ ਆਪਾਂ ਉਮੀਦ ਨਹੀਂ ਰੱਖਦੇ ਵੀ ਉਹ ਇੰਨੀ ਬੁਰੀ ਤਰ੍ਹਾਂ ਇਜ਼ਰਾਈਲ ਦੀ ਵਿਰੋਧਤਾ ਕਰੇਗਾ। ਠੀਕ ਹੈ। ਸੋ 15 ਏਡ ਵਰਕਰਸ ਦੀਆਂ ਕੱਲੇ ਦੀ ਫੋਟੋ ਲਾ ਕੇ ਮੇਨ ਸਫੇ ਤੇ, ਔਰ ਫਿਰ ਇਜ਼ਰਾਈਲ ਦੇ ਖਿਲਾਫ ਵੱਡਾ ਆਰਟੀਕਲ ਲਿਖਣਾ, ਇਹ ਅਮਰੀਕੀ ਪ੍ਰਸ਼ਾਸਨ ਦੀ ਸਹਿਮਤੀ ਤੋਂ ਬਿਨਾਂ ਤਾਂ ਨਹੀਂ। ਇਟ ਮੀਨਸ ਜਿਹੜਾ ਹੈਗਾ ਵੀ ਜਿਹੜੇ ਹਾਲਾਤ ਆ ਜਿਹੜੇ ਉਹ ਇੱਕ ਵੱਖਰੇ ਢੰਗ ਨਾਲ ਬਦਲ ਰਹੇ ਹੈਗੇ ਆ। ਸੋ ਇਸ ਜੀਓਪੋਲਿਟੀਕਲ ਚੇਂਜ ਵਿੱਚ ਜਦੋਂ ਇਜ਼ਰਾਈਲ ਭਾਰਤ ਤੋਂ ਥੋੜਾ ਇੱਕ ਤਰ੍ਹਾਂ ਨਾਲ ਇਜ਼ਰਾਈਲ ਆਪ ਕਮਜ਼ੋਰ ਪੈ ਰਿਹਾ, ਉਹ ਭਾਰਤ ਦੀ ਸਹਾਇਤਾ ਕਰਨ ਨਾਲੋਂ ਜਿਹੜਾ ਥੋੜਾ ਜਿਹਾ ਖਤਮ ਹੋਏਗਾ, ਉਹਦੇ ਚੋਂ ਚੀਨ ਦੀ ਐਡਵਾਂਟੇਜ। ਸੋ ਅਮਰੀਕਾ ਫਿਰ, ਕਿਉਂਕਿ ਹੁਣ ਜਦੋਂ ਡੋਨਲਡ ਟਰੰਪ ਕਹਿੰਦੇ ਵੀ ਅਸੀਂ ਭਾਰਤ ਨਾਲ ਵੀ ਵਪਾਰ ਕਰਨਾ ਤੇ ਪਾਕਿਸਤਾਨ ਨਾਲ ਵੀ ਵਪਾਰ ਕਰਨਾ, ਇਟ ਮੀਨਸ ਉਹ ਕਿਤੇ ਨਾ ਕਿਤੇ ਚਾਈਨਾ ਨੂੰ ਵੀ ਹਲੇ ਇੰਨਾ ਗੁੱਸਾ ਨਹੀਂ ਦਿਵਾਉਣਾ ਚਾਹੁੰਦੇ
ਵੀ ਜਿਹੜਾ ਚਾਈਨਾ ਹੈਗਾ ਫਿਰ ਉਹਨਾਂ ਲਈ ਬਹੁਤ ਵੱਡੀ ਥ੍ਰੈਟ ਬਣ ਕੇ ਜਿਹੜਾ ਹੈਗਾ ਸਾਹਮਣੇ ਆ ਜਾਵੇ। ਸੋ ਇਹ ਕਾਫੀ ਕਿਸਮ ਦੀ ਜਿਹੜੀ ਡਿਪਲੋਮੇਸੀ ਆ ਉਹ ਸਾਰੀ ਸਾਹਮਣੇ ਆਉਣ ਵਾਲੀ ਹੈ। ਜੀ, ਰੀਸਟਰਕਚਰਿੰਗ ਆਫ ਏਸ਼ੀਆ ਦੇ ਵਿੱਚ ਹੁਣ ਅੱਗੇ ਤੁਸੀਂ ਕੀ ਸੰਭਾਵਨਾਵਾਂ ਜਿਹੜੀਆਂ ਇੱਥੇ ਜਿਹੜੀਆਂ ਉਹ ਦੇਖ ਰਹੇ ਹੈਗੇ ਆ? ਏਸ਼ੀਆ ਦੀ ਰੀਸਟਰਕਚਰਿੰਗ ਦੇ ਵੱਲ ਨੂੰ ਆਪਾਂ ਵੱਧ ਰਹੇ ਆ ਭਲਾ? ਹਾਂਜੀ ਹਾਂਜੀ, ਸੋ ਆਹ ਜਿਹੜਾ ਕਸ਼ਮੀਰ ਦੇ ਮਾਮਲੇ ਵਿੱਚ ਡੋਨਾਲਡ ਟਰੰਪ ਨੇ ਕਿਹਾ ਵੀ ਅਸੀਂ ਵਿਚੋਲਗੇ ਕਰਨ ਨੂੰ ਤਿਆਰ ਹੈਗੇ ਆ। ਸੋ ਇਹ ਵਿਚੋਲਗੇ ਕਸ਼ਮੀਰ ਤੱਕ ਸੀਮਿਤ ਰਹਿੰਦੀ ਆ, ਫਿਰ ਮੁੜ ਕੇ ਬਲੋਚਿਸਤਾਨ ਤੱਕ ਪਹੁੰਚ ਜਾਂਦੀ ਆ, ਜਾਂ ਫਿਰ ਉਹ ਸਿੱਖਾਂ ਦੀ ਗੱਲ ਵੀ ਵਿੱਚੋਂ ਤੁਰਦੀ ਹੈਗੀ। ਇਹ ਸਾਰਾ ਕੁਛ ਆ ਜਿਹੜਾ ਦੇਖਣ ਵਾਲਾ ਹੋਵੇਗਾ। ਆਇਆ ਜਿਹੜਾ ਉਹ ਈਰਾਨ ਤੇ ਅਫਗਾਨਿਸਤਾਨ ਵਾਲਾ ਤੇ ਪਾਕਿਸਤਾਨ ਵਾਲਾ ਨੈਕ ਆ, ਬਲੋਚਿਸਤਾਨ ਦੇ ਕਾਰਨਰ ਤੇ ਜਾ ਕੇ ਉੱਥੇ ਕੀ ਹੁੰਦਾ, ਜਾਂ ਈਵਨ ਇੱਥੇ ਨਾਰਥ ਈਸਟ ਵਿੱਚ ਜਿਹੜੇ ਹੈਗੇ 7 ਭਾਰਤੀ ਸਟੇਟਾਂ ਨੇ ਜਿਨ੍ਹਾਂ ਤੇ ਬੰਗਲਾਦੇਸ਼ ਵਾਇਆ ਚੀਨ ਜਿਹੜਾ ਅੱਖ ਰੱਖੀ ਬੈਠਾ ਹੈਗਾ ਵੀ ਉਹ ਲੈਂਡ ਲੌਕਡ ਨੇ। ਸੋ ਉਧਰ ਨਾ ਕਿਤੇ ਕਿਸ ਤਰ੍ਹਾਂ ਦਾ ਜਿਹੜੀਆਂ ਸਟਰਕਚਰਲ ਚੇਂਜਸ ਆ ਜਿਹੜੀਆਂ ਸਾਹਮਣੇ ਆ ਜਾਣ। ਸੋ ਕਿਉਂਕਿ ਉੱਥੇ ਵੀ ਇਹ ਗੱਲਾਂ ਚੱਲ ਰਹੀਆਂ ਨੇ ਵੀ ਕੁਛ ਮਿਆਂਮਾਰ ਦਾ ਇਲਾਕਾ, ਕੁਛ ਬੰਗਲਾਦੇਸ਼ ਦਾ ਇਲਾਕਾ ਤੇ ਕੁਛ ਵੱਡੀ ਪੱਧਰ ਤੇ ਭਾਰਤ ਦਾ ਇਲਾਕਾ ਲੈ ਕੇ ਉੱਥੇ ਇੱਕ ਕ੍ਰਿਸਚੀਅਨ ਮੁਲਕ ਬਣਾਉਣ ਦਾ ਵੀ ਸੁਪਨਾ ਜਿਹੜੀਆਂ ਵੈਸਟਰਨ ਪਾਵਰਸ ਦਾ ਹੈਗਾ। ਕਿਉਂਕਿ ਕ੍ਰਿਸਚਨ ਜਿਹੜੀ ਮਨੀਪੁਰ ਵਿੱਚ ਕ੍ਰਿਸਚਨ ਮਿਨੋਰਿਟੀ ਦਾ ਜਿਹੜਾ ਕਤਲੇਆਮ ਹੋਇਆ, ਇਸ ਤਰ੍ਹਾਂ ਮਿਆਂਮਾਰ ਵਿੱਚ ਵੀ ਕ੍ਰਿਸਚਨ ਮੈਜੋਰਿਟੀ ਜਿਹੜੀ ਵਸਦੀ ਹੈਗੀ ਆ, ਬੰਗਲਾਦੇਸ਼ ਵਿੱਚ ਵੀ ਥੋੜੀ ਗਿਣਤੀ ਵਿੱਚ ਜਿਹੜੇ ਹੈਗੇ ਆ। ਸੋ ਉੱਥੇ ਵੀ ਕ੍ਰਿਸਚਨ ਮੁਲਕ ਬਣਨ ਦੀਆਂ ਸੰਭਾਵਨਾਵਾਂ ਜਿਹੜੀਆਂ, ਸੋ ਰੀਸਟਰਕਚਰਿੰਗ ਵਿੱਚ ਇਹ ਸਾਰਾ ਕੁਛ ਸਾਹਮਣੇ ਆ ਸਕਦਾ ਹੈ। ਠੀਕ ਹੈ। ਜਿਸ ਤਰੀਕੇ ਦੇ ਨਾਲ ਹੁਣ ਆਪਾਂ ਅਵਤਾਰ ਸਿੰਘ ਜੀ ਦੇਖਦੇ ਹਾਂ ਵੀ ਫੋਰਨ ਪਾਲਿਸੀ ਨੂੰ ਜਿੱਦਾਂ ਟਰੰਪ ਹੁਣਾਂ ਨੇ ਚੇਂਜ ਕੀਤਾ, ਚਾਹੇ ਵਿਚੋਲਗੀ ਦੀ ਉਹਨਾਂ ਨੇ ਇਹ ਕੀਤੀ ਆ, ਉਹ ਕਹਿੰਦੇ ਮਿਜ਼ਾਈਲ ਨਹੀਂ ਟ੍ਰੇਡ ਕਰੋ ਇੱਕ ਦੂਜੇ ਦੇ ਨਾਲ। ਕੀ ਤਾਂ ਵੀ ਇਸ ਦੇ ਦਰਮਿਆਨ ਨਵੇਂ ਮੁਲਕਾਂ ਦੀ ਸੰਭਾਵਨਾਵਾਂ ਬਣੀ ਰਹਿੰਦੀ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸੋ ਇਹ ਜਿਹੜਾ ਹੈਗਾ ਵੀ ਜਿਹੜਾ ਟ੍ਰੇਡ ਕਰਕੇ ਉਹਨਾਂ ਨੇ ਆਪਣਾ ਡਿਪਲੋਮੈਟਿਕ ਜਿਹੜੀਆਂ ਅਜ਼ੰਪਸ਼ਨਸ ਆ ਉਹ ਬਿਲਡ ਅਪ ਕਰਨੀਆਂ ਹੁੰਦੀਆਂ। ਸੋ ਟ੍ਰੇਡ ਕਿੱਧਰ ਨੂੰ ਆਵੇ, ਟ੍ਰੇਡ ਦੇ ਰੂਟਸ ਕੀ ਹੋਣ, ਟ੍ਰੇਡ ਦੀ ਉਸ ਜਿਹੜੀ ਟ੍ਰੇਡਿੰਗ ਹੋਣੀ ਆ ਉਹਦੇ ਵਿੱਚੋਂ ਜਿਹੜਾ ਟੈਕਸ ਹੈਗਾ ਉਹ ਆਇਆ ਚੀਨ ਲੈ ਜਾਂਦਾ ਆ, ਅਮਰੀਕਨ ਜਾਂ ਜਿਹੜੀਆਂ ਵੈਸਟਰਨ ਪਾਵਰਸ ਲੈ ਕੇ ਜਾਂਦੀਆਂ। ਇਹਦੀਆਂ ਬਹੁਤ ਸਾਰੀਆਂ ਜਿਹੜੀਆਂ ਬਿਹਾਈਂਡ ਦੀ ਸੀਨ ਸਰਗਰਮੀਆਂ ਜਿਹੜੀਆਂ ਹੋਣੀਆਂ, ਉਹਨੇ ਤੈਅ ਕਰਨਾ ਵੀ ਟ੍ਰੇਡ ਨੇ ਕਿਸ ਰੁਖ ਅਖਤਿਆਰ ਕਰਨਾ। ਕਿਉਂਕਿ ਤੁਸੀਂ ਦੇਖੋ ਵੀ ਵਾਇਆ ਪਾਕਿਸਤਾਨ, ਹੁਣ ਤੁਸੀਂ ਦੇਖੋ ਪਾਕਿਸਤਾਨ ਲਈ ਵਾਘਾ ਤੇ ਚੀਨ ਵਾਲਾ ਜਿਹੜਾ ਸਿਲਕ ਰੋਡ ਹੈਗਾ, ਜਾਂ ਸੈਂਟਰਲ ਏਸ਼ੀਆ ਨੂੰ ਜਾਂਦਾ, ਜਾਂ ਅਫਗਾਨਿਸਤਾਨ ਨੂੰ ਹੁਣ ਵਪਾਰ ਨਹੀਂ ਹੋ ਸਕਦਾ ਪਾਕਿਸਤਾਨ ਤੋਂ ਬਿਨਾਂ, ਹਨਾ। ਸੋ ਇੱਕ ਮੇਨ ਰੂਟ ਤੇ ਜਿਹੜਾ ਪਾਕਿਸਤਾਨ ਬੈਠਾ ਹੈਗਾ, ਸੋ ਉਸ ਰੂਟ ਵਿੱਚੋਂ ਚੀਨ ਨੂੰ ਬਾਹਰ ਕੱਢਣਾ, ਅਫਗਾਨਿਸਤਾਨ ਨੂੰ ਲਿਆਣਾ। ਆਇਆ ਅਫਗਾਨਿਸਤਾਨ ਇੰਨਾ ਕੈਪੇਬਲ ਹੈਗਾ ਵੀ ਉਹ ਅਮਰੀਕਾ ਨਾਲ ਚੱਲ ਸਕੇਗਾ ਜਾਂ ਨਹੀਂ ਚੱਲ ਸਕੇਗਾ, ਜਦੋਂ ਇੰਨੀ ਇੱਕ ਤਰ੍ਹਾਂ ਨਾਲ ਦੁਸ਼ਮਣੀ ਰਹੀ ਆ, ਆਪਾਂ ਕਹਿ ਸਕਦੇ ਹਾਂ ਵੀ ਲਗਭਗ 100 ਸਾਲ ਤੋਂ ਹੀ। ਸੋ ਇਹਨਾਂ ਸਾਰੀਆਂ ਸੰਭਾਵਨਾਵਾਂ ਚੋਂ ਜਿਹੜਾ ਹੈਗਾ ਵੀ ਵਪਾਰ, ਜੇ ਵਪਾਰ ਸਮੂਥਲੀ ਚੱਲਦਾ ਜਾਂ ਫਿਰ ਜਿਹੜੀਆਂ ਲੜਾਈਆਂ ਕਰਕੇ ਵਪਾਰ ਚੱਲਦਾ ਹੈਗਾ, ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਸਾਹਮਣੇ ਲਿਆ ਕੇ ਸਾਊਥ ਏਸ਼ੀਆ ਦੀ ਰੀਸਟਰਕਚਰਿੰਗ ਦਾ ਉਹਦੇ ਵਿੱਚ ਇਹ ਸੰਭਾਵਨਾ ਬਣੀ ਰਹੇਗੀ। ਕਿਉਂਕਿ ਜਦੋਂ ਵਪਾਰ ਹੋਣਾ, ਸੋ ਉਹਦੇ ਚੋਂ ਮੈਂ ਇੱਕ ਬਹੁਤ ਹੀ ਵੱਡੇ ਵਿਦਵਾਨ ਹੈਗੇ ਆ, ਉਹਨਾਂ ਦਾ ਇੱਕ ਲੇਖ ਹੈ, ਉਹ ਮਾਈਕਲ ਹਾਵਰਡ ਆ, ਉਹਨਾਂ ਦਾ ਇੱਕ ਲੇਖ ਹੈਗਾ ਵਾਰ ਐਂਡ ਦੀ ਨੇਸ਼ਨ ਸਟੇਟ, ਜੰਗ ਤੇ ਨੇਸ਼ਨ ਸਟੇਟ ਦਾ ਜਿਹੜਾ ਸੰਬੰਧ ਆ। ਉਹ ਕਹਿੰਦੇ ਵੀ ਕਈ ਵਾਰੀ ਵੱਡੀਆਂ ਤਾਕਤਾਂ ਕਿਸੇ ਲਗਾਤਾਰ ਚੱਲਣ ਵਾਲੀ ਜੰਗ ਨੂੰ ਸਦਾ ਲਈ ਰੋਕਣ ਲਈ ਨਵੀਆਂ ਨੇਸ਼ਨ ਸਟੇਟ ਕ੍ਰੀਏਟ ਕਰ ਦਿੰਦੀਆਂ ਹੈਗੀਆਂ। ਠੀਕ, ਬਫਰ ਸਟੇਟ। ਹਾਂ, ਬਫਰ ਸਟੇਟ ਆ ਜਿਹੜੀ ਕ੍ਰੀਏਟ ਕਰਦੀਆਂ ਹੈਗੀਆਂ। ਸੋ ਉਹਦੇ ਚੋਂ ਜਿਹੜੀਆਂ ਹੈ, ਇਸ ਲਈ ਜਿਹੜੀ ਸਿੱਖਾਂ ਲਈ ਸੰਦੇਸ਼ ਇਹ ਹੈਗਾ ਵੀ ਇਹਨਾਂ ਸੰਭਾਵਨਾਵਾਂ ਤੇ ਗੌਰ ਕਰਨ ਵੀ ਜਿਹੜੀ ਵਾਰ ਐਂਡ ਨੇਸ਼ਨ ਸਟੇਟ ਹੈਗੀ ਆ, ਲੰਬੀਆਂ ਲਗਾਤਾਰ ਦੁਸ਼ਮਣੀਆਂ ਨੂੰ ਖਤਮ ਕਰਨ ਲਈ ਜਿਹੜੀਆਂ ਨਵੀਆਂ ਨੇਸ਼ਨ ਸਟੇਟ ਦੀ ਕਾਇਮੀ ਹੁੰਦੀ ਆ, ਉਹਦੇ ਵਿੱਚੋਂ ਜਿਹੜੀਆਂ ਸੰਭਾਵਨਾਵਾਂ ਨੇ ਵੱਖ-ਵੱਖ ਕੌਮ, ਘੱਟ ਗਿਣਤੀ ਕੌਮਾਂ ਲਈ ਬਣੀਆਂ ਰਹਿੰਦੀਆਂ ਨੇ। ਸੋ ਵਪਾਰ ਦਾ ਜਿਹੜਾ ਸੱਦਾ ਹੈਗਾ ਉਹ ਹਾਲ ਦੀ ਘੜੀ ਸਥਿਤੀ ਨੂੰ ਡਿਫਿਊਜ਼ ਕਰਨ ਦਾ ਹੈ। ਉਹ ਤੋਂ ਬਾਅਦ ਜਿਹੜਾ ਹੈਗਾ ਨੇਸ਼ਨ ਸਟੇਟ ਦੀ ਸਟਰਕਚਰਿੰਗ ਦਾ ਮਸਲਾ ਵੀ ਸਾਹਮਣੇ ਆ ਸਕਦਾ ਹੈ। ਸਿੱਖਾਂ ਦੇ ਲਈ ਇਸ ਪੂਰੇ ਕੌਨਫਲਿਕਟ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਜਾਂ ਕੂਟਨੀਤਿਕ ਤੌਰ ਦੇ ਉੱਤੇ, ਡਿਫੈਂਸ ਦੇ ਤੌਰ ਦੇ ਉੱਤੇ ਕੀ ਜਿਹੜੇ ਚੀਜ਼ਾਂ ਸਿੱਖਣ ਦੇ ਲਈ ਸੀਗੀ? ਹਾਂ, ਉਹਨਾਂ ਲਈ ਤਾਂ ਇਹ ਸਭ ਤੋਂ ਪਹਿਲਾਂ ਹੈਗਾ ਵੀ ਉਹਨਾਂ ਵਿੱਚ ਜਿਹੜੀ ਆਪਣੀ ਕੌਮੀ ਚੇਤਨਤਾ ਹੈਗੀ ਆ ਉਹ ਮਜ਼ਬੂਤ ਹੋਣੀ ਚਾਹੀਦੀ ਹੈਗੀ ਆ। ਕੌਮੀ ਚੇਤਨਤਾ ਮਜ਼ਬੂਤ ਹੋਣ ਦੇ ਨਾਲ ਹੀ ਤੁਹਾਡਾ ਆਪਣੀ ਨੇਸ਼ਨ ਸਟੇਟ ਦਾ ਦਾਅਵਾ ਜਿਹੜਾ ਮਜ਼ਬੂਤ ਹੁੰਦਾ। ਤੁਸੀਂ ਕਿਸੇ ਇੰਟਰਨੈਸ਼ਨਲ ਜਿਹੜਾ ਮੰਚ ਤੇ ਹੈਗਾ ਆਪਣਾ ਨੇਸ਼ਨ ਸਟੇਟ ਦਾ ਦਾਅਵਾ, ਜਦੋਂ ਇਸ ਤਰ੍ਹਾਂ ਕਿਸੇ ਲੰਬੀ ਜੰਗ ਨੂੰ ਰੋਕਣ ਲਈ ਨਵੀਆਂ ਨੇਸ਼ਨ ਸਟੇਟਸ ਦੀ ਕ੍ਰੀਏਸ਼ਨ ਦਾ ਮਾਮਲਾ ਸਾਹਮਣੇ ਆਉਣਾ, ਉਸ ਵੇਲੇ ਸਿੱਖ ਕਿੰਨੀ ਸਿਆਣਪ ਤੇ ਡਿਪਲੋਮੈਟਿਕ ਇੰਟੈਲੀਜੈਂਸ ਨਾਲ ਆਪਣਾ ਕੇਸ ਪੇਸ਼ ਕਰਦੇ ਆ। ਸੋ ਉਹ ਡਿਪੈਂਡ ਕਰੇਗਾ ਵੀ ਉਹ ਫਰੂਟਫੁਲ ਹੁੰਦਾ ਜਾਂ ਨਹੀਂ ਹੁੰਦਾ, ਹਨਾ। ਸੋ ਜੇ ਤੁਸੀਂ ਆਪਣਾ ਕੇਸ ਹੀ ਪੇਸ਼ ਨਹੀਂ ਕਰ ਸਕਦੇ, ਕੇਸ ਪੇਸ਼ ਕਰਨ ਲਈ ਪਹਿਲਾਂ ਤੁਹਾਡੇ ਅੰਦਰ ਉਹ ਜਜ਼ਬਾ ਚਾਹੀਦਾ ਵੀ ਅਸੀਂ ਇੱਕ ਕੌਮ ਦਾ ਹਿੱਸਾ, ਅਸੀਂ ਇੱਕ ਮਜ਼ਬੂਤ, ਵੱਖਰੀ ਤੇ ਨਿਆਰੀ ਕੌਮ ਦਾ ਹਿੱਸਾ। ਉਹ ਨਿਆਰੀ ਕੌਮ ਜਿਹਦਾ ਇੱਥੇ ਇੱਕ ਸੋਵਰਨ ਸਟੇਟ ਰਹੀ ਆ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਰਿਹਾ
ਹੈ ਨਾ। ਉਸ ਸੋਵਰਨ ਸਟੇਟ ਨੂੰ ਦੁਬਾਰਾ ਹਾਸਲ ਕਰਨ ਲਈ ਤੁਹਾਡੇ ਕੋਲ ਸਾਰੇ ਡਿਪਲੋਮੈਟਿਕ ਐਫਰਟਸ ਤੇ ਪੂਰਾ ਬਲੂਪ੍ਰਿੰਟ, ਲਿਖਤੀ ਦਸਤਾਵੇਜ਼ ਆ ਜਿਹੜੇ, ਢੇਰ ਦਾ ਢੇਰ ਕਿਤਾਬਾਂ ਦੇ ਢੇਰ ਦਾ ਢੇਰ ਜਿਹੜੇ ਹੈਗੇ ਆ ਤੁਹਾਡੇ ਕੋਲ ਲਿਖਤੀ ਦਸਤਾਵੇਜ਼, ਉਹ ਵਿਦਵਾਨ ਜਿਹੜੇ ਜਦੋਂ ਉਹ ਕਰੂਸ਼ੀਅਲ ਜਿਹੜਾ ਮੈਚ ਹੋਣਾ, ਜਿਹੜਾ ਵਿਚਾਰਾਂ ਦਾ ਮੈਚ ਹੋਣਾ, ਉਸ ਕਰੂਸ਼ੀਅਲ ਵਿਚਾਰਾਂ ਦੇ ਮੈਚ ਵਿੱਚ ਤੁਹਾਡੀ ਕੌਮ ਦੇ ਦਾਅਵੇ ਨੂੰ, ਨੇਸ਼ਨ ਸਟੇਟ ਦੇ ਦਾਅਵੇ ਨੂੰ ਉਹ ਡਿਪਲੋਮੈਟਿਕਲੀ ਜਿਹੜਾ ਪੇਸ਼ ਕਰਨ ਦਾ ਜਿਹੜਾ ਹੈਗਾ ਹੌਸਲਾ, ਹਿੰਮਤ ਔਰ ਜਿਹੜਾ ਹੈਗਾ ਵੀ ਇੱਕ ਜਜ਼ਬਾ ਰੱਖਦੇ ਹੋਣ। ਸੋ ਉਹ ਹੈਗਾ ਵੀ ਸਿੱਖ ਕੌਮ ਨੂੰ ਇਹ ਹੈਗਾ ਵੀ ਲੀਡਰਸ਼ਿਪ ਕੌਮ ਦੇ ਤੌਰ ਤੇ ਸੋਚੇ, ਕੌਮ ਦੇ ਤੌਰ ਤੇ ਵਿਚਰੇ ਔਰ ਕੌਮ ਦੇ ਤੌਰ ਤੇ ਜਿਹੜਾ ਹੈਗਾ ਆਪਣਾ ਦਾਅਵਾ ਨੇਸ਼ਨ ਸਟੇਟ ਦਾ ਪੇਸ਼ ਕਰਨ ਦੇ ਸਮਰੱਥ ਹੋਣੀ ਚਾਹੀਦੀ ਹੈ। ਜੀ ਬਿਲਕੁਲ। ਸੋ ਕੌਮਵਾਦ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸਰਦਾਰ ਅਵਤਾਰ ਸਿੰਘ ਹੋਣਾ ਨੇ ਇੱਕ ਵਾਰੀ ਫਿਰ ਆਪਾਂ ਦੱਸਦੇ ਜਾਈਏ, ਜਿਹੜੀ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ ਜਿਹੜਾ ਇਹ ਕਿਤਾਬ ਆ ਉਹ ਇਸ ਟਾਈਮ ਮੌਜੂਦ ਆ ਪੰਜਾਬੀ ਰੇਡੀਓ USA ਦੇ ਸਟੂਡੀਓਜ਼ ਦੇ ਵਿੱਚ ਮੌਜੂਦ ਆ। ਤੁਸੀਂ ਚਾਹੇ ਸੈਨੋਜ਼ੇ ਦੇ ਵਿੱਚ ਆ, ਚਾਹੇ ਤੁਸੀਂ ਫਰੈਜ਼ਨੋ ਦੇ ਵਿੱਚ ਆ ਜਾਂ ਹੋਰ ਇਲਾਕਿਆਂ 'ਚ ਆ, ਤਾਂ ਤੁਸੀਂ ਇਸ ਕਿਤਾਬ ਨੂੰ ਪ੍ਰਾਪਤ ਕਰ ਸਕਦੇ ਹੋ, ਮੰਗਵਾ ਸਕਦੇ ਹੋ। ਕਾਲ ਕਰੋ 408 272 5200 4082725200। ਸਿੱਖ ਕੌਮਵਾਦ ਦਾ ਸੰਕਲਪ, ਨਾ ਹਮ ਹਿੰਦੂ ਨਾ ਮੁਸਲਮਾਨ। ਜਿੱਦਾਂ ਲਾਸਟ ਟਾਈਮ ਵੀ ਸਰਦਾਰ ਅਵਤਾਰ ਸਿੰਘ ਜੀ ਨੇ ਦੱਸਿਆ ਸੀਗਾ ਵੀ ਇਹ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਜਿਹੜੀ ਪੰਜਾਬ ਦੀ ਧਰਤੀ ਨੂੰ ਇਹ ਆਪਸੀ ਜਿਹੜੀ ਨਫ਼ਰਤ ਦਾ ਇੱਕ ਕੇਂਦਰ ਜਿਹੜਾ ਉਹ ਬਣਾ ਕੇ ਇੱਥੇ ਆਪਣੀ ਨਫ਼ਰਤ, ਇੱਥੇ ਆਪਣੀ ਭੜਾਸ ਜਿਹੜੀ ਆ ਉਹ ਕੱਢਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਸਿੱਖਾਂ ਨੂੰ ਆਪਣੀ ਜਿਹੜੀ ਇਹ ਕੌਮ, ਆਪਣੀ ਨੈਸ਼ਨੈਲਿਟੀ, ਆਪਣੇ ਮੁਲਕ, ਉਸ ਦੀ ਜਿਹੜੀ ਗੱਲ ਆ ਉਹ ਇਹ ਕਿਤਾਬ ਬਖੂਬੀ ਜਿਹੜੀ ਉਹ ਸਿਖਾਉਂਦੀ ਆ। ਜਿਹੜੀ ਹੁਣ ਤੁਸੀਂ ਗੱਲ ਕਰ ਰਹੇ ਸੀਗੇ ਅਵਤਾਰ ਸਿੰਘ ਜੀ, ਇਹ ਕਿਤਾਬ ਦੇ ਹਵਾਲੇ ਦੇ ਨਾਲ ਆਪਾਂ ਉਸ ਸੰਕਲਪ ਨੂੰ, ਉਸ ਸਿਧਾਂਤ ਨੂੰ ਕਿੱਦਾਂ ਸਿੱਖਦੇ ਆ? ਕਿਹੜੀਆਂ ਹੋਰ ਚੀਜ਼ਾਂ, ਕਿਹੜੀਆਂ ਹੋਰ ਉਦਾਹਰਨਾਂ ਤੁਸੀਂ ਇਸ ਕਿਤਾਬ ਦੇ ਵਿੱਚ ਜਿਹੜੀਆਂ ਪਾਈਆਂ ਨੇ? ਕਿਤਾਬ 'ਚ ਇਹ ਹੈਗਾ ਵੀ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਸਾਡੇ 'ਚ ਇਹ ਬਹੁਤ ਵੱਡੀ ਕਨਫਿਊਜ਼ਨ ਹੈਗਾ ਵੀ ਸਿੱਖ ਇੱਕ ਕੌਮ ਨਹੀਂ ਹੈਗੇ, ਹਨਾ। ਸੋ ਸਿੱਖ, ਕਿਉਂਕਿ ਜਿਹੜੇ ਕੌਮਵਾਦ ਦੇ ਵਿਦਵਾਨ ਆ ਉਹ ਕਹਿੰਦੇ ਵੀ ਜਦੋਂ ਦੀ ਦੁਨੀਆ ਬਣੀ ਹੈਗੀ ਆ, ਲੋਕ ਭਾਈਚਾਰਿਆਂ ਵਿੱਚ ਰਹਿੰਦੇ ਰਹੇ ਹੈਗੇ ਆ ਨਾ, ਸਮੂਹਾਂ ਵਿੱਚ ਰਹਿੰਦੇ ਰਹੇ ਹੈਗੇ ਆ। ਉਹਨਾਂ ਸਮੂਹਾਂ ਨੂੰ ਕਿਹਨਾਂ ਢੰਗਾਂ ਨਾਲ ਡਿਫਾਈਨ ਕੀਤਾ ਗਿਆ, ਉਹ ਡਿਫਾਈਨ ਹੁੰਦੇ ਹੁੰਦੇ ਕਦੀ ਕਲਚਰਲ ਗਰੁੱਪ ਸੀ, ਕਦੀ ਰਿਲੀਜੀਅਸ ਗਰੁੱਪ ਸੀ, ਕਦੀ ਹੋਰ ਤਰ੍ਹਾਂ ਦੇ ਗਰੁੱਪ ਆ, ਉਹ ਉਸਰਦੇ ਕੌਮਾਂ ਦੇ ਰੂਪ ਵਿੱਚ ਜਿਹੜੇ ਉਸਰੇ ਆ। ਸੋ ਸਭ ਤੋਂ ਪਹਿਲਾਂ ਜਿਹੜੇ ਆਜ਼ਾਦੀ ਦੇ ਰਾਹ ਨੇ, ਇਹ ਤਿੰਨ ਤਰ੍ਹਾਂ ਦੀ ਜਿਹੜੀ ਪ੍ਰੈਕਟਿਸ 'ਚ ਹੋ ਜਾਂਦੇ। ਸਭ ਤੋਂ ਪਹਿਲਾਂ ਉਹ ਭਾਈਚਾਰਾ ਆਪਣੇ ਵਿੱਚ ਕੌਮ ਹੋਣ ਦਾ ਮਾਣ ਤੇ ਜਜ਼ਬਾ ਪੈਦਾ ਕਰੇ, ਨੇਸ਼ਨ ਅਸੀਂ, ਹਨਾ। ਸੋ ਉਸ ਤੋਂ ਬਾਅਦ ਹੈਗਾ ਨੇਸ਼ਨ, ਨੈਸ਼ਨਲਿਜ਼ਮ ਐਂਡ ਨੇਸ਼ਨ ਸਟੇਟ। ਇਹ ਤਿੰਨੇ ਇੱਕ ਦੂਜੇ ਨਾਲ ਜੁੜੇ ਹੋਏ। ਇਹ ਤਿੰਨ ਜਿਹੜਾ ਮੇਰਾ ਪ੍ਰੋਜੈਕਟ ਵੀ ਹੈਗਾ, ਇਹ ਤਿੰਨ ਕਿਤਾਬਾਂ ਦਾ ਹੈਗਾ। ਉਹ ਤੋਂ ਬਾਅਦ ਚੌਥੀ ਹੈ ਜਿਹੜੀ ਫਿਰ ਸਿੱਖਾਂ ਦੀ ਜਿਹੜੀ ਨੈਸ਼ਨਲ ਸਟਰਗਲ ਆ, ਨੇਸ਼ਨ। ਹੁਣ ਇਹ ਪਹਿਲੀ ਕਿਤਾਬ ਵਿੱਚ ਸਿੱਖਾਂ ਨੂੰ ਇੱਕ ਨੇਸ਼ਨ ਦੇ ਤੌਰ ਤੇ ਅਸੀਂ ਜਸਟੀਫਾਈ ਕਰ ਦਿੱਤਾ ਹੋਇਆ, ਇੱਕ ਨੇਸ਼ਨ ਆ। ਔਰ ਵਿਦਵਾਨਾਂ ਨੇ ਕਿਹਾ ਵੀ ਹਰੇਕ ਨੇਸ਼ਨ ਦੀ ਆਪਣੀ ਨੇਸ਼ਨ ਸਟੇਟ ਹੋਣੀ ਚਾਹੀਦੀ। ਇਸ ਕਿਤਾਬ ਵਿੱਚ ਪੈਰ ਤੇ ਹਰ ਸਫੇ ਤੇ ਇਹ ਆਇਆ ਵੀ ਹਰੇਕ ਨੇਸ਼ਨ ਦੀ, ਜਦੋਂ ਤੁਸੀਂ ਨੇਸ਼ਨ ਬਣ ਗਏ ਤਾਂ ਨੇਸ਼ਨ ਸਟੇਟ ਹਾਸਲ ਕਰਨਾ ਤੁਹਾਡਾ ਹੱਕ ਆ, ਜਿਹੜਾ ਬਣ ਜਾਂਦਾ ਹੈਗਾ। ਜਿਹੜਾ ਸੈਕੰਡ ਪਾਰਟ ਹੋਏਗਾ ਉਹ ਨੈਸ਼ਨਲਿਜ਼ਮ ਹੋਏਗਾ। ਜਦੋਂ ਨੇਸ਼ਨ ਸਮਰੱਥ ਹੋ ਕੇ ਸਾਹਮਣੇ ਆ ਜਾਂਦਾ ਹੈਗਾ ਤਾਂ ਨੇਸ਼ਨ ਦੀ ਆਪਣੀ ਸਟੇਟ ਹਾਸਲ ਕਰਨ ਦੀ ਜਿਹੜੀ ਰਾਜਨੀਤਿਕ ਸਰਗਰਮੀ ਆ, ਉਹਨੂੰ ਨੈਸ਼ਨਲਿਜ਼ਮ ਕਿਹਾ ਜਾਂਦਾ ਹੈ। ਉਸ ਸਰਗਰਮੀ ਵਿੱਚ ਕਿਹੜੇ ਅੜਿੱਕੇ ਆਉਂਦੇ ਆ, ਕੌਮਾਂ ਕਿਸ ਤਰ੍ਹਾਂ ਜਿਹੜੀ ਗੁਲਾਮੀ ਆ ਉਹਨੂੰ ਕੱਟਦੀਆਂ ਨੇ, ਸਰਕਾਰਾਂ ਕਿਸ ਤਰ੍ਹਾਂ ਗੁਲਾਮੀ ਦਾ ਫੰਦਾ ਤੁਹਾਡੇ ਗਲ ਵਿੱਚ ਪਾ ਕੇ ਰੱਖਣਾ ਚਾਹੁੰਦੀਆਂ ਨੇ, ਕੌਮਾਂ ਕਿਹੜੇ ਢੰਗਾਂ ਨਾਲ ਉਸ ਫੰਦੇ ਨੂੰ ਤੋੜ ਕੇ ਆਜ਼ਾਦ ਹੋਣਾ ਲੋਚਦੀਆਂ ਨੇ। ਇਹ ਸਾਰੀ ਸਰਗਰਮੀ ਨੈਸ਼ਨਲਿਜ਼ਮ ਦੇ ਰੂਪ ਵਿੱਚ ਆਉਂਦੀ ਹੈਗੀ ਆ। ਤੇ ਤੀਜੀ ਹੈਗੀ ਆ ਫਿਰ ਨੇਸ਼ਨ ਸਟੇਟ ਦੀ, ਜਿਹੜੀ ਹੈਗੀ ਆ ਨੇਸ਼ਨ ਸਟੇਟ ਕਿੱਦਾਂ ਬਣੀ ਆ, ਕਿੱਦਾਂ ਉੱਭਰੀ ਆ, ਉਹ ਆਦਿ ਕਾਲ ਤੋਂ ਕਿਸ ਤਰ੍ਹਾਂ ਉਸਰਦੀ ਆਈ ਆ, ਉਹਦੀਆਂ ਕੀ ਪੈਰਾਮੀਟਰਸ ਨੇ, ਕੌਮਾਂ ਦੁਸ਼ਮਣ ਦੇ ਹਮਲਿਆਂ ਤੋਂ ਆਪਣੀ ਨੇਸ਼ਨ ਸਟੇਟ ਨੂੰ ਕਿੱਦਾਂ ਬਚਾ ਕੇ ਰੱਖਦੀਆਂ, ਉਹਦੇ ਵਿੱਚ ਵਸ ਰਹੀਆਂ ਘੱਟ ਗਿਣਤੀਆਂ ਨਾਲ ਕੀ ਸਾਡਾ ਸੰਬੰਧ ਬਣਦਾ ਹੈਗਾ। ਸੋ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਕਿਸ ਕਿਸਮ ਦੀ ਨੇਸ਼ਨ ਸਟੇਟ ਆ ਸਿਰਜੀ ਜਾ ਸਕਦੀ ਹੈ, ਉਹ ਫਿਰ ਤੀਜੀ ਕਿਤਾਬ ਆ ਜਿਹੜੀ ਉਹਦੇ ਚ ਆਏਗੀ। ਸੋ ਤੋਂ ਬਾਅਦ ਫਿਰ ਇਹ ਹੋਰ ਖੋਜ ਕਾਰਜ ਆ ਸਿੱਖ ਇਤਿਹਾਸ ਦੇ, ਉਹ ਲਗਾਤਾਰ ਚੱਲਦੇ ਰਹਿਣਗੇ। ਪਰ ਇਹ ਤਿੰਨ ਕਿਤਾਬਾਂ ਦਾ ਜਿਹੜਾ ਪ੍ਰੋਜੈਕਟ ਆ ਹਾਲ ਦੀ ਘੜੀ ਸਾਡੇ ਸਾਹਮਣੇ ਆ। ਮੁੜ ਕੇ ਜਦੋਂ ਆਪਾਂ ਪੜ੍ਹਦੇ ਆ ਫਿਰ ਉਹਦੇ ਚੋਂ ਕੁਛ ਨਾ ਕੁਛ ਹੋਰ ਪ੍ਰੋਜੈਕਟ ਵੀ ਸਾਹਮਣੇ ਆ ਜਾਂਦੇ ਹੈਗੇ। ਜੀ ਬਿਲਕੁਲ। ਸਿੱਖ ਕੌਮਵਾਦ ਦਾ ਸੰਕਲਪ ਸਰਦਾਰ ਅਵਤਾਰ ਸਿੰਘ ਜੀ ਦੇ ਦੁਆਰਾ 10 ਸਾਲਾਂ ਦੀ ਗਹੀਨ ਖੋਜ, 500 ਤੋਂ ਵੱਧ ਕਿਤਾਬਾਂ ਪੜ੍ਹਨ ਤੋਂ ਬਾਅਦ ਚ ਨੈਸ਼ਨਲਿਜ਼ਮ ਦੇ ਉੱਤੇ ਸਿੱਖ ਨੇਸ਼ਨ ਇੱਕ ਕਿੱਦਾਂ ਆ, ਸੋ ਨੇਸ਼ਨ ਸਟੇਟ ਦਾ ਦਾਵਾ ਸਾਡਾ ਕਿਉਂ ਆ, ਨੈਸ਼ਨਲਿਜ਼ਮ ਕੀ ਆ, ਉਸ ਦੇ ਸਾਰੇ ਜਿਹੜੇ ਇਸ ਦੇ ਵਿੱਚ ਚਿੰਨ੍ਹਾਂ ਆ ਉਹ ਆਪਾਂ ਨੂੰ
ਪੜ੍ਹਨ ਨੂੰ ਮਿਲਦੀਆਂ ਨੇ। ਸੋ ਜ਼ਰੂਰ ਇਸ ਕਿਤਾਬ ਨੂੰ ਤੁਸੀਂ ਮੰਗਵਾਓ, ਪ੍ਰਾਪਤ ਕਰੋ। ਸਿੱਖ ਕੌਮਵਾਦ ਦਾ ਸੰਕਲਪ ਸਰਦਾਰ ਅਵਤਾਰ ਸਿੰਘ ਜੀ ਦੇ ਦੁਆਰਾ ਇਹ ਕਿਤਾਬ ਜਿਹੜੀ ਆ ਉਹ ਰਿਲੀਜ਼ ਹੋ ਚੁੱਕੀ ਆ। ਇਹ ਤੁਹਾਡੇ ਸਾਰਿਆਂ ਦੇ ਲਈ ਪ੍ਰਾਪਤ ਕਰਨ ਦੇ ਲਈ ਮੌਜੂਦ ਆ। ਕਾਲ ਕਰੋ 408-272-5200 ਦੇ ਉੱਤੇ ਇਸ ਕਿਤਾਬ ਨੂੰ ਜਿਹੜਾ ਉਹ ਪ੍ਰਾਪਤ ਕਰਨ ਦੇ ਲਈ। ਤੇ ਇੱਥੇ ਹੀ ਮੈਂ ਦੱਸਦਾ ਜਾਵਾਂ, ਆਉਂਦੇ ਐਤਵਾਰ ਨੂੰ 18 ਤਰੀਕ ਨੂੰ ਰੀਨੋ ਦੇ ਵਿੱਚ ਨਗਰ ਕੀਰਤਨ ਹੋ ਰਿਹਾ ਆ। ਉਸ ਨਗਰ ਕੀਰਤਨ 'ਚ ਪੰਜਾਬੀ ਰੇਡੀਓ USA ਦੀ ਟੀਮ ਵੀ ਹੋਊਗੀ ਤੇ ਕਿਤਾਬ ਵੀ ਹੋਊਗੀ। ਉੱਥੇ ਸਿਰਫ ਦੂਸਰੀ ਵਾਰ ਨਗਰ ਕੀਰਤਨ ਹੋ ਰਿਹਾ ਆ ਇਸ ਵਾਰੀ, ਤੇ ਇਦਾਂ ਦੀਆਂ ਚੀਜ਼ਾਂ ਦੀ ਉੱਥੇ ਘਾਟ ਹੁੰਦੀ ਆ। ਸੋ ਇਹ ਜਿਹੜੀ ਨਵੀਂ ਕਿਤਾਬ ਆ ਤੁਸੀਂ ਉੱਥੇ ਪ੍ਰਾਪਤ ਕਰ ਸਕਦੇ ਆ। ਜਿਹੜੇ ਵੀ ਲੋਕ ਰੀਨੋ ਦੇ ਆ ਰਹੇ, ਜਿਹੜੇ ਨਗਰ ਕੀਰਤਨ ਦੇ ਵਿੱਚ ਹਿੱਸਾ ਲੈ ਰਹੇ ਆ, ਸੋ ਜੇ ਤੁਸੀਂ ਕਿਤਾਬ ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਤੁਸੀਂ ਉੱਥੇ ਸਾਡੀ ਟੀਮ ਦੇ ਨਾਲ ਆ ਕੇ ਸੰਪਰਕ ਕਰ ਲੈਣਾ। ਸੋ ਅਵਤਾਰ ਸਿੰਘ ਜੀ, ਅੱਜ ਦੀ ਗੱਲਬਾਤ ਦੇ ਲਈ ਬਹੁਤ ਬਹੁਤ ਜਿਹੜਾ ਧੰਨਵਾਦ। ਮਿਲਾਂਗੇ ਆਪਾਂ ਤੁਹਾਡੇ ਨਾਲ ਅਗਲੀ ਵਾਰ। ਉਦੋਂ ਤੱਕ ਲਈ ਦਾ ਪੰਥਕ ਪੈਰਾਡਾਈਮ ਪ੍ਰੋਗਰਾਮ ਨੂੰ ਇੱਥੇ ਹੀ ਕਰਦੇ ਹਾਂ ਸਮਾਪਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।